नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम न्यूज़ एंड व्यूज़ में। मैं हाँ तरनजीत कौर घुम्मण हाजिर हाँ जी लैके तुहाडा अपना प्रोग्राम। अज गलबात करांगे कई मुद्दों उत्ते, कई अजिहे संजीदा मुद्दे ने जिन्हां उत्ते तुहाडीआं कॉल्स दा सानूं इंतजार रहेगा। सो कोशिश करियो थोड़ी जी हलीमी भरी जिहड़ी लैंग्वेज दे नाल उन्हां दे तुसीं जिहड़े सानूं अपने विचार साझे कर सको, क्योंकि शुरुआत दे विच ही कुछ अजिहियां खबरां जिहड़ियां असीं अज डिस्कस करन जावांगे। सो प्रोग्राम की शुरुआत में सब तो पहला जोड़ लैंदे हां जी मेरे सहयोगी मरगिन नाची नूं। बहुत बहुत स्वागत है सर। मेरे वालों ਤੁਹਾਨੂੰ ਸਾਰੇ ਦਰਸ਼ਕਾਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗੱਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਵਿੱਚ ਮਰੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਕੱਪੜ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂ ਦੀ ਲੋਭ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਕਚੀਚੀ ਵੱਟ ਕੇ ਬਸ ਵਕਤ ਕੱਢ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ। ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਆਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। बहुत खूब सर। ते कल ही हजे इन्हां दा जन्मदिन आके हटिया, गल कर रहे हो तुसीं पाश दी, ते बहुत ही खूबसूरत सतरां ते एक इन्हां दी रचनावां विच एक वक्री तरह की सर इन्हां ने जो व्यंग कसम की कोशिश करते हैं या जो भी वक्री किस्म की इन्हां दी लिखत रही है हमेशा। रन ਇਹ ਨੈਕਸਟ ਮੂਵਮੈਂਟ ਨਾਲ ਸੰਬੰਧ ਸੀਗੇ ਜੀ। ਅਵਤਾਰ ਸਿੰਘ ਸੰਧੂ ਇਹਨਾਂ ਦਾ ਫੁੱਲ ਨੇਮ ਜਲੰਧਰ ਜਦੇਤਰ ਸੀਗੇ ਜੀ। ਤੇ ਔਰ ਨਕਸਲਬਾੜੀ ਮੇਰੇ ਖਿਆਲ ਆ ਜਿਹੜੇ ਆਪਣੇ ਬਹੁਤ ਦਰਸ਼ਕ ਇਹਨਾਂ ਨੂੰ ਪਤਾ ਹੋਏਗਾ, ਨਕਸਲਬਾੜੀ ਇੱਕ ਪਿੰਡ ਹੈ ਜੀ ਵੈਸਟ ਬੰਗਾਲ ਦੇ ਵਿੱਚ। ਉੱਥੋਂ ਇੱਕ ਕਿਸਾਨਾਂ ਦੀ ਲਹਿਰ ਸ਼ੁਰੂ ਹੋਈ ਸੀਗੀ ਤੇ ਇਸ ਕਰਕੇ ਉੱਥੋਂ ਜਿਹੜੀ ਸ਼ੁਰੂ ਹੋਈ ਅੱਗੇ ਦੀ ਅੱਗੇ ਬਣਦੀ ਉਹ ਨਕਸਲਬਾੜੀ ਮੂਵਮੈਂਟ ਬਣ ਗਈ। ਇਹ ਉਸ ਮੂਵਮੈਂਟ ਦਾ ਹਾਮੀ ਸੀਗਾ ਜੀ। ਇਹ ਖੱਬੇ ਪੱਖੀਆਂ ਜਿਹੜੀਆਂ ਮੂਵਮੈਂਟਸ ਹੈ ਉਹਦੇ ਉਸੇ ਬਾਰੇ ਹੋਈ ਕਵਿਤਾਵਾਂ ਸਾਹਿਤ ਲਿਖਦਾ ਸੀਗਾ। 18 ਸਾਲ ਦੀ ਉਮਰ ਦੇ ਵਿੱਚ ਤਰਨ ਪਹਿਲੀ ਇਹਨਾਂ ਦੀ ਕਿਤਾਬ ਛਪ ਗਈ ਸੀਗੀ। US ਦੇ ਵਿੱਚ ਇਹ ਗੜਾ ਕੱਢ ਕੇ ਚਲੇ ਗਿਆ ਸੀਗਾ ਜੀ। ਇਹਨਾਂ ਦੀ ਸਿਸਟਰ US 'ਚ ਵਹੀ ਹੋਈ ਹੈ ਜੀ। ਜਿਹੜੇ ਪਰਿਵਾਰ 'ਚ ਵਹੀ ਉਹ US ਆ ਗਿਆ ਸੀਗਾ ਤੇ ਇਹਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ। ਅਗਲੇ ਦਿਨ ਜਿਸ ਦਿਨ ਇਹਦਾ ਕਤਲ ਕੀਤਾ ਜਾਂਦਾ ਹੈ ਉਸ ਤੋਂ ਇੱਕ ਦਿਨ ਬਾਅਦ ਇਹਨੇ US ਐਮਬੈਸੀ 'ਚ ਆਪਣਾ ਵੀਜ਼ਾ ਰਿਨਿਊ ਕਰਾਉਣ ਜਾਣਾ ਸੀਗਾ, ਪਰ ਪਰਮਾਤਮਾ ਨੇ ਮਨਜ਼ੂਰ ਨਹੀਂ ਸੀ ਤੇ ਇਹਦਾ ਖਾਲਿਸਤਾਨੀ ਪੱਖੀ ਲੋਕਾਂ ਨੇ ਇਹਨਾਂ ਦੇ ਆਪਣੇ ਖੂਹ ਤੇ ਆਪਣੇ ਹੋਰ ਦੋਸਤ ਨਾਲ ਬੈਠਾ ਸੀਗਾ ਜੀ, ਉੱਥੇ ਕਤਲ ਕਰ ਦਿੱਤਾ ਗਿਆ ਸੀਗਾ। ਬਿਲਕੁਲ। ਤੇ ਸਰ ਜਿਵੇਂ ਤੁਸੀਂ ਗੱਲ ਕੀਤੀ ਇਹਨਾਂ ਦੀ ਰਚਨਾ ਦੇ ਵਿੱਚ ਜਿਹੜਾ ਸੀ ਕਿ ਸਭ ਤੋਂ ਖਤਰਨਾਕ ਹੈ ਸੁਪਨਿਆਂ ਦਾ ਮਰ ਜਾਣਾ। ਲੱਖਾਂ ਸੁਪਨੇ ਸੰਜਾਉਂਦੇ ਆ ਜਦੋਂ ਅਸੀਂ ਪੰਜਾਬ ਚੁਣਿਆ ਕਿ ਅਸੀਂ ਵਿਦੇਸ਼ਾਂ ਵਿੱਚ ਜਾਵਾਂਗੇ, ਵਧੀਆ ਜ਼ਿੰਦਗੀ ਗੁਜ਼ਾਰਾਂਗੇ। ਜਦੋਂ ਵਿਦੇਸ਼ਾਂ ਵਿੱਚ ਪਹੁੰਚ ਜਾਂਦੇ ਆ ਮਿਹਨਤਾਂ ਵੀ ਕਰਨ ਲੱਗ ਜਾਂਦੇ ਆ, ਪਰ ਹੌਲੀ ਹੌਲੀ ਅਸੀਂ ਸੁਪਨਿਆਂ ਨੂੰ ਭੁੱਲ ਜਾਂਦੇ ਆ ਕਿ ਜਿਹੜੇ ਸੁਪਨੇ ਲੈ ਕੇ ਅਸੀਂ ਇੱਥੇ ਪਹੁੰਚੇ ਸੀ। ਪਹਿਲੀ ਖਬਰ ਦੀ ਗੱਲ ਕਰੀਏ, ਕੈਲਗਰੀ ਦੀ ਇਹ ਖਬਰ ਹੈ ਜੀ। ਪੰਜਾਬੀ ਮੁੰਡਿਆਂ ਦੀ ਜੋ ਕਰਤੂਤ ਸਾਹਮਣੇ ਆਈ ਹੈ, ਸਭ ਦਾ ਸਿਰ ਇਹਨਾਂ ਨੇ ਸ਼ਰਮ ਨਾਲ ਝੁਕਾ ਦਿੱਤਾ। ਇਹ ਅੰਤਰਰਾਸ਼ਟਰੀ ਵਿਦਿਆਰਥੀ ਨੇ, APR ਹੋਲਡਰ ਨੇ, ਇੱਥੋਂ ਦੇ ਨੇ। ਅਜੇ ਇਸ ਦੇ ਬਾਰੇ ਵਿੱਚ ਪੂਰੀ ਤਰ੍ਹਾਂ ਨਾਲ ਖੁਲਾਸਾ ਨਹੀਂ ਹੋ ਪਾਇਆ, ਪਰ ਜੋ ਕਰਤੂਤ ਇਹਨਾਂ ਨੇ ਕੀਤੀ ਆ ਬਹੁਤ ਹੀ ਮੰਦਭਾਗੀ ਇਹ ਗੱਲ ਸਾਹਮਣੇ ਆਈ ਹੈ। ਸਰ ਕੀ ਕਹੋਗੇ? ਤਰਨ ਇਦੋਂ ਨੀਵੇਂ ਤੁਸੀਂ ਕਿੱਥੇ ਗਰਕ ਸਕਦੇ ਹੋ? ਕੋਈ ਵੀ ਸ਼ਰਮ ਨਹੀਂ ਹੈ ਇਹਨਾਂ ਲੋਕਾਂ ਨੂੰ। ਬੈਠੇ ਸ਼ਰੇਆਮ ਬਕਵਾਸ ਕਰ ਰਿਹਾ, ਪਾਰਡਨ ਮਾਈ ਲੈਂਗੁਏਜ, ਗਲਤ ਬਕਵਾਸ ਹੋ ਰਿਹਾ, ਬੋਲ ਰਹੇ ਨੇ ਲੜਕੀਆਂ ਬਾਰੇ ਭੱਦੇ ਵਿਚਾਰ ਇਹਨਾਂ ਦੇ ਮਨ 'ਚ ਆਏ ਹੋਏ ਨੇ ਤੇ ਔਰ ਉਹਨਾਂ ਦੀ ਆਪਦੇ ਮੂੰਹ ਦੇ ਵਿੱਚੋਂ ਉਹ ਗੰਦਗੀ ਬਾਹਰ ਕੱਢ ਰਹੇ ਨੇ। ਕੁਝ ਤਾਂ ਸ਼ਰਮ ਕਰੋ। ਮੈਨੂੰ ਨਹੀਂ ਪਤਾ ਕਿ ਇਹ ਇੱਥੋਂ ਦੇ ਬੌਰਨ ਨੇ ਜਾਂ ਇਹ ਬਾਹਰੋਂ ਆਏ ਨੇ ਜਾਂ ਕਿਵੇਂ ਵੀ ਹੈਗਾ, ਪਰ ਜਿਹੜੀ ਇਹਨਾਂ ਦੀ ਬੋਲੀ ਹੈਗੀ ਆ ਉਹ ਲੱਗਦਾ ਹੈ ਕਿ ਇਹਨਾਂ ਦਾ ਜਨਮ ਉਸ ਬੋਲੀ 'ਚ ਹੋਇਆ ਹੋਇਆ। ਚੰਗੀ ਤਰ੍ਹਾਂ ਇਹ ਪੰਜਾਬੀ ਬੋਲੀ ਨੂੰ ਜਾਣਦੇ ਨੇ। ਸ਼ਰਮ ਨਾਲ ਜੋ ਗੱਲ ਇਹਨਾਂ ਨੇ ਕੀਤੀ ਹੈ। ਔਰ ਲੜਕੀਆਂ ਦਾ ਅਸੀਂ ਕਹਿੰਦੇ ਧੀਆਂ ਭੈਣਾਂ ਦਾ ਉੱਥੋਂ ਤੁਰਨਾ ਲੰਘਣਾ, ਕਾਰ 'ਚ ਬੈਠੀ ਕੋਈ ਲੜਕੀ ਹੈਗੀ ਉਹਦੇ ਬਾਰੇ ਗਲਤ ਬਕਵਾਸ ਕਰ ਰਹੇ ਨੇ। ਪਰਮਾਤਮਾ ਸਮਤ ਬਖਸ਼ੇ ਜੀ ਇਹ ਲੋਕਾਂ ਨੂੰ। ਅਜਿਹੀਆਂ ਹਰਕਤਾਂ ਜੇ ਕਿਤੇ ਇਹ ਆ ਕੇ ਇੱਥੇ ਸੈਟਲ ਹੋਇਆ ਕਿਸੇ ਹੋਰ ਕੰਟਰੀ ਤੋਂ ਤਾਂ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ। ਜੇ ਇੱਥੋਂ ਦੇ ਹੋ ਤੁਹਾਨੂੰ ਉਦੋਂ ਵੀ ਵੱਧ ਸ਼ਰਮ ਹੋਣੀ ਚਾਹੀਦੀ ਹੈ ਕਿ ਅਜਿਹੇ ਕੰਟਰੀ 'ਚ ਆ ਕੇ ਜਿੱਥੇ ਕਿ ਤਰਨ ਹੁਣ ਤਾਂ ਬੰਦਸ਼ਾਂ ਪਿੱਛੇ ਵੀ ਘੱਟ ਨੇ।
ਇੰਡੀਆ ਵਿੱਚ ਵੀ ਘੱਟ ਨੇ ਤੇ ਇੱਥੇ ਆ ਕੇ ਅਜਿਹੀਆਂ ਗੱਲਾਂ ਕਰਨੀਆਂ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਜੀ। ਗੁਰਜੀਤ ਸਿੰਘ ਭੁੱਲਰ ਜੀ ਦੀ ਫੇਸਬੁੱਕ ਪੇਜ ਤੋਂ ਜਿਹੜੀ ਆ ਇਸ ਘਟਨਾ ਦੇ ਬਾਰੇ ਵਿੱਚ ਪਤਾ ਲੱਗਿਆ ਸੀ। ਉਹਨਾਂ ਨੇ ਖੁਦ ਕਿਹਾ ਕਿ ਜਦੋਂ ਉਹ ਅੱਗੇ ਵੱਧ ਕੇ ਪਹਿਲਾਂ ਇਹਨਾਂ ਦੀ ਵੀਡੀਓ ਬਣਾਉਣ ਲੱਗ ਗਏ ਸੀ ਤੇ ਮੁੰਡਿਆਂ ਨੇ ਖੁਦ ਉਹਨਾਂ ਨੂੰ ਤੰਜ ਕੱਸਿਆ ਕਿ ਉੱਥੇ ਕੀ ਕਰ ਰਹੇ ਹੋ ਤੁਸੀਂ, ਅੱਗੇ ਆ ਕੇ ਸਾਡੀ ਵੀਡੀਓ ਬਣਾਓ, ਜੇ ਬਣਾਉਣੀ ਆ। ਜਦੋਂ ਅੱਗੇ ਜਾ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉੱਥੋਂ ਕੰਧ ਤੋਂ ਛਾਲਾ ਮਾਰ ਕੇ ਭੱਜ ਜਾਂਦੇ ਨੇ। ਇਹਨਾਂ ਦਾ ਕੀ ਕੰਮ ਸੀ ਜੀ, ਬੈਠੇ ਉੱਥੇ ਕੰਧਾਂ ਦੇ ਉੱਤੇ ਬੈਠੇ ਆਉਂਦੀਆਂ ਜਾਂਦੀਆਂ ਕੁੜੀਆਂ ਦੇ ਉੱਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਿੱਚ ਕਮੈਂਟ ਕਰਦੇ ਸੀ। ਕੁੜੀਆਂ ਦਾ ਲੰਘਣਾ ਉੱਥੋਂ ਔਖਾ ਹੋ ਗਿਆ ਸੀ। ਕੋਈ ਕਾਰ ਦੇ ਵਿੱਚੋਂ ਵੀ ਲੰਘੀ ਜਾਂਦੀ ਆ ਉਹਦੇ ਉੱਤੇ ਵੀ ਇਹਨਾਂ ਨੇ ਕਮੈਂਟ ਕਰਨਾ। ਸੋ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕੀਤੀ ਆ। ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਜੁਟ ਚੁੱਕੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਹੋਰ ਵੀ ਕਿਸੇ ਲੜਕੀ ਦੇ ਨਾਲ ਅਜਿਹੀ ਘਟਨਾ ਵਾਪਰੀ ਹੈ ਤਾਂ ਕੇਸ ਨੰਬਰ ਵੀ ਦਿੱਤਾ ਗਿਆ, ਨਾਲ ਹੀ ਮੋਬਾਈਲ ਨੰਬਰ ਵੀ ਦਿੱਤਾ ਗਿਆ, ਫੋਨ ਨੰਬਰ ਦਿੱਤਾ ਗਿਆ, ਜਿੱਥੇ ਉਹ ਸੰਪਰਕ ਕਰਕੇ ਆਪਣੇ ਨਾਲ ਹੋਈ ਘਟਨਾ ਦੇ ਬਾਰੇ ਵਿੱਚ ਪੁਲਿਸ ਨੂੰ ਜਾਣਕਾਰੀ ਦੇ ਸਕਦੇ ਨੇ। ਸਰ ਗੱਲ ਕਰੀਏ, ਅਜਿਹੀਆਂ ਘਟਨਾਵਾਂ ਅੱਗੇ ਵੀ ਬਹੁਤ ਵਾਰ ਵਧੀਆਂ ਨੇ। ਅਸੀਂ ਇੱਥੋਂ ਦੀ ਬਰੈਂਪਟਨ ਦੀ ਗੱਲ ਕਰੀਏ, ਸ਼ੈਰੀਡਨ ਪਲਾਜ਼ਾ ਇਸ ਗੱਲ ਲਈ ਕਾਫੀ ਫੇਮਸ ਹੈ। ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਵੇਂ ਸ਼ਰੇਆਮ ਪਲਾਜ਼ਿਆਂ ਵਿੱਚ ਗੇੜੀਆਂ ਵੱਜਦੀਆਂ ਨੇ, ਪੁਲਿਸ ਇਸ ਉੱਤੇ ਨਕੇਲ ਕਸੇ। ਪੁਲਿਸ ਨੇ ਥੋੜੀ ਜਿਹੀ ਗਸ਼ਤ ਵੀ ਵਧਾਈ। ਲਾਊਡ 뮤직 ਤੁਸੀਂ ਬਿਨਾਂ ਕਿਸੇ ਮਤਲਬ ਦੇ ਜ਼ਿਆਦਾ ਹਾਈ ਵੋਲਿਊਮ ਦੇ ਵਿੱਚ 뮤직 ਨਹੀਂ ਲਗਾ ਸਕਦੇ, ਬਿਨਾਂ ਮਤਲਬ ਦੇ ਤੁਸੀਂ ਗੇੜੀਆਂ ਨਹੀਂ ਮਾਰ ਸਕਦੇ। ਕਾਫੀ ਪੁਲਿਸ ਸਟ੍ਰਿਕਟਨੈਸ ਕਰ ਰਹੀ ਆ, ਪਰ ਹੁਣ ਕਿਵੇਂ ਇਹਨਾਂ ਦੇ ਉੱਤੇ ਪੂਰਨ ਤੌਰ ਨਾਲ ਨਕੇਲ ਕਸੀ ਜਾ ਸਕਦੀ ਆ? ਤਰਨ, ਜਿਹੜੇ ਤੁਸੀਂ ਬਰੈਂਪਟਨ ਦੀ ਗੱਲ ਕੀਤੀ ਹੈ, ਇਹਦੇ ਵਿੱਚ ਵੀ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉੱਥੋਂ ਧੀਆਂ ਭੈਣਾਂ ਦਾ ਲੰਘਣਾ ਔਖਾ ਹੋ ਜਾਂਦਾ ਉਸ ਪਲਾਜ਼ੇ ਦੇ ਵਿੱਚ, ਕਿਉਂਕਿ ਥਾਂ ਥਾਂ ਤੇ ਖੜੇ ਆ। ਜੇ ਰਾਹ ਵੀ ਦੇਖੋ, ਅਸੀਂ ਇੱਥੋਂ ਦਾ ਜਿਹੜਾ ਸਿਸਟਮ ਹੈ, ਉੱਥੇ ਜੇ ਕੋਈ ਆਉਂਦਾ ਤਾਂ ਉਹਨੂੰ ਰਾਹ ਛੱਡ ਦਈਦਾ। ਵੈਸੇ ਇਹ ਵੈਸੇ ਸਿਆਣਪ ਹੈ, ਜਿੱਥੇ ਵੀ ਚਾਹੇ ਦੁਨੀਆ 'ਚ ਬੈਠੇ ਹੋ ਤੁਸੀਂ, ਜੋ ਕੋਈ ਤੁਰਿਆ ਆ ਰਿਹਾ ਤੁਸੀਂ ਰਾਹ 'ਚ ਖੜੇ ਹੋ ਤਾਂ ਪਰੇ ਹੋ ਜਾਓ, ਉਹਨੂੰ ਲੰਘਣ ਦਿਓ। ਇੱਥੇ ਅਸੀਂ ਜ਼ਰੂਰ ਇਸ ਗੱਲ ਦੀ ਇੰਡੀਆ 'ਚ ਨਹੀਂ ਪਰਵਾਹ ਕਰਦੇ ਕਈ ਥਾਵਾਂ ਤੇ, ਕਿਉਂਕਿ ਸਾਡੇ 'ਚ ਆਪਦੀ ਹਉਮੈ, ਸਾਡੀ ਆਕੜ ਇਹ ਕਹਿੰਦੀ ਹੈ ਕਿ ਮੈਂ ਇੱਥੋਂ ਪਰੇ ਨਹੀਂ ਹੋਣਾ, ਜਿਹਨੇ ਲੰਘਣਾ ਪਰੇ ਦੀ ਹੋ ਕੇ ਲੰਘ ਜਾਵੇ। ਉੱਥੋਂ ਦਾ ਹਾਲਾਤ ਐਸੇ ਨੇ, ਪਰ ਇੱਥੇ ਦੀ ਜਿਹੜੀ ਸਿਸਟਮ ਹੈਗਾ, ਤੁਸੀਂ ਚਾਹੇ ਬਾਹਰੋਂ ਆਏ ਹੋ ਚਾਹੇ ਕਿਤੋਂ ਆਏ ਹੋ, ਪਰ ਸਾਨੂੰ ਇਹ ਹਲੀਮੀ ਚ ਰਹਿਣਾ ਸਿਖਾਉਂਦਾ। ਤੁਸੀਂ ਰਾਹ ਦੇਣਾ ਬਣਦਾ ਹੈ, ਤੇ ਜਿਹੜਾ ਨਹੀਂ ਰਾਹ ਦਿੰਦੇ, ਇਸ ਗੱਲ ਤੇ ਲੋਕਾਂ ਦੀ ਸ਼ਿਕਾਇਤ ਆਈ ਸੀ। ਔਰ ਇਸੇ ਕਰਕੇ ਪਿਛਲੇ ਕੁਝ ਹਫ਼ਤਿਆਂ ਤੋਂ ਪੁਲਿਸ ਦੀ ਜਿਹੜੀ ਹੈਗੀ ਆ ਉਸ ਏਰੀਏ 'ਚ ਗਸ਼ਤ ਜ਼ਿਆਦਾ ਵਧੀ ਹੋਈ ਹੈ, ਔਰ ਕਈਆਂ ਨੂੰ ਫਾਈਨ ਕੀਤੇ ਗਏ ਨੇ, ਕਈਆਂ ਕਾਰਾਂ ਨੂੰ ਫਾਈਨ ਕੀਤੇ ਗਏ, ਲਾਊਡ 뮤직 ਵਾਲਿਆਂ ਨੂੰ ਫਾਈਨ ਕੀਤੇ ਗਏ ਨੇ। ਹੋਰ ਫੇਰ ਨਹੀਂ ਸੰਗ ਹੈ। ਸੋਚਣ ਵਾਲੀ ਗੱਲ ਇਹ ਹੈ ਤਾਂ ਹੁਣ ਜਿਹੜੇ ਆ ਖੜੇ ਨੇ, ਪਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ, ਉਹਨਾਂ ਦਾ ਮੈਂ ਹੌਸਲਾ ਦਾਅ ਦਿੰਦਾ ਜਿਨ੍ਹਾਂ ਨੇ ਉਹਨਾਂ ਦੀ ਫੋਟੋ ਖਿੱਚ ਕੇ ਪਾਈ ਹੈ, ਪਰ ਫਿਰ ਵੀ ਮੈਂ ਬਾਕੀਆਂ ਨੂੰ ਸਲਾਹ ਦੇਵਾਂਗਾ ਕਿ ਜੋ ਕੋਈ ਐਸੀ ਗੱਲ ਚੈਲੰਜ ਹੁੰਦਾ ਤਾਂ ਨੇੜੇ ਨਹੀਂ ਜਾਣਾ ਚਾਹੀਦਾ। ਸਰ ਉਹੀ ਗੱਲ ਹੈ ਕਿ ਜਦੋਂ ਇੱਥੇ ਆਉਣਾ ਹੁੰਦਾ ਉਸ ਵੇਲੇ ਕਿੰਨੇ ਸੁਪਨੇ ਸੰਜੋ ਕੇ ਆਉਂਦੇ ਨੇ, ਕਿੰਨੀਆਂ ਉਮੀਦਾਂ ਲੈ ਕੇ ਆਉਂਦੇ ਨੇ, ਪੇਰੈਂਟਸ ਵੀ ਕਰਜ਼ੇ ਚੁੱਕ ਚੁੱਕ ਕੇ ਭੇਜਦੇ ਨੇ। ਇੱਥੇ ਇੱਕ ਵਾਰੀ ਆ ਗਏ, PR ਲੈ ਲਈ, ਸੈੱਟ ਹੋ ਗਿਆ, ਅਜਿਹੀਆਂ ਕਿਹੜੀਆਂ ਮੱਲਾਂ ਮਾਰ ਲਈਆਂ ਕਿ ਅਜਿਹੇ ਕੰਮਾਂ ਵਿੱਚ ਤੁਸੀਂ ਪੈ ਜਾਂਦੇ ਹੋ। ਉਹ ਸਾਰਾ ਸੰਘਰਸ਼ ਆਪਣਾ, ਆਪਣੇ ਪੇਰੈਂਟਸ ਦਾ ਸਭ ਕੁਝ ਭੁਲਾ ਲਿਆ ਜਾਂਦਾ ਕਿ ਕਿਸ ਤਰੀਕੇ ਨਾਲ ਇੱਥੇ ਪਹੁੰਚੇ ਸੀ। ਮੁੜ ਕੇ ਪੁਲਿਸ ਡਿਪੋਰਟ ਕਰਨ ਵੇਲੇ ਵੀ 1 ਮਿੰਟ ਨਹੀਂ ਲਾਉਂਦੀ। ਅਜਿਹੇ ਲੋਕਾਂ ਨੂੰ ਆਪਣੇ ਮਾਪਿਆਂ ਦੀ ਕੋਈ ਸ਼ਰਮ ਨਹੀਂ, ਇੱਥੋਂ ਦੀ ਸੁਸਾਇਟੀ ਦੀ ਕੋਈ ਸ਼ਰਮ ਨਹੀਂ। ਇਹਨਾਂ ਨੂੰ ਇਹ ਨਹੀਂ ਪਤਾ ਤੁਹਾਡੀ ਕੋਈ ਧੀ ਭੈਣ ਪਿੱਛੇ ਵੀ ਹੈਗੀ ਆ। ਕਈ ਐਸੇ ਤਾਂ ਮੈਂ ਵਾਰੇ ਜਾਣਾ ਜਿਹੀਆਂ ਲੋਕਾਂ ਦੇ ਸੋਚਦੇ ਵੀ ਮੇਰੇ ਤਾਂ ਭੈਣੇ ਨਹੀਂ ਜੀ ਕੋਈ। ਕੀ ਗੱਲ ਭਾਈ, ਤੇਰੀ ਮਦਰ ਤਾਂ ਹੈ, ਤੇਰੀ ਦਾਦੀ ਹੈ, ਤੇਰੀ ਕੋਈ ਕਜ਼ਨ ਤਾਂ ਹੈ, ਕੁਛ ਤਾਂ ਤੁਹਾਡੇ ਪਰਿਵਾਰ 'ਚ ਔਰਤਾਂ ਤਾਂ ਹੈਗੀਆਂ ਨੇ। ਤੈਨੂੰ ਸ਼ਰਮ ਨਹੀਂ ਆਉਂਦੀ? ਤੈਨੂੰ ਪੈਦਾ ਕਿਹਨੇ ਕੀਤਾ? ਅਜਿਹੀ ਸੋਚਣੀ। ਫਿਰ ਕੱਲ ਨੂੰ ਭਾਈ ਤੇਰਾ ਵਿਆਹ ਹੋਣਾ, ਉਹ ਵੀ ਔਰਤ ਹੈ, ਉਹ ਕਿਸੇ ਦੀ ਬੇਟੀ ਹੈ। ਕੁਛ ਤਾਂ ਸ਼ਰਮ ਕਰੋ। ਜੋ ਕੁਛ ਸਮਝ ਕੇ ਚੱਲਦੇ ਆ, ਇਹਦੇ ਬਾਰੇ ਜਿਹੜਾ ਵੀ ਹੋਰ ਜਿਵੇਂ ਪੁਲਿਸ ਦੀ ਗੱਲ ਹੋਈ ਆ, ਕਿਸੇ ਹੋਰ ਕੋਈ ਘਟਨਾਵਾਂ ਜੇ ਵਾਪਰੀਆਂ ਨੇ ਤਾਂ ਪਲੀਜ਼ ਪੁਲਿਸ ਨੂੰ ਕੰਟੈਕਟ ਕੀਤਾ ਜਾਵੇ। ਜੇ ਆਪਣੇ ਬਰੈਂਪਟਨ ਜਾਂ ਕਿਸੇ ਹੋਰ ਜਗ੍ਹਾ ਤੇ ਤੁਸੀਂ ਕੁਝ ਜਾਣਦੇ ਹੋ, ਜੇ ਤੁਸੀਂ ਇਸ ਖਬਰ 'ਚ ਹਿੱਸਾ ਪਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ ਬਿਨਾਂ ਨਾਂ ਲੈਣ ਤੋਂ ਜੀ ਕਿੱਥੇ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਤੇ ਉਹਨੂੰ ਕਿਵੇਂ ਸੋਲਵ ਕੀਤਾ ਜਾ ਸਕਦਾ। ਬਿਲਕੁਲ ਸਰ, ਜਿਵੇਂ ਗੱਲ ਕਰਦੇ ਆ ਪੇਰੈਂਟਸ, ਖਾਸ ਤੌਰ ਤੇ ਕੁੜੀਆਂ ਦੇ ਪੇਰੈਂਟਸ ਦੀ ਗੱਲ ਕਰੀਏ, ਮਾਪਿਆਂ ਦੀ ਗੱਲ ਕਰੀਏ, ਇਹਨਾਂ ਮੁਲਕਾਂ 'ਚ ਭੇਜਦੇ ਨੇ ਕੁੜੀਆਂ ਨੂੰ। ਤੁਸੀਂ ਦੇਖੋ ਕਿ ਪੰਜਾਬ ਦੀ ਗੱਲ ਕਰੀਏ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਕਿਤੇ ਜੌਬ ਕਰਨ ਲਈ ਇੰਨੀ ਈਜ਼ੀਲੀ ਨਹੀਂ ਭੇਜਦੇ, ਮੰਨਦੇ ਨਹੀਂ ਹੈਗੇ, ਕਿਉਂਕਿ ਉੱਥੇ ਦਾ ਮਾਹੌਲ ਇਹ ਜਾ ਕੇ ਇਕੱਲੀ ਕੁੜੀ ਰਾਤ ਨੂੰ ਨਿਕਲ ਨਹੀਂ ਸਕਦੀ। ਉਹ ਕੈਨੇਡਾ ਭੇਜਣ ਲਈ ਰਾਜ਼ੀ ਹੋ ਜਾਂਦੇ ਨੇ, 7 ਸਮੁੰਦਰੋਂ ਪਾਰ ਭੇਜਣ ਲਈ ਰਾਜ਼ੀ ਹੋ ਜਾਂਦੇ ਨੇ, ਕਿਉਂਕਿ ਪਤਾ ਹੈ ਕਿ ਇੱਥੇ ਕੁੜੀਆਂ ਸੁਰੱਖਿਅਤ ਨੇ। ਇੱਥੋਂ ਦੀ ਪੁਲਿਸ ਜਿਹੜੀ ਆ ਕਾਰਵਾਈ ਕਰਦੀ ਹੈ ਤੇ ਕੁੜੀਆਂ ਇੱਥੇ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੀਆਂ ਨੇ। ਪਰ ਜਿਸ ਤਰੀਕੇ ਦੇ ਐਵੇਂ ਦੇ ਹੁਣ ਇਨਸੀਡੈਂਟਸ ਹੋ ਰਹੇ ਆ, ਪਿੱਛੇ ਬੈਠੇ ਮਾਪਿਆਂ ਨੂੰ ਵੀ ਚਿੰਤਾ ਹੋ ਰਹੀ ਹੈ ਕਿ ਕੁੜੀਆਂ ਸਾਡੀਆਂ ਉੱਥੇ ਸੇਫ ਹੈਗੀਆਂ ਨੇ ਜਾਂ ਨਹੀਂ ਹੈਗੀਆਂ। ਰਾਤ ਬਰਾਤੇ ਇੱਥੇ ਨਾਈਟ ਸ਼ਿਫਟਸ ਦਾ ਵੀ ਰਿਵਾਜ ਹੈ। ਕੁੜੀਆਂ ਰਾਤ ਨੂੰ 12-1 ਵਜੇ ਕੰਮਾਂ ਕਾਰਾਂ ਤੋਂ ਪਰਤਦੀਆਂ ਨੇ, ਇੱਥੇ ਵਾਪਸ ਆਉਂਦੀਆਂ ਨੇ। ਪਹਿਲਾਂ ਸਰ ਮੈਂ ਜਦੋਂ ਆਈ ਆ ਉਦੋਂ ਮੈਨੂੰ ਕੋਈ ਡਰ ਨਹੀਂ ਹੁੰਦਾ ਸੀ ਕਿ ਮੈਂ ਰਾਤ ਨੂੰ ਜਾਵਾਂ, ਨਿਕਲਾਂ, ਕੁਝ ਵੀ ਕਰਾਂ। ਪਰ ਅੱਜ ਦੇ ਸਮੇਂ ਵਿੱਚ 10-10:30 ਵਜੇ ਮੈਂ ਸੈਰ ਤੇ ਜਾਣ ਲੱਗੀ ਵੀ ਇਹ ਸੋਚ ਕੇ ਨਿਕਲਦੀ ਆ ਕਿ ਮੈਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ, ਰਾਤ ਬਰਾਤੇ ਕੋਈ ਇਹੋ ਜਿਹਾ ਇਨਸੀਡੈਂਟ ਹੋ ਗਿਆ ਤਾਂ। ਅਜੇ ਵੀ ਇਹ ਕੰਟਰੀ ਸੇਫ ਹੈ, ਬਰੈਂਪਟਨ ਦਾ ਏਰੀਆ ਸੇਫ ਹੈ, ਕੈਲਗਰੀ ਸਾਰੇ ਸੇਫ ਨੇ, ਕੋਈ ਐਸੀ ਗੱਲ ਹੈ ਨਹੀਂ ਗੀ। ਪਰ
ਇੱਕ ਦੋ ਘਟਨਾਵਾਂ ਹੁੰਦੀਆਂ ਨੇ, ਰਹਿੰਦੀ ਖੂੰਦੀ ਕਸਰ, ਸੌਰੀ ਟੂ ਕਿਸੇ ਨੂੰ ਚੰਗੀ ਨਾ ਲੱਗੇ, ਸਾਡੇ ਕੁਝ % ਮੀਡੀਆਕਾਰਾਂ ਨੇ ਜਿਹੜੀਆਂ ਸਟੂਡੈਂਟਸ ਲੜਕੀਆਂ ਆਈਆਂ ਹੋਈਆਂ ਨੇ ਇੱਥੇ ਮਿਹਨਤ ਕਰਨ ਵਾਸਤੇ ਆਈਆਂ ਨੇ, ਆਪਣਾ ਫਿਊਚਰ ਬਣਾਉਣ ਵਾਸਤੇ ਆਈਆਂ ਨੇ, ਈਵਨ ਲੜਕੇ ਵੀ ਆਏ ਹੋਏ ਨੇ। ਖਾਸ ਕਰਕੇ ਲੜਕੀਆਂ ਬਾਰੇ ਉਹਨਾਂ ਨੇ ਬਹੁਤ ਗਲਤ ਪ੍ਰਚਾਰ ਕੀਤਾ ਹੈਗਾ, ਜਿਹੜਾ ਕਿ ਸੁਣ ਕੇ ਵੀ ਦੁੱਖ ਹੁੰਦਾ। ਤੇ ਇੱਕ ਗੱਲ ਹੋਰ ਹੈ ਕਿ ਜਿਹੜੇ ਅਜਿਹਾ ਕੁਝ ਸੁਣ ਕੇ ਉਹਦਾ ਸਵਾਦ ਲੈਂਦੇ ਆ, ਪਲੀਜ਼ ਇਉਂ ਨਾ ਕਰਿਆ ਕਰੋ। ਸਾਡੀਆਂ ਵੀ ਧੀਆਂ ਭੈਣਾਂ ਘਰੇ ਬੈਠੀਆਂ ਨੇ, ਤੁਸੀਂ ਇੱਕ ਦੋ ਦੁੱਕਾ ਜਿਹੜੇ ਮੀਡੀਆਕਾਰ ਹੈਗੇ ਆ ਗਲਤ ਪਾਸੇ ਨੂੰ ਲੈ ਜਾ ਰਹੇ, ਸਾਡੀ ਸੁਸਾਇਟੀ ਦੀ ਜਿਹੜੀ ਛਵੀ ਹੈ ਗਲਤ ਪ੍ਰਮੋਟ ਕਰ ਰਹੇ ਨੇ, ਸਿਰਫ ਆਪਦੀ ਫੋਕੀ ਨੰਬਰ ਵਧਾਉਣ ਵਾਸਤੇ। ਹਾਲਾਂਕਿ ਨੰਬਰ ਵੱਧਦੇ ਨਹੀਂ ਹੈ, ਇਸ ਤਰ੍ਹਾਂ ਨੰਬਰ ਘਟਦੇ ਹੁੰਦੇ ਆ। ਪਰ ਕਈਆਂ ਲੋਕਾਂ ਦੀ ਜਿਹੋ ਜਿਹੀ ਜ਼ਹਿਨੀਅਤ ਹੈਗੀ ਆ, ਜੇ ਗੰਦੀ ਨਾਲੇ ਵਾਲੀ ਜ਼ਹਿਨੀਅਤ ਹੈਗੀ ਆ, ਉਹ ਅਜਿਹੇ ਕੰਮ ਕਰਦੇ ਨੇ। ਮੈਂ ਇਹ ਵੀ ਰਿਕਮੈਂਡ ਕਰਾਂਗਾ ਕਿ ਪਲੀਜ਼ ਉਹਨਾਂ ਨੂੰ ਤੁਸੀਂ ਸਮਝਾਓ, ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੋ, ਕੋਈ ਚੰਗੀ ਚੀਜ਼ ਲੈ ਕੇ ਆਓ, ਕੋਈ ਜਿਹੜੀ ਸੁਸਾਇਟੀ ਨੂੰ ਕੋਈ ਫਾਇਦਾ ਦੇ ਸਕੇ। ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਕੀਤੀ ਹੈ ਚੰਗੀ ਚੀਜ਼ ਲੈ ਕੇ ਆਓ, ਮੈਂ ਪੇਰੈਂਟਸ ਦੇ ਰੋਲ ਦੀ ਇੱਥੇ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ। ਬੀਇੰਗ ਅ ਪੇਰੈਂਟ, ਪੇਰੈਂਟਸ ਦੀ ਕਿੰਨੀ ਕੁ ਭੂਮਿਕਾ ਹੁੰਦੀ ਹੈ? ਕਿਉਂਕਿ ਇਹ ਨਹੀਂ ਹੈ ਕਿ ਸਿਰਫ ਮੁੰਡੇ ਹੀ ਅਜਿਹੀਆਂ ਹਰਕਤਾਂ ਕਰਦੇ ਨੇ, ਕੁਝ ਹੱਦ ਤੱਕ ਭਾਵੇਂ ਬਹੁਤ ਗਿਣਤੀ ਘੱਟ ਆ, ਕੁੜੀਆਂ ਵੀ ਅਜਿਹੇ ਮਾਮਲੇ ਕਰਦੇ, ਕਈ ਪਾਈਆਂ ਗਈਆਂ ਨੇ, ਚਾਹੇ ਉਹ ਬ੍ਰੈਂਪਟਨ ਹੋਵੇ, ਚਾਹੇ ਉਹ ਪੰਜਾਬ ਦੀ ਗੱਲ ਹੋਵੇ, ਕੁੜੀਆਂ ਵੀ ਏਦਾਂ ਕਾਰਾਂ ਦੇ ਵਿੱਚ ਲਾਊਡ 뮤직 ਲਗਾ ਕੇ ਗੇੜੀਆਂ ਮਾਰਦੀਆਂ ਰਹੀਆਂ ਨੇ। ਪੇਰੈਂਟਸ ਦੀ ਡਿਊਟੀ ਇੱਥੇ ਕਿੰਨੀ ਕੁ ਇੰਪੋਰਟੈਂਟ ਹੈਗੀ ਹੈ? ਪੇਰੈਂਟਸ ਦੀ ਤਾਂ ਤਰਨ ਹਮੇਸ਼ਾ ਹੀ ਡਿਊਟੀ ਰਹਿੰਦੀ ਹੈ, ਚਾਹੇ ਇੱਥੇ ਹੈ ਚਾਹੇ ਉੱਥੇ ਹੈ। ਪੇਰੈਂਟਸ ਇਹ ਕਿਉਂ ਹੁੰਦਾ? ਤੁਹਾਡੇ ਘਰ ਦੇ ਹਾਲਾਤ ਕੈਸੇ ਨੇ, ਤੁਹਾਨੂੰ ਉੱਥੋਂ ਸਿੱਖਿਆਵਾਂ ਕੀ ਦਿੱਤੀਆਂ ਗਈਆਂ ਨੇ। ਮੈਂ ਆਪਦੀ ਗੱਲ ਦੱਸਦਾ, ਮੈਂ ਆਪਦੇ ਆਪ ਨੂੰ ਹਰੀਸ਼ ਚੰਦਰ ਨਹੀਂ ਹਾਂ, ਪਰ ਮੋਸਟਲੀ ਜਿਹੜਾ ਮੈਂ ਪਾਠ ਕੰਠ ਕੀਤਾ ਉਹ ਇਸ ਕਰਕੇ ਹੋਇਆ ਕਿ ਸਾਡੇ ਘਰੇ ਪਾਠ ਹੁੰਦਾ ਸੀ। ਘਰ ਦੇ ਵਿੱਚ ਜਿਹੜਾ ਕੁਝ ਹੁੰਦਾ ਤਾਂ ਬੱਚਾ ਉਸ ਚੀਜ਼ ਨੂੰ ਫੋਲੋ ਕਰਦਾ, ਛੇਤੀ ਕਰਦਾ। ਮੈਂ ਆਪਦੀ ਐਗਜ਼ਾਮਪਲ ਤਾਂ ਦੇ ਕੇ ਮੈਨੂੰ ਥੋੜਾ ਸੌਖਾ ਹੈ। ਜੇ ਤੁਸੀਂ ਘਰ ਦੇ ਵਿੱਚ ਅਜਿਹੇ ਹਾਲਾਤ ਕ੍ਰੀਏਟ ਕੀਤੇ ਹੋਏ ਨੇ ਕਿ ਬੱਚਾ ਤੁਹਾਡਾ ਅਕਸ ਬਾਹਰ ਲੈ ਕੇ ਜਾ ਰਿਹਾ, ਤੁਸੀਂ ਬੱਚੇ ਨੂੰ ਇਸ ਗੱਲ ਵਾਸਤੇ ਤਿਆਰ ਹੀ ਨਹੀਂ ਕੀਤਾ ਕਿ ਬਾਹਰ ਤੁਸੀਂ ਕੀ ਕਰਨਾ, ਕਿਵੇਂ ਤੁਸੀਂ ਸੁਸਾਇਟੀ ਦੇ ਵਿੱਚ ਵਿਚਰਨਾ। ਜਾਂ ਜਿਹੜੀ ਇਹ ਹਉਮੈ ਹੈ ਨਾ, ਹਉਮੈ ਬਹੁਤ ਤੰਗ ਕਰਦੀ ਹੈ ਵੀ ਮੈਂ ਤਾਂ ਐਂ ਵੀ ਕਰ ਸਕਦਾ, ਮੈਂ ਐਂ ਵੀ ਕਰ ਸਕਦਾ। ਏਡੀ ਕੋਈ ਵੱਡੀ ਗੱਲ ਨਹੀਂ, ਨੁੱਕਰਾਂ ਭੁਰਨ ਨੂੰ ਮਿੰਟ ਲੱਗਦਾ। ਬੜਾ ਹੰਕਾਰ ਜਿਹੜੇ ਲੋਕ ਕਰਦੇ ਫਿਰਦੇ ਆ। ਇੱਕ ਹੰਕਾਰ ਦੀ ਗੱਲ ਹੋਰ ਤਰ੍ਹਾਂ, ਤੁਸੀਂ ਹੰਕਾਰ ਐਸੀ ਚੀਜ਼ ਹੈ ਜਿਹੜਾ ਹਮੇਸ਼ਾ ਆਪਦੇ ਤੋਂ ਉੱਪਰ ਲੈਵਲ ਦੇ ਪਾਸੇ ਨੂੰ ਜਾਂਦਾ, ਹੇਠਾਂ ਵਾਲੇ ਪਾਸੇ ਨੂੰ ਨਹੀਂ ਆਊਗਾ। ਉਹ ਹੰਕਾਰ ਹੈ ਜਿਹੜਾ ਅਜਿਹੀਆਂ ਗੱਲਾਂ ਹੁੰਦੀਆਂ ਨੇ ਤਾਂ ਹੀ ਘਟਨਾਵਾਂ ਵਾਪਰਦੀਆਂ ਨੇ। ਸੋ ਪਲੀਜ਼, ਆਪਾਂ ਕੌਣ ਹੁੰਦੇ ਆ ਪੇਰੈਂਟਸ ਨੂੰ ਕਹਿਣਾ ਬੜੇ, ਪਰ ਪੇਰੈਂਟਸ ਨੂੰ ਵੀ ਇਹ ਚਾਹੀਦਾ ਕਿ ਕਿਸੇ ਨਾ ਕਿਸੇ ਹਿਸਾਬ 'ਚ ਬੱਚਿਆਂ ਨੂੰ ਇਸ ਹਿਸਾਬ 'ਚ ਸਮਝਾ ਕੇ ਭੇਜਿਆ ਜਾਵੇ ਕਿ ਲਾਈਨ ਨਾ ਕ੍ਰਾਸ ਕੀਤੀ ਜਾਵੇ। ਬਿਲਕੁਲ। ਤੇ ਉੱਥੇ ਦੂਜੇ ਪਾਸੇ ਸਰਕਾਰ ਨੂੰ ਵੀ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਜਿਹੜੇ ਇਹਨਾਂ ਨਿਯਮਾਂ ਦੇ ਵਿੱਚ ਥੋੜੀ ਸਖਤੀ ਜ਼ਰੂਰ ਕੀਤੀ ਜਾਵੇ। ਜੋ ਵੀ ਇਸ ਤਰ੍ਹਾਂ ਦੇ ਹਰਕਤਾਂ ਕਰਦਾ ਹੋਇਆ ਪਾਇਆ ਜਾਂਦਾ ਉਸ ਨੂੰ ਸਿੱਧਾ ਡਿਪੋਰਟ ਕੀਤਾ ਜਾਵੇ, ਤਾਂ ਕਿ ਦੂਸਰਿਆਂ ਨੂੰ ਵੀ ਕੰਨ ਹੋਵੇ ਤੇ ਇਸ ਦੇਸ਼ ਦਾ ਜੋ ਵਧੀਆ ਮਾਹੌਲ ਹੈ ਉਹ ਵਿਗੜੇ ਨਾ। ਉਦੋਂ ਫਿਰ ਹਿਊਮਨ ਰਾਈਟਸ ਆ ਜਾਂਦੇ ਆ ਤਰਨ, ਬਹੁਤ ਕੁਝ ਕਰਨ ਨੂੰ ਫਿਰਦਾ, ਸਰਕਾਰਾਂ ਬੜਾ ਕੁਝ ਕਰਨ ਨੂੰ ਫਿਰਦੀਆਂ ਨੇ, ਪਰ ਜਦੋਂ ਹੀ ਹਿਊਮਨ ਰਾਈਟਸ ਵਾਲਾ ਜਦੋਂ ਸਵਾਲ ਆ ਖੜਦਾ ਉਹ ਝੜਕਾ ਆ ਪੈਂਦਾ ਹੈਗਾ। ਪਰ ਸਖਤੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਜੇ ਪਹਿਲੇ 2 ਸਾਲ 3 ਸਾਲ 4 ਸਾਲ 5 ਸਾਲ ਦੇ ਵਿੱਚ ਕੁਝ ਹੋ ਜਾਂਦਾ ਤਾਂ ਤੁਹਾਨੂੰ ਵਾਪਸ ਮੋੜ ਦੇਣਗੇ। 50 ਸਾਲ ਦੇ ਬੰਦੇ ਤੇ ਫਿਰ ਕੰਧਾ ਪੈ ਜਾਂਦਾ, ਉਹ ਸਿੱਖ ਜਾਂਦਾ ਕਿ ਕਰਨਾ ਕੀ ਹੈ ਤੇ ਮੈਨੂੰ ਕਰਨਾ ਨਹੀਂ ਕਰਨਾ ਚਾਹੀਦਾ। ਇੰਨੀ ਜ਼ਰੂਰ ਕੁਛ ਨਾ ਕੁਛ ਨਵਾਂ ਕਾਨੂੰਨ ਬਣਨਾ ਚਾਹੀਦਾ ਤਰਨ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਵੀ ਇਸ ਨਾਲ ਥੋੜੀ ਜਿਹੀ ਸੰਬੰਧਿਤ ਹੈਗੀ ਆ। ਅਸੀਂ ਗੱਲ ਕਰਦੇ ਹਾਂ ਆਪਣੀ ਕਮਿਊਨਿਟੀ ਦੀ। ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਵੀ ਇਹ ਜਿਹੀਆਂ ਐਗਜ਼ਾਮਪਲਸ ਪਾਈਆਂ ਜਾਂਦੀਆਂ ਨੇ। BC ਦੇ ਐਕਸ MLA ਦੇ ਬੇਟੇ ਨੂੰ ਜਿਹੜਾ ਆ ਉਹਨੂੰ ਜੀ ਇਸ ਵਕਤ ਉਹਦੇ ਲਈ ਵਾਰੰਟ ਇਸ਼ੂ ਹੋ ਚੁੱਕੇ ਨੇ। ਉਹ ਵੀ ਅਜਿਹੇ ਹੀ ਮਾਮਲੇ 'ਚ ਪਾਇਆ ਗਿਆ, ਸੈਕਸ਼ੂਅਲ ਅਸੌਲਟ ਦੇ ਮਾਮਲੇ ਦੇ ਵਿੱਚ। ਸਰ ਇੱਥੇ ਰਾਜਨੀਤੀ ਦੀ ਗੱਲ ਕੀਤੀ ਜਾਵੇ, ਆਪਣੀ ਪਹੁੰਚ ਇਸਤੇਮਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਉਹਦੇ ਅਗੇਂਸਟ ਵਾਰੰਟ ਜਿਹੜੇ ਇਸ਼ੂ ਕਰ ਦਿੱਤੇ ਗਏ ਨੇ। ਇਹ ਲੜਕੇ ਦੀ ਮਦਰ ਜੂਡੀ ਤਾਇਬ ਜੀ ਹੈ ਜੀ, ਇਹ ਕਲਕੱਤੇ ਦੀ ਬੋਰਨ ਹੈ ਜੀ, ਔਰ ਇਹ MLA ਬਣੀ ਸੀਗੀ ਜੀ BC ਦੇ ਵਿੱਚ, ਸਭ ਤੋਂ ਛੋਟੀ ਉਮਰ ਦੀ MLA ਬਣੀ ਸੀਗੀ। ਤੇ ਉਸ ਤੋਂ ਮਗਰੋਂ ਇਸ ਦਾ ਜਿਹੜਾ ਗੋਰਡਨ ਕੈਂਪਲ ਸੀਗੇ ਆਪੋਜੀਸ਼ਨ ਦੇ ਲੀਡਰ ਸਨ, ਉਹਨਾਂ ਨਾਲ ਇਹਦਾ ਵਿਆਹ ਹੋ ਗਿਆ ਸੀਗਾ। ਪਰ ਇਹਦਾ ਲੜਕਾ ਜੀ ਉਹਦੇ 'ਚ ਹੁਣ ਇਹ ਗਲਤ ਕਿਸਮ ਦਾ ਵਿਵਹਾਰ ਕਰਨ ਦੇ ਦੋਸ਼ ਲੱਗੇ ਨੇ ਜੀ, ਤੇ ਪੁਲਿਸ ਇਹਨੂੰ ਫੜਨਾ ਚਾਹੁੰਦੀ ਹੈ। ਇਹਦੇ ਬਾਰੇ ਵਾਰੰਟ ਵੀ ਇਸ਼ੂ ਹੋਏ ਨੇ। ਤੁਸੀਂ ਉਹ ਦੇਖੋ ਵੀ MLA ਦਾ ਲੜਕਾ ਹੋਣਾ ਕੋਈ ਮਾਇਨੇ ਨਹੀਂ ਰਖਾਉਂਦਾ। ਇਹਦੇ ਤੇ ਉਹੀ ਅੱਗੇ ਵੀ ਇੱਕ ਵਾਰੀ ਇਹ ਨਾ ਡਰੱਗ ਦੇ ਕੇਸ ਵਿੱਚ ਫੜਿਆ ਹੈ, ਉਹਦੇ ਵਿੱਚ ਵੀ ਇਹਨੂੰ ਸਜ਼ਾ ਹੋ ਚੁੱਕੀ ਹੋਈ ਹੈ। ਇਹਦਾ ਦੂਸਰਾ ਕੇਸ ਹੈਗਾ। ਜੇ ਆਪਾਂ ਕੰਪੈਰੀਜ਼ਨ ਕਰੀਏ ਪਿੱਛੇ, ਉੱਥੇ MLA ਤਾਂ ਛੱਡੋ ਪਰੇ, MLA ਦੇ ਜਿਹੜੇ ਹੋਰ ਅਗਲੇ ਅਰਦਲੀ ਉਹੀ ਨਹੀਂ ਮਾਨ ਹੁੰਦੇ ਕਿ ਉਹਨਾਂ ਨੂੰ ਵੀ ਕੁਝ ਕੀਤਾ ਜਾ ਸਕੇ। ਸਮਵੇਤ ਸੈਣੀ ਨਹੀਂ ਫੜ ਹੋਇਆ ਹੁਣ ਤੱਕ, ਦੇਖੋ ਕਿੰਨੀ ਵੱਡੀ ਗੱਲ ਹੈਗੀ ਹੈ। ਸਮਵੇਤ ਸੈਣੀ ਦੇ ਵਾਰੰਟ ਇਸ਼ੂ ਹੋਏ ਨੇ, ਸਮਵੇਤ ਸੈਣੀ ਨੂੰ ਫੜਿਆ ਨਹੀਂ ਜਾ ਸਕਿਆ। ਸਮਵੇਤ ਸੈਣੀ ਜਦੋਂ ਫੜਦਾ ਹੁੰਦਾ ਸੀ ਤਰਨ, ਉਹ ਤਾਂ ਲੋਕਾਂ ਦੇ ਪਰਿਵਾਰ ਨੂੰ ਵੀ ਨਾਲ ਲੈ ਜਾਂਦਾ ਸੀਗਾ।
ਈਵਨ ਪਸ਼ੂ ਵੀ ਘਰੋਂ ਕੱਢ ਕੇ ਲੈ ਜਾਂਦੇ ਹੁੰਦੇ ਸੀ ਕਿ ਪੁਲਿਸ ਕਰਦੀ ਸੀ। ਹੁਣ ਪੁਲਿਸ ਕਿਉਂ ਨਹੀਂ ਉਹਦੇ ਪਰਿਵਾਰ ਨੂੰ ਫੜਦੀ? ਕਿਉਂ ਨਹੀਂ ਉਹੀ ਚੀਜ਼ ਉੱਥੇ ਲਾਗੂ ਕੀਤੀ ਜਾਂਦੀ? ਕਿਉਂ? ਕਿਉਂਕਿ ਉਹ ਉਹੀ ਉੱਪਰਲੀ ਕੈਟਾਗਰੀ ਚ ਆ ਜਾਂਦੇ ਆ। ਬਿਲਕੁਲ। ਕਿਸੇ ਨੂੰ ਕਿ ਇਹ ਤੁਹਾਡਾ ਕੀ ਮਤਲਬ? ਤੁਹਾਨੂੰ ਪਤਾ ਨਹੀਂ ਕਿਸੇ ਨੂੰ ਕਿ ਸਮੀਰ ਸਿੰਘ ਕਿੱਥੇ ਬੈਠਾ? ਛਾਪੇ ਕੱਲ 2 ਥਾਵਾਂ ਤੇ ਮਾਰੇ ਗਏ ਨੇ ਤੇ 3 ਥਾਵਾਂ ਤੇ ਕਹਿ ਰਹੇ ਆ ਮਾਰੇ ਆ, ਪਤਾ ਨਹੀਂ ਉਹ ਤੋਂ ਪਹਿਲਾਂ ਕਹਿੰਦੇ ਤੂੰ ਪਰੇ ਹੋ ਜਾ। ਪਰ ਇਹ ਦੇਖੋ ਐਮਐਲਏ ਦਾ ਮੁੰਡਾ ਹੋਣ ਦੇ ਬਾਵਜੂਦ ਵੀ ਇੱਥੇ ਕੇਸ ਚੱਲੇਗਾ ਜੀ। ਬਿਲਕੁਲ। ਤੇ ਸਰ ਕੁੜੀਆਂ ਨੂੰ ਵੀ ਖਾਸ ਤੌਰ ਤੇ ਜ਼ਰੂਰ ਅਸੀਂ ਕਹਿਣਾ ਚਾਹਾਂਗੇ ਕਿ ਜਦੋਂ ਵੀ ਅਜਿਹੇ ਮਾਮਲੇ ਤੁਹਾਡੇ ਨਾਲ ਹੁੰਦੇ ਨੇ, ਚੁੱਪ ਨਾ ਰਹੋ। ਇਸ ਦੇ ਬਾਰੇ ਵਿੱਚ ਪੁਲਿਸ ਦੇ ਕੋਲ ਸ਼ਿਕਾਇਤ ਜ਼ਰੂਰ ਕਰੋ, ਇਗਨੋਰ ਨਾ ਕਰੋ ਇਸ ਗੱਲ ਨੂੰ ਕਿ ਤੁਹਾਡੇ ਨਾਲ ਕੀ ਹੋ ਰਿਹਾ। ਅੱਜ ਤੁਸੀਂ ਇਗਨੋਰ ਕਰ ਰਹੇ ਹੋ, ਕੱਲ ਨੂੰ ਫਿਰ ਇਗਨੋਰ ਕਰ ਰਹੇ ਹੋ। ਇਹ ਘਟਨਾਵਾਂ ਰੁਕਣਗੀਆਂ ਨਹੀਂ ਜਦ ਤੱਕ ਕਿ ਤੁਸੀਂ ਇਸ ਦੇ ਬਾਰੇ ਵਿੱਚ ਪੁਲਿਸ ਨੂੰ ਕੰਪਲੇਂਟ ਨਹੀਂ ਕਰਦੇ। ਕਈ ਵਾਰੀ ਸਰ ਏਦਾਂ ਹੁੰਦਾ ਹੈ ਕਿ ਪਿੱਛੋਂ ਵੀ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਅਜਿਹੇ ਮਾਮਲੇ 'ਚ ਪੈਣ ਦੀ ਲੋੜ ਨਹੀਂ ਹੈ, ਚੁੱਪ ਕਰਕੇ ਉੱਥੋਂ ਦੀ ਲੰਘ ਜਾਵੋ, ਆਪਣੀ ਚੁੱਪ ਵਿੱਚ ਹੀ ਭਲਾਈ ਹੈ। ਬਟ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੇ ਮਾਮਲੇ ਫਿਰ ਹੋਰ ਜ਼ਿਆਦਾ ਪ੍ਰਵੋਕ ਹੁੰਦੇ ਆ ਜਦੋਂ ਇਸ ਮਾਮਲੇ ਵਿੱਚ ਕੁੜੀਆਂ ਵੀ ਨਹੀਂ ਕੁਝ ਬੋਲਦੀਆਂ? ਆਈ ਐਗਰੀ ਵਿਦ 100%। ਪਰ ਇੱਥੋਂ ਦਾ ਫਰਕ ਹੈ, ਮੈਂ ਜਿਹੜੀਆਂ ਲੜਕੀਆਂ ਇੰਡੀਆ ਤੋਂ ਆਈਆਂ ਨੇ, ਪੜ੍ਹਨ ਵਾਸਤੇ ਆਈਆਂ ਨੇ, ਨਵੀਆਂ ਆਈਆਂ ਨੇ, ਜੌਬ ਕਰ ਰਹੀਆਂ ਨੇ, ਕੁਝ ਵੀ ਹੈਗਾ, ਇੱਥੋਂ ਦਾ ਸਿਸਟਮ ਵੱਖਰਾ ਹੈ। ਤੁਹਾਡੀ ਸ਼ਿਕਾਇਤ ਤੇ ਅਸਰ ਹੋਵੇਗਾ ਹੀ ਹੋਵੇਗਾ। ਇਹ ਗੱਲ ਨਹੀਂ ਹੈ ਕਿ ਇਗਨੋਰ ਕੀਤਾ ਜਾਵੇ। ਜਿਹੜੇ ਸਿਸਟਮ ਚੋਂ ਤੁਸੀਂ ਆਏ ਹੋ ਉਹ ਸਿਸਟਮ ਦੇ ਵਿੱਚ ਅਸੀਂ ਆਮ ਸੁਸਾਇਟੀ ਪਰਿਵਾਰ ਵੀ ਕਹਿੰਦਾ ਵੀ ਛੱਡ ਪਰੇ, ਕਿਉਂਕਿ ਬਦਨਾਮੀ ਜ਼ਿਆਦਾ ਹੋ ਜਾਂਦੀ ਹੈ। ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ, ਕਿਉਂਕਿ ਜਿਹੜਾ ਬੰਦਾ ਇਹੋ ਜਿਹੀ ਗੱਲ ਕਰ ਰਿਹਾ ਉਹਦਾ ਕਿਤੇ ਨਾ ਕਿਤੇ ਲਿੰਕ ਹੈਗਾ, ਉਹ ਬੰਦਾ ਸਾਫ਼ ਵਿੱਚੋਂ ਨਿਕਲ ਜਾਂਦਾ ਹੈਗਾ। ਪਰ ਇੱਥੇ ਜੇ ਕੋਈ ਅਜਿਹੀ ਘਟਨਾ ਵਾਪਰਦੀ ਹੈ, ਮੈਂ ਹਰੇਕ ਨੂੰ ਰਿਕਮੈਂਡ ਕਰਾਂਗਾ ਕਿ ਉਸ ਦੀ ਸ਼ਿਕਾਇਤ ਕੀਤੀ ਜਾਵੇ ਤਾਂ ਕਿ ਜਿਹੜਾ ਬੰਦਾ ਹੈ ਉਹ ਮੁੜ ਕੇ ਅਜਿਹੀ ਗੱਲ ਨਾ ਕੀਤੇ। ਤੁਹਾਡੀ ਬਦਨਾਮੀ ਕੋਈ ਨਹੀਂ ਜੀ, ਕੁਝ ਨਹੀਂ ਹੁੰਦਾ ਹੈ। ਤੁਹਾਨੂੰ ਸ਼ਿਕਾਇਤ ਜ਼ਰੂਰ ਕਰਨੀ ਚਾਹੀਦੀ। ਜੇ ਨਹੀਂ ਕਰਦੇ ਤਾਂ then you are encouraging those people to do those type of stuff again and again। ਬਿਲਕੁਲ ਜੀ ਸਰ। ਅਗਲੀ ਖਬਰ ਦੇ ਵੱਲ ਵਧਦੇ ਹਾਂ ਤੇ ਨਿਊਜ਼ੀਲੈਂਡ ਤੋਂ ਖਬਰ ਸਾਹਮਣੇ ਆਈ ਹੈ ਸਰ। ਬੀਤੇ ਲਗਭਗ 2-3 ਹਫ਼ਤੇ ਪਹਿਲਾਂ ਇੱਕ ਕਬੱਡੀ ਪਲੇਅਰ ਦੀ ਪੰਜਾਬ ਦੇ ਵਿੱਚ ਡੈਥ ਹੋਈ ਸੀ, ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ। ਉਹਨਾਂ ਦੇ ਜਿਹੜੇ ਚਾਹਣ ਵਾਲੇ ਸੀ, ਉਹਨਾਂ ਦੇ ਸਮਰਥਕ ਸੀ, ਕਾਫੀ ਜ਼ਿਆਦਾ ਭਾਵੁਕ ਹੋਏ ਸੀ। ਹੁਣ ਜੋ ਨਿਊਜ਼ੀਲੈਂਡ ਤੋਂ ਖਬਰ ਸਾਹਮਣੇ ਆ ਰਹੀ ਹੈ, ਇੱਕ ਹੋਰ ਕਬੱਡੀ ਪਲੇਅਰ ਪੰਜਾਬ ਦੇ ਹੁਸ਼ਿਆਰਪੁਰ ਨਾਲ ਸੰਬੰਧਿਤ ਸੀ ਜੀ, 28 ਸਾਲਾ ਗਗਨਦੀਪ ਸਿੰਘ, ਜਿਹਦੀ ਨਿਊਜ਼ੀਲੈਂਡ ਦੇ ਵਿੱਚ ਮੌਤ ਹੋ ਗਈ। ਕਾਰਨਾਂ ਦਾ ਨਹੀਂ ਪਤਾ ਲੱਗਿਆ, ਕਿਉਂਕਿ ਉਹਦੇ ਪਰਿਵਾਰ ਨੂੰ ਗਗਨਦੀਪ ਦੇ ਫਰੈਂਡ ਦਾ ਫੋਨ ਗਿਆ, ਮੈਸੇਜ ਗਿਆ ਕਿ ਉਹਦੀ ਡੈਥ ਹੋ ਗਈ ਆ। ਜੇ ਜਾਂ ਤਾਂ ਪਰਿਵਾਰ ਨੇ ਇਸ ਗੱਲ ਨੂੰ ਰਿਵੀਲ ਨਹੀਂ ਕੀਤਾ ਵੀ ਕੀ ਕਾਰਨ ਸੀ। ਕਬੱਡੀ ਦਾ ਪਲੇਅਰ ਸੀਗਾ ਜੀ, ਉੱਥੇ ਜਾ ਕੇ ਵੀ ਉਹਨੇ ਕਈ ਮੱਲਾਂ ਮਾਰੀਆਂ ਸੀਗੀਆਂ, ਉੱਥੇ ਘੋਲਦਾ ਵੀ ਸੀਗਾ ਤੇ ਕਬੱਡੀ ਵੀ ਖੇਡਦਾ ਸੀਗਾ। ਦੇਖੋ ਤੁਸੀਂ, ਬੱਚਾ ਜਦੋਂ ਜਾਂਦਾ ਆਪਣਾ ਦੇਸ਼ ਛੱਡ ਕੇ, ਚੰਗੇ ਵਾਸਤੇ ਜਾਂਦਾ, ਤਰੱਕੀ ਵਾਸਤੇ ਜਾਂਦਾ, ਉਹ ਵੀ ਸਮਝਦਾ ਕਿ ਮੈਂ ਆਪਣੇ ਪੇਰੈਂਟਸ ਦੇ ਹਾਲਾਤ ਜਿੰਨੇ ਵੀ ਹੈਗੇ ਉਦੋਂ ਹੋਰ ਬੈਟਰ ਕਰਨੇ ਆ। ਪਰ ਜਦੋਂ ਅਜਿਹੀ ਗੱਲ ਆਉਣੀ ਹੈ ਕਿ ਪਰਿਵਾਰ ਦੇ ਕੋਲੇ ਫਿਰ ਉਹ ਲਾਸ਼ ਵਾਪਸ ਆਉਂਦੀ ਹੈ, ਬੜਾ ਮੁਸ਼ਕਿਲ ਹੈ। ਅਜਿਹੀ ਮਾਪਿਆਂ ਨੇ ਬੱਚੇ ਦਾ ਸੰਸਕਾਰ ਕਰਨਾ ਇਹ ਬਹੁਤ ਔਖਾ ਕੰਮ ਹੈ ਜੀ। ਪ੍ਰਮਾਤਮਾ ਇਸ ਪੋਜੀਸ਼ਨ 'ਚ ਕਿਸੇ ਨੂੰ ਵੀ ਨਾ ਪਾਵੇ, ਪਰ ਹਾਲਾਤ ਐਸੇ ਹੋ ਜਾਂਦੇ ਨੇ ਜੀ। ਪ੍ਰਮਾਤਮਾ ਵਿਚੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਜੀ। ਬਿਲਕੁਲ ਜੀ ਸਰ। ਕਹਿ ਰਹੇ ਨੇ ਕਿ 2011 ਦੇ ਵਿੱਚ ਗਗਨ ਨਿਊਜ਼ੀਲੈਂਡ ਗਿਆ ਸੀ ਸਟੱਡੀ ਵੀਜ਼ਾ ਦੇ ਉੱਤੇ, ਤੇ ਉੱਥੇ ਵੀ ਇਹਨੇ ਨਾਲ ਦੀ ਨਾਲ ਕਬੱਡੀ ਵੀ ਜਾਰੀ ਰੱਖੀ ਤੇ ਨਾਲ ਦੀ ਨਾਲ ਰੈਸਲਿੰਗ ਵੀ ਸ਼ੁਰੂ ਕਰ ਦਿੱਤੀ ਸੀ, ਤੇ ਉੱਥੇ ਨਿਊਜ਼ੀਲੈਂਡ ਦੇ ਵਿੱਚ ਉਹਨੇ 골ਡ ਮੈਡਲ ਹਾਸਲ ਕੀਤਾ ਸੀ 65 kg ਕੈਟਾਗਰੀ ਦੇ ਵਿੱਚ। ਤੇ ਉਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹਨਾਂ ਦਾ ਇੱਕ ਬ੍ਰਦਰ ਅਮਰੀਕਾ ਦੇ ਵਿੱਚ ਹੈ ਤੇ ਇੱਕ ਸਿਸਟਰ ਉਹਨਾਂ ਦੀ ਕੈਨੇਡਾ ਦੇ ਵਿੱਚ ਹੈ। ਸੋ ਇਸ ਵਕਤ ਇਹ ਨਹੀਂ ਦੱਸਿਆ ਜਾ ਰਿਹਾ, ਰੀਜ਼ਨ ਨਹੀਂ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਡੈਥ ਹੋਈ ਕਿੱਦਾਂ ਆ, ਪਰ ਇਹ ਕਿਹਾ ਜਾ ਰਿਹਾ ਉਹਨਾਂ ਦੇ ਦੋਸਤਾਂ ਵੱਲੋਂ ਕਿ ਉਹ ਮਾਨਸਿਕ ਤੌਰ ਤੇ ਕੁਝ ਦਿਨਾਂ ਤੋਂ ਕਾਫੀ ਪਰੇਸ਼ਾਨ ਚੱਲ ਰਿਹਾ ਸੀ, ਕਿਉਂਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਉਹਨੂੰ ਆਪਣੇ ਘਰਦਿਆਂ ਦੀ ਚਿੰਤਾ ਬਹੁਤ ਸਤਾ ਰਹੀ ਸੀ ਕਿ ਪਤਾ ਨਹੀਂ ਉਹਨਾਂ ਦੇ ਪੇਰੈਂਟਸ ਇਸ ਵਕਤ ਕਿਸ ਤਰੀਕੇ ਨਾਲ ਸਰਵਾਈਵ ਕਰ ਰਹੇ ਹੋਣੇ ਆ। ਸੋ ਪੇਰੈਂਟਸ ਦੀ ਉਹਨੂੰ ਬਹੁਤ ਜ਼ਿਆਦਾ ਟੈਨਸ਼ਨ ਸੀ, ਜਿਸ ਦੇ ਚੱਲਦੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿ ਰਿਹਾ ਸੀ। ਜਿਹੜੀ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਕਿ ਉੱਥੇ ਕਰੋਨਾ ਦੇ ਕੇਸਿਸ ਦੀ ਬੜੀ ਅੱਗੇ ਤਾਂ ਵਾਧਾ ਹੋ ਰਿਹਾ। ਸੈਕੰਡਲੀ ਉੱਥੇ ਜਿਹੜੀਆਂ ਖਬਰਾਂ ਰਿਊਮਰਸ ਵਧੀਆਂ ਹੋਈਆਂ ਨੇ ਕਿ ਜਿਹਦੀ ਡੈਥ ਹੁੰਦੀ ਆ ਉਹਦੇ ਅੰਗ ਕੱਢ ਲਏ ਜਾਂਦੇ ਨੇ, ਹਾਲਾਂਕਿ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਬਹੁਤੀ ਗੱਲ ਠੀਕ ਹੋਏਗੀ। ਰੀਜ਼ਨ ਇਹ ਹੈ ਜਿਹਨੂੰ ਕੋਵਿਡ ਹੋਇਆ ਹੈ ਉਹਦੇ ਸਾਰੀ ਬਾਡੀ ਨੂੰ ਹੀ ਕੋਵਿਡ ਆਏਗਾ ਸਰ, ਤੇ ਉਹ ਜਿਹੜੇ ਅੰਗ ਹੈਗੇ ਆ ਉਹ ਕਿਸੇ ਦੇ ਸ਼ਾਇਦ ਕੰਮ ਨਾ ਵੀ ਆ ਸਕਣ। ਪਰ ਜਿਹੜੀ ਇਹ ਗੱਲ ਬਣੀ ਹੋਈ ਹੈ, ਦੂਜੀ ਤਰ੍ਹਾਂ ਜਿਹੜਾ ਇਹ ਸਿਸਟਮ ਉੱਥੇ ਚੱਲਿਆ ਹੋਇਆ ਉਹਨੂੰ ਲਾਗੂ ਕਰਨ ਦਾ ਢੰਗ ਗਲਤ ਹੈ। ਉਹਦੇ 'ਚ ਜਦੋਂ ਬੇਈਮਾਨੀ ਆ ਜਾਂਦੀ ਹੈ ਉਹ ਪ੍ਰੋਬਲਮ ਆ ਜਾਂਦੀ ਹੈ। ਹੁਣ ਆਪਾਂ ਇਹ ਆਮ ਵੀਡੀਓਜ਼ ਦੇਖੀਆਂ ਨੇ ਕਿ ਜਿਹੜੀ ਸਿਹਤ ਵਾਲੇ ਕਰਮਚਾਰੀ ਉਹ ਪਿੰਡਾਂ ਜਾਂਦੇ ਨੇ, ਪਿੰਡਾਂ 'ਚ ਲੋਕਾਂ ਨੇ ਉਹਦਾ ਵਿਰੋਧ ਕੀਤਾ, ਉਹਨਾਂ ਨੂੰ ਭਜਾਇਆ, ਉਹਨਾਂ ਦੇ ਮਗਰ ਪਏ ਨੇ। ਕਿਉਂ ਪਏ ਨੇ? ਇਸ ਕਰਕੇ ਪਏ ਨੇ ਕਿ ਕਈਆਂ ਦੇ ਉੱਤੇ ਝੂਠੇ ਉਹਦਾ ਕੋਵਿਡ ਕੇਸ ਬਣਾ ਲਿਆ ਜਾਂਦਾ, ਜਿਹਦੇ ਤੇ ਬਣ ਗਿਆ ਫਿਰ ਉਹ ਸਾਰਾ ਪਰਿਵਾਰ ਨੂੰ ਲੈ ਜਾਂਦੇ ਨੇ। ਪਰਿਵਾਰ ਦਾ ਪਰ ਪਰਸਨ ਕਈਆਂ ਨੇ ਇਹ ਕਿਹਾ ਸਾਡਾ ਲੱਖ ਰੁਪਏ ਤੱਕ ਖਰਚ ਹੋ ਗਿਆ। ਇੰਨਾ ਖਰਚਾ ਹੋ ਜਾਣਾ ਸਿਰਫ
ਉਹਦੇ ਤੇ ਕਈ ਵਾਰੀ ਉਹ ਹੋਇਆ ਵੀ ਨਹੀਂ ਹੁੰਦਾ ਹੈ। ਜਦੋਂ ਅਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਫਿਰ ਰਿਊਮਰਸ ਦਾ ਜਿਹੜੀ ਰਿਊਮਰ ਵਾਲੀ ਮਸ਼ੀਨ ਹੈ ਨਾ ਉਹ ਫਿਰ ਫੁੱਲ ਸਪੀਡ ਤੇ ਚੱਲਦੀ ਹੈਗੀ ਆ। ਉਹਦੇ ਕਰਕੇ ਹੁਣ ਲੋਕਾਂ ਨੂੰ ਇਸ ਗੱਲ ਦਾ ਡਰ ਲੱਗਿਆ ਹੈ ਕਿ ਕਿਤੇ ਸਾਨੂੰ ਵੀ ਲੈ ਨਾ ਜਾਣ, ਸਾਡੇ ਤੇ ਕੇਸ ਨਾ ਪੈ ਜਾਵੇ, ਸਾਡੇ ਜਿਹਦੀ ਡੈਥ ਹੋ ਜਾਂਦੀ ਹੈ ਕਿ ਵੀ ਉਹਦੀ ਸ਼ਕਲ ਵੀ ਨਹੀਂ ਦਿਖਾਏਗੀ। ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਨਾ ਕੋਈ ਹੋਰ ਹੈ ਜੀ। ਇਹਦੇ ਤੇ ਸਰ ਪੰਜਾਬ ਦੇ ਸਿਹਤ ਮੰਤਰੀ ਜਿਹੜੇ ਨੇ ਬਲਬੀਰ ਸਿੰਘ ਸਿੱਧੂ, ਉਹਨਾਂ ਦਾ ਬਿਆਨ ਆਇਆ ਸੀ ਜਦੋਂ ਅੰਗ ਤਸਕਰੀ ਦੀ ਗੱਲ ਹੋਈ। ਉਹਨਾਂ ਨੇ ਕਿਹਾ ਕਿ ਇਹ ਅੰਗ ਤਸਕਰੀ ਕਿੱਦਾਂ ਹੋ ਸਕਦੀ ਹੈ, ਕਿਉਂਕਿ ਕਰੋਨਾ ਦਾ ਜਿਹੜਾ ਮਰੀਜ਼ ਆ ਜਦੋਂ ਉਹਦੀ ਡੈਥ ਹੁੰਦੀ ਆ ਉਸ ਟਾਈਮ ਦੇ ਵਿੱਚ ਵੀ ਉਸ ਦੇ ਵਿੱਚ ਵਾਇਰਸ ਹੁੰਦਾ। ਜਦੋਂ ਆਪਾਂ ਲਾਸਟ ਟਾਈਮ ਗੱਲ ਕਰ ਰਹੇ ਸੀ, ਉਹਨਾਂ ਦਾ ਬਿਆਨ ਹੈ ਕਿ ਉਸ ਟਾਈਮ ਵੀ ਉਹਦੇ ਵਿੱਚ ਵਾਇਰਸ ਹੁੰਦਾ, ਉਹਦੇ ਅੰਗਾਂ ਨੂੰ ਇਫੈਕਟ ਕੀਤਾ ਹੁੰਦਾ। ਸੋ ਉਹਨਾਂ ਦੀ ਤਾਂ ਬੋਡੀ ਤੱਕ ਨਹੀਂ ਦਿਖਾ ਸਕਦੇ, ਟੋਟਲੀ ਸਾਰੀ ਬੋਡੀ ਕਵਰਡ ਹੁੰਦੀ ਆ, ਤਾਂ ਉਹਦੇ ਅੰਗ ਕਿਸ ਕੰਮ ਆਉਣਗੇ ਜਿਹੜੇ ਆਲਰੇਡੀ ਕਰੋਨਾ ਤੋਂ ਪੀੜਿਤ ਸੀਗੇ। ਸੋ ਅੰਗ ਤਸਕਰੀ ਦਾ ਜੋ ਮਾਮਲਾ ਹੈ ਕਿਹਾ ਜਾ ਰਿਹਾ ਬਿਲਕੁਲ ਝੂਠਾ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਰਿਪੋਰਟ ਨੂੰ ਪੋਜ਼ਿਟਿਵ ਦਿਖਾ ਦਿੱਤਾ ਜਾਂਦਾ ਆ, ਮਰੀਜ਼ ਨੂੰ ਕਰੋਨਾ ਹੋਇਆ ਨਹੀਂ ਹੁੰਦਾ, ਪਰ ਪੋਜ਼ਿਟਿਵ ਦਿਖਾ ਕੇ ਇਹ ਸ਼ੋ ਕੀਤਾ ਜਾਂਦਾ ਹੈ ਕਿ ਉਹਨੂੰ ਕਰੋਨਾ ਵਾਇਰਸ ਹੋ ਗਿਆ, ਜਿਹਦੇ ਕਰਕੇ ਉਹਦੀ ਡੈਥ ਹੋ ਗਈ। ਇਟਸ ਵੈਰੀ ਕਨਫਿਊਜ਼ਿੰਗ। ਗੱਲ ਇਹੀ ਹੈ ਕਿ ਫਿਰ ਗੱਲ ਸਰਕਾਰ ਤੇ ਆ ਜਾਂਦੀ, ਧਰਮ ਲੀਡਰਸ਼ਿਪ ਤੇ ਆ ਜਾਂਦੀ ਹੈ ਵੀ ਹਾਊ ਯੂ ਆਰ ਰਨਿੰਗ ਯੂਰ ਪ੍ਰੋਵਿੰਸ। ਵੱਡੀ ਗੱਲ ਇਹੀ ਹੈ ਜੇ ਚੰਗਾ ਕੰਮ ਹੋਏਗਾ ਜੀ ਤਾਂ ਅਮਰਿੰਦਰ ਸਿੰਘ ਨੂੰ ਸ਼ਾਬਾਸ਼ੀ ਮਿਲੇਗੀ, ਜੇ ਮੰਦਾ ਹੋਏਗਾ ਤਾਂ ਫਿਰ ਬਦਨਾਮੀ ਅਮਰਿੰਦਰ ਸਿੰਘ ਦੀ ਹੋਣੀ ਚਾਹੀਦੀ ਹੈ, ਇਹ ਤਾਂ ਨਹੀਂ ਥੱਲੇ ਵਾਲਿਆਂ ਦੀ ਹੋਣੀ ਚਾਹੀਦੀ ਹੈ। ਸਭ ਤੋਂ ਟਾਪ ਵਾਲੇ ਦੀ ਜ਼ਿੰਮੇਵਾਰੀ ਹੈ। ਕਰਨਾ ਕੀ ਹੈ, ਤੁਹਾਡਾ ਪੰਜਾਬ ਹੈ ਜੀ, ਤੁਹਾਡਾ ਸੂਬਾ ਹੈ ਜੀ, ਤੁਸੀਂ ਉਹਦੇ ਮਾਲਕ ਹੋ, ਤੁਹਾਨੂੰ ਤੁਸੀਂ ਰਨ ਕਿਵੇਂ ਕਰ ਰਹੇ ਹੋ। ਤੇ ਅਜਿਹੀਆਂ ਅਫਵਾਹ ਆ ਰਹੀਆਂ ਨੇ, ਤੁਹਾਡੇ ਕੋਲ ਕੀ ਖਬਰ ਨਹੀਂ ਪਹੁੰਚਦੀ? ਨਹੀਂ, ਕਿਉਂਕਿ ਸਿਸਟਮ ਜਿਹੜਾ ਥੱਲੇ, ਮੈਂ ਸਾਰੇ ਨਹੀਂ ਕਹਿੰਦਾ, ਬਹੁਤ ਵੱਡਾ ਹਿੱਸਾ ਜਿਹੜਾ ਕਰਪਟ ਹੋਇਆ ਹੋਇਆ। ਦੂਸਰੀ ਗੱਲ ਜਿਹੜੇ ਤਰਨ ਅੰਗ ਕੱਢਣ ਦੀ ਗੱਲ ਹੈਗੀ ਆ, ਉਹ ਨਾ ਸਰਟਨ ਟਾਈਮ ਹੁੰਦਾ, ਇਉਂ ਨਹੀਂ ਹੈ ਵੀ ਅੱਜ ਡੈਥ ਹੋ ਗਈ ਤੇ ਕੱਲ ਨੂੰ ਅੰਗ, ਨੋ ਵਿਦਨ ਫਿਊ ਆਵਰਸ ਹੀ ਹੁੰਦੇ ਆ। ਉਹ ਸਰਟਨ ਟਾਈਮ ਦੇ ਵਿੱਚ ਉਹ ਅੰਗ ਤੁਹਾਨੂੰ ਹਾਰਵੈਸਟ ਕਰਨੇ ਪੈਂਦੇ ਹੈਗੇ ਆ। ਜੇ ਤੋਂ ਟਾਈਮ ਹੋ ਜਾਂਦਾ ਤਾਂ ਉਹ ਕਿਸੇ ਕੰਮ ਆਉਂਦੇ ਨਹੀਂ ਹੈ। ਮੈਨੂੰ ਨਹੀਂ ਲੱਗਦਾ ਕਿ ਇੰਨੇ ਵੱਡੇ ਲੈਵਲ ਤੇ ਤਸਕਰੀ ਹੁੰਦੀ ਹੋਵੇਗੀ। ਹਾਂ, ਇੱਕਾ ਦੁੱਕਾ ਕੇਸ ਹੋਏ ਹੋਣਗੇ, ਆਪਾਂ ਕੁਝ ਫੋਟੋਆਂ ਵੀ ਦੇਖੀਆਂ ਨੇ ਐਸੀਆਂ, ਪਰ ਜਿਹੜੇ ਲਾਰਜ ਸਕੇਲ ਤੇ ਜਿਵੇਂ ਖਬਰਾਂ ਹੁਣ ਚੱਲ ਰਹੀਆਂ ਨੇ, ਮੈਨੂੰ ਲੱਗਦਾ ਨਹੀਂ ਹੈ ਕਿ ਐਡੇ ਵੱਡੇ ਸਕੇਲ ਦੇ ਉੱਤੇ ਅਜਿਹਾ ਕੁਝ ਚੱਲ ਰਿਹਾ ਹੋਵੇ। ਸਰ, ਜਿਵੇਂ ਗੱਲ ਕੀਤੀ ਤੁਸੀਂ ਸਰਕਾਰ ਦੀ ਗੱਲ ਕੀਤੀ, ਠੀਕ ਆ, ਸਰਕਾਰ ਦੀ ਤਾਂ ਇਸ ਵਿੱਚ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਹੈਗੀ ਆ, ਤੇ ਨਾਲ ਦੀ ਨਾਲ ਅਸੀਂ ਦੇਖ ਰਹੇ ਹਾਂ ਕਿ ਸਿਹਤ ਜੋ ਇਸ ਵਕਤ ਪ੍ਰਣਾਲੀ ਆ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆ ਚੁੱਕੀ ਆ। ਉੱਥੇ ਹਸਪਤਾਲਾਂ ਨੇ ਖਾਣ ਦਾ ਇੱਕ ਜ਼ਰੀਆ ਬਣਾ ਲਿਆ ਕਰੋਨਾ ਵਾਇਰਸ ਨੂੰ। ਦੂਜੇ ਪਾਸੇ ਜੇ ਆਮ ਨਾਗਰਿਕਾਂ ਦੀ ਗੱਲ ਕਰੀਏ, ਉਹ ਵੀ ਆਪਣੀ ਡਿਊਟੀ ਕੋਈ ਬਹੁਤ ਹੀ ਵਧੀਆ ਤਰੀਕੇ ਨਾਲ ਨਹੀਂ ਨਿਭਾ ਰਹੇ। ਮੇਰੀ ਅੱਜ ਹੀ ਇੰਡੀਆ ਗੱਲ ਹੋ ਰਹੀ ਸੀ ਤਾਂ ਉਹ ਦੱਸ ਰਹੇ ਨੇ, ਕਹਿੰਦੇ ਸ਼ਰੇਆਮ ਉਵੇਂ ਰੇੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ, ਲੋਕੀ ਰੇੜੀਆਂ ਤੋਂ ਉਵੇਂ ਖਾਣਾ ਵੀ ਸ਼ੁਰੂ ਹੋ ਚੁੱਕੇ ਨੇ। ਕਰੋਨਾ ਵਾਇਰਸ ਦਾ ਤਾਂ ਉਹਨਾਂ 'ਚ ਕੋਈ ਡਰ ਹੀ ਨਹੀਂ ਹੈਗਾ। ਇਹ ਜਿਹੜਾ ਡਰ ਚੱਕਿਆ ਜਾਣਾ ਨਾ, ਇਹ ਇਸੇ ਕਰਕੇ ਕੇਸਿਸ ਵੱਧ ਰਹੇ ਨੇ। ਆਪਾਂ ਬਰੈਂਪਟਨ ਏਰੀਆ ਤੇ ਦੇਖ ਲੈਂਦੇ ਹਾਂ, ਅੰਟਾਰੀਓ ਦੀ ਗੱਲ ਦੇਖ ਲੈਂਦੇ ਹਾਂ, ਜਦੋਂ ਇੱਥੇ ਡਰ ਚੱਕਿਆ ਗਿਆ ਸਾਡੇ ਕੇਸਿਸ ਵਧਣ ਲੱਗ ਪਏ ਨੇ। ਉੱਥੇ ਤਾਂ ਤਰਨ ਆਲ ਓਵਰ ਇੰਡੀਆ ਸਰਕਾਰੀ ਗਿਣਤੀ ਹੈ 90,000 ਡੇਲੀ, ਕਿਤੇ ਵੱਧ ਹੋਣਗੇ ਜੀ। ਸਰਕਾਰੀ ਅੰਕੜਾ ਮੈਂ ਨਹੀਂ ਜੇ ਮੰਨਦਾ, ਇਸ ਕਿਤੇ ਵੱਧ ਹੋਣਗੇ। ਇੰਨੇ ਵੱਧ ਰਹੇ ਨੇ, ਇਮੇਜਿਨ ਕਰੋ ਜੇ ਇੰਨੇ ਵੱਧ ਰਹੇ ਨੇ। ਔਰ ਅਕੋਰਡਿੰਗ ਟੂ ਜਿਹੜੀ ਆਪਣੀ ਬਾਹਰਲੀਆਂ ਨਿਊਜ਼ ਚੈਨਲਸ ਨੇ, ਆਪਾਂ ਜਿਵੇਂ ਗੱਲ ਕਰਦੇ ਹੈਗੇ ਆ, ਉਹਦੇ ਖਿਲਾਫ ਹਲੇ ਪੀਕ ਨਹੀਂ ਆਈ ਹੈ। ਜੇ ਹਲੇ ਪੀਕ ਵੀ ਨਹੀਂ ਆਈ ਤੇ 90,000 ਡੇਲੀ ਆ ਰਿਹਾ, ਹਾਲਾਤ ਕਿੱਥੇ ਜਾਣਗੇ? ਕਿੱਥੇ ਹੈ ਸਾਡੀ ਸਰਕਾਰ? ਕਿਉਂ ਨਹੀਂ ਕੁਝ ਕਰ ਰਹੀ? ਠੋਸ ਕਦਮ ਕਿਉਂ ਨਹੀਂ ਚੁੱਕੇ ਜਾ ਰਹੇ? ਇੱਕ ਤਾਂ ਜਿਹੜਾ ਖਰਚਾ ਬੜਾ ਚੈੱਕ ਕਰਾਉਣ ਦੇ ਉੱਤੇ ਬੰਦੇ ਨੂੰ ਕਾਸਟ ਬੜਾ ਕਰਦਾ, ਆਮ ਬੰਦਾ ਚੈੱਕ ਹੀ ਨਹੀਂ, ਟੈਸਟ ਹੀ ਨਹੀਂ ਕਰਵਾ ਸਕਦਾ, ਕੀ ਕਰੇਗਾ? ਬਹੁਤ ਮੁਸ਼ਕਲ ਹੈਗੀ। ਬਿਲਕੁਲ ਜੀ। ਤੇ ਉੱਥੇ ਗੱਲ ਕਰੀਏ, ਭਾਰਤ ਇਸ ਵਕਤ ਦੂਸਰੇ ਨੰਬਰ ਤੇ ਪਹੁੰਚ ਚੁੱਕਿਆ ਮਰੀਜ਼ਾਂ ਦੀ ਗਿਣਤੀ ਵਿੱਚ, ਤੇ ਭਾਰਤ ਦੇ ਵਿੱਚ ਪੰਜਾਬ ਦੀ ਗੱਲ ਕਰੀਏ 17ਵੇਂ ਨੰਬਰ ਤੇ ਪਹੁੰਚ ਚੁੱਕਿਆ ਵਾ। ਸਰ, ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਇਸ ਵਕਤ ਅਮਰੀਕਾ ਦੇ ਵੱਲ ਜੇ ਰੁਖ ਕਰੀਏ, ਨਵੀਂ ਕਿਤਾਬ ਜਾਰੀ ਹੋਈ ਹੈ ਟਰੰਪ ਸਾਹਿਬ ਨੂੰ ਲੈ ਕੇ। ਅਸੀਂ ਦੇਖ ਰਹੇ ਹਾਂ ਕਿ ਕਿਤਾਬਾਂ ਆਉਣ ਦਾ ਦੌਰ ਜਾਰੀ ਹੋ ਚੁੱਕਿਆ। ਕਿਸੇ ਵਿੱਚ ਉਹਨਾਂ ਦੇ ਬਾਰੇ ਕੁਝ ਕਿਹਾ ਜਾ ਰਿਹਾ, ਕਿਸੇ ਵਿੱਚ ਉਹਨਾਂ ਬਾਰੇ ਕੁਝ ਕਿਹਾ ਜਾ ਰਿਹਾ ਹੈ। ਜੋ ਤਾਜ਼ਾ ਕਿਤਾਬ ਦੇ ਵਿੱਚ ਜਿਹੜੀ ਨਵੀਂ ਜਾਰੀ ਹੋਣ ਲੱਗੀ, ਉਹਦੇ ਵਿੱਚ ਖੁਲਾਸਾ ਹੋਇਆ ਕਿ ਟਰੰਪ ਸਾਹਿਬ ਨੂੰ ਜਿੱਦਣ ਅਮਰੀਕਾ ਦੇ ਵਿੱਚ ਪਹਿਲਾ ਕੇਸ ਆਇਆ ਕਰੋਨਾ ਵਾਇਰਸ ਦਾ, ਉਸ ਵੇਲੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀ ਇਸ ਮਹਾਮਾਰੀ ਦੇ ਬਾਰੇ ਵਿੱਚ। ਉਹਨਾਂ ਨੇ ਇੱਕ ਤਰ੍ਹਾਂ ਨਾਲ ਨਿਗਲੈਕਟ ਕੀਤੀ ਇਹ ਗੱਲ। ਬੜੇ ਵੱਡੇ ਜਰਨਲਿਸਟ ਨੇ ਜੀ, ਬਾਬ ਵੁੱਡਵਰਡ, ਇਹਨਾਂ ਦੀ ਬੁੱਕ ਆ ਰਹੀ ਹੈ ਰੇਜ। ਆਪਾਂ ਅੱਗੇ ਵੀ ਗੱਲ ਕੀਤੀ ਜੇ ਪਹਿਲਾਂ ਕਿਤਾਬਾਂ ਆਈਆਂ ਸੀ। ਇਹ ਸਮਾਂ ਹੈਗਾ ਪੈਸੇ ਬਣਾਉਣ ਦਾ। ਟਰੰਪ ਵਿਕ ਰਿਹਾ ਜੀ ਇਸ ਵੇਲੇ, ਚੰਗੇ ਚ ਵਿਕ ਰਿਹਾ, ਮਾੜੇ ਚ ਵਿਕ ਰਿਹਾ, ਸਭ ਪਾਸੇ ਵਿਕ ਰਿਹਾ। ਇਹ ਜਿਹੜੀ ਬੁੱਕ ਹੈਗੀ ਆ, ਪਰ ਇਹ ਜਿਹੜਾ ਬਾਬ ਵੁੱਡਵਰਡ ਹੈ ਜੀ, ਇਹਨੇ ਜਿੰਨੀਆਂ ਵੀ ਗੱਲਾਂ ਬਾਤਾਂ ਕੀਤੀਆਂ ਨੇ ਟਰੰਪ ਨਾਲ, ਜੋ ਕੁਛ ਇਹਨੇ ਬੁੱਕ ਦੇ ਵਿੱਚ ਲਿਖਿਆ, ਮੈਂ ਉਹਦੀ ਇੰਟਰਵਿਊ ਸੁਣ ਰਿਹਾ ਸੀਗਾ, ਉਹ ਕਹਿੰਦਾ ਮੈਂ ਸਾਰਾ ਰਿਕਾਰਡ ਕੀਤਾ ਹੈ, ਆਵਾਜ਼ ਰਿਕਾਰਡ ਕੀਤੀ ਹੋਈ ਹੈ। ਤਾਂ ਉਹ ਸਬੂਤਾਂ ਦੇ ਨਾਲ ਗੱਲ ਕਰ ਰਿਹਾ, ਔਰ ਇਸੇ ਕਰਕੇ ਟਰੰਪ ਸਾਹਿਬ ਨੇ ਇਹਨੂੰ ਇੰਨਾ ਨਿੰਦਿਆ ਨਹੀਂ ਹੈ। ਉਹਨਾਂ ਨੇ ਕਿਹਾ ਹਾਂ, ਮੈਂ ਸਿਰਫ ਇਹ ਚਾਹਿਆ ਸੀਗਾ ਕਿ ਜੇ ਮੈਂ ਵੀ ਹਾਮੀ ਭਰ ਦਿੰਨਾ ਤਾਂ ਲੋਕਾਂ ਨੂੰ ਬਹੁਤ ਫਿਕਰ ਹੋ ਜਾਣਾ। ਹਾਲਾਂਕਿ ਇਟ ਵਾਜ਼ ਅ ਰੌਂਗ ਮੂਵ। ਉਹਦਾ ਉਹ ਅਸਲ ਮੰਤਵ ਇਹੀ ਸੀਗਾ ਕਿ ਦਬਾ ਕੇ ਰੱਖੋ, ਪਤਾ ਨਾ ਲੱਗੇ, ਕੋਈ ਨਾ ਸ਼ਾਇਦ ਕੰਮ ਸਾਰੀ ਜਾਵੇਗਾ। ਅਸਲ ਗੱਲ ਇਹ ਸੀ, ਹੁਣ ਉਹਨੂੰ ਸਫਾਈ ਪੇਸ਼ ਕਰਨ ਵਾਸਤੇ ਟਰੰਪ ਸਾਹਿਬ ਇਹ ਕਹਿ ਰਹੇ ਨੇ ਕਿ ਮੈਨੂੰ ਉਹ ਸੀਗਾ ਕਿ ਲੋਕਾਂ ਦਾ ਡਰ ਬਹੁਤ ਜ਼ਿਆਦਾ ਹੋ ਜਾਏਗਾ। ਜੇ ਪਹਿਲਾਂ ਡਰ ਪਾਇਆ ਹੁੰਦਾ,
ਸਾਡੀ ਸਰਕਾਰ ਨੇ ਡਰ ਪਾਇਆ ਸੀਗਾ ਆਪਣੇ ਦਰਸ਼ਕ ਆਪਾਂ ਨੂੰ ਆਮ ਕਹਿੰਦੇ ਡਰ ਨਾ ਪਾਇਆ ਕਰੋ ਡਰ ਪਾਇਆ ਸੀਗਾ ਉਹ ਕੰਮ ਕਰ ਰਿਹਾ ਹੈ ਕਿਉਂਕਿ ਇਹ ਚੀਜ਼ ਦੀ ਹਜੇ ਦਵਾਈ ਨਹੀਂ ਆਈ ਤੇ ਟਰੰਪ ਸਾਹਿਬ ਨੇ ਪਹਿਲੀ ਮੁਲਾਕਾਤ ਦੇ ਵਿੱਚ ਫਰਵਰੀ ਦੇ ਵਿੱਚ ਮੰਨ ਲਿਆ ਸੀਗਾ ਕਿ ਦਿਸ ਇਜ਼ ਅ ਵੈਰੀ ਡੇਂਜਰਸ ਥਿੰਗ ਔਰ ਇਹ ਆਊਟ ਆਫ ਕੰਟਰੋਲ ਹੋ ਸਕਦੀ ਹੈ ਪਰ ਜੇ ਆਊਟ ਆਫ ਕੰਟਰੋਲ ਹੋ ਸਕਦੀ ਹੈ ਉਹਨਾਂ ਨੇ ਮੇਜਰਸ ਵੀ ਰੱਖਣੇ ਚਾਹੀਦੇ ਸੀ ਉਹਦਾ ਕੰਟਰੋਲ ਵੀ ਕਰਨਾ ਚਾਹੀਦਾ ਜਿਹਦਾ ਕਿ ਬਿਲਕੁਲ ਵੀ ਕੰਟਰੋਲ ਨਹੀਂ ਕੀਤਾ ਗਿਆ ਔਰ ਉਹਦੀ ਹਾਲਾਤ ਇਸ ਵੇਲੇ ਇਹ ਹੈ ਕਿ ਅਮਰੀਕਾ ਹਜੇ ਵੀ ਦੁਨੀਆ ਦੇ ਵਿੱਚ ਟੌਪ ਤੇ ਹੈ ਜੀ ਕੋਰੋਨਾ ਵਾਇਰਸ ਦੇ ਕੇਸਿਸ ਔਰ ਘਟ ਨਹੀਂ ਰਹੇ ਵੱਡੀ ਗੱਲ ਇਹ ਹੈ ਤੁਸੀਂ ਜੇ ਚਾਹੋ ਦਬਾ ਸਕਦੇ ਹੋ ਸਭ ਕੁਝ ਕੀਤਾ ਜਾ ਸਕਦਾ ਪਰ ਜਦੋਂ ਤੁਸੀਂ ਇਸ ਦੇ ਹੱਕ 'ਚ ਹੀ ਬੋਲੀ ਜਾਣਾ ਕੋਈ ਏਡੀ ਗੱਲ ਹੈ ਨਹੀਂ ਕੋਈ ਏਡੀ ਗੱਲ ਹੈ ਨਹੀਂ ਰਿਜ਼ਲਟ ਤੁਹਾਡੇ ਸਾਹਮਣੇ ਨੇ ਜੀ ਬਿਲਕੁਲ ਜੀ ਸਰ ਇਸ ਵਕਤ ਟੌਪ ਦੇ ਉੱਤੇ ਯੂਐਸ ਆਇਆ ਹੋਇਆ ਜਿੰਨੀਆਂ ਉੱਥੇ ਲੋਕਾਂ ਦੀਆਂ ਕੋਰੋਨਾ ਵਾਇਰਸ ਦੇ ਕਰਕੇ ਮੌਤਾਂ ਹੋਈਆਂ ਨੇ ਫੈਮਲੀਆਂ ਖਤਮ ਹੋਈਆਂ ਨੇ ਅਜਿਹੇ ਵਿੱਚ ਟਰੰਪ ਸਾਹਿਬ ਦਾ ਇਹ ਜਿਹੜਾ ਕਦਮ ਹੈ ਇਹ ਉਹਨਾਂ ਤੇ ਕਾਫੀ ਭਾਰੀ ਪੈ ਸਕਦਾ ਜੇਕਰ ਇਹਦੇ ਵਿੱਚ ਕੋਈ ਸੱਚਾਈ ਹੁੰਦੀ ਹੈ ਤਾਂ ਅਗਲੀ ਖਬਰ ਵੱਲ ਗਰੁੱਪ ਕਰੀਏ ਆਪਾਂ ਕੋਰੋਨਾ ਵਾਇਰਸ ਦੀ ਗੱਲ ਕਰ ਰਹੇ ਹਾਂ ਅੰਤਰਰਾਸ਼ਟਰੀ ਹਵਾਈ ਅੱਡਿਆਂ ਉੱਤੇ ਹਰ ਮੁਲਕ ਦੇ ਸਕਰੀਨਿੰਗ ਦੀ ਗੱਲ ਹੁੰਦੀ ਹੈ ਯੂਐਸ ਵੀ ਉਹਦੇ ਤੋਂ ਛੂਤਾ ਨਹੀਂ ਹੈ ਸੋ ਯੂਐਸ ਦੇ ਵਿੱਚ ਵੀ ਜੇਕਰ ਕੋਈ ਅੰਤਰਰਾਸ਼ਟਰੀ ਜਾਂਦਾ ਹੈ ਉੱਥੇ ਪੈਸੇਂਜਰ ਜਾਂਦਾ ਆ ਤਾਂ ਉਹਨਾਂ ਦੀ ਸਕਰੀਨਿੰਗ ਕੀਤੀ ਜਾ ਰਹੀ ਸੀ ਪਰ ਹੁਣ ਕਹਿੰਦੇ ਆ ਕਿ ਅੰਤਰਰਾਸ਼ਟਰੀ ਜਿਹੜੇ ਯਾਤਰੀ ਨੇ ਉਹਨਾਂ ਨੂੰ ਲੈ ਕੇ 에ਅਰਪੋਰਟਸ ਤੋਂ ਇੱਕ ਨਵੀਂ ਖਬਰ ਸਾਹਮਣੇ ਆ ਰਹੀ ਹੈ ਯੂਐਸ ਤੇ ਹਾਂ ਤਰ੍ਹਾਂ ਚਾਈਨਾ ਯੂਕੇ ਆਇਰਲੈਂਡ ਬ੍ਰਾਜ਼ੀਲ ਈਰਾਨ ਤੇ ਸ਼ੈਂਜ਼ਨ ਏਰੀਆ ਹੈਗਾ ਯੂਰਪ ਦਾ ਸ਼ੈਂਜ਼ਨ ਏਰੀਆ ਉਹ ਜਿਸ 'ਚ ਤਕਰੀਬਨ 24 ਕੰਟਰੀਜ਼ ਆਉਂਦੇ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਬਿਨਾਂ ਰੋਕ ਟੋਕ ਤੋਂ ਫਿਰ ਸਕਦੇ ਹੋ ਬਿਨਾਂ ਵੀਜ਼ੇ ਤੋਂ ਇੰਨਾ ਵੱਡਾ ਏਰੀਆ ਇਹਦੇ ਵਿੱਚੋਂ ਜਿਹੜਾ ਵੀ ਕੋਈ ਆਉਂਦਾ ਸੀਗਾ ਉਹ 15 에ਅਰਪੋਰਟ ਤੇ ਆ ਸਕਦਾ ਯੂਐਸ ਦੇ ਵਿੱਚ ਇਹ ਨਹੀਂ ਸੀ ਹਰ ਇੱਕ 에ਅਰਪੋਰਟ ਤੇ ਆ ਸਕਦਾ ਉੱਥੇ ਆਉਂਦੇ ਦੀ ਸਕਰੀਨਿੰਗ ਹੁੰਦੀ ਸੀ ਜਿਹੜੀ ਸਕਰੀਨ ਹੁੰਦੀ ਸੀ ਉਹ ਸਪੈਸ਼ਲ ਸਕਰੀਨਿੰਗ ਸੀ ਚੈੱਕ ਕੀਤਾ ਜਾਂਦਾ ਜੀ ਉਹ ਸਕਰੀਨਿੰਗ ਦਾ ਨਤੀਜਾ ਇਹ ਆਇਆ ਕਿ ਤਕਰੀਬਨ 4.5 ਲੱਖ ਬੰਦਾ ਉੱਥੇ ਆਇਆ ਇਹਨਾਂ ਸਾਰੇ 에ਅਰਪੋਰਟਸ ਦੇ ਉੱਤੇ ਔਰ ਉਹਨਾਂ ਨੂੰ ਚੈੱਕ ਕੀਤਾ ਗਿਆ ਉਹ 'ਚ ਕੇਸ ਪਤਾ ਕਿੰਨੇ ਆਏ ਤਾਂ ਸਿਰਫ 15 ਕੇਸਿਸ ਜਿਹੜੇ ਪੋਜ਼ਿਟਿਵ ਆਏ ਆ ਕਿਉਂਕਿ ਬਾਅਦ ਚ ਵੀ ਹੋ ਸਕਦਾ ਹੈਗਾ ਸੋ ਜਦੋਂ ਇੰਨਾ ਪੈਸਾ ਖਰਚਣ ਕਰਕੇ ਇੰਨਾ ਕੁਝ ਕੰਮ ਕਰਨ ਕਰਕੇ ਜੇ ਕੁਝ ਵੀ ਉਹਦੇ ਵਿੱਚੋਂ ਨਹੀਂ ਨਿਕਲਦਾ ਤਾਂ ਮੇਰਾ ਖਿਆਲ ਹੈ ਉਹਨਾਂ ਦਾ ਫੈਸਲਾ ਠੀਕ ਹੈਗਾ ਕਿ ਉਹ ਜਿਹੜਾ ਪ੍ਰੋਗਰਾਮ ਹੈਗਾ ਉਹ ਪ੍ਰੋਗਰਾਮ ਕੈਂਸਲ ਕਰ ਦਿੱਤਾ ਜਾਵੇ ਤੇ ਔਰ ਜਿਹੜੇ ਲੋਕੀ ਇਹਨਾਂ ਕੰਟਰੀਜ਼ ਚੋਂ ਆਉਂਦੇ ਸੀਗੇ ਉਹ ਹੁਣ ਬਾਕੀ 에ਅਰਪੋਰਟਸ ਦੇ ਉੱਤੇ ਵੀ ਅਲਾਉਡ ਕਰ ਦਿੱਤੇ ਗਏ ਨੇ ਕਿ ਉੱਥੋਂ ਕਿਸੇ ਵੀ 에ਅਰਪੋਰਟ ਤੇ ਆ ਕੇ ਉਹ ਯੂਐਸ ਦੇ ਵਿੱਚ ਲੈਂਡ ਕਰ ਸਕਦੇ ਨੇ ਬਿਲਕੁਲ ਸਰ ਹਰ ਚੀਜ਼ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸੱਟੇਬਾਜ਼ੀ ਦਾ ਦੌਰ ਹਮੇਸ਼ਾ ਜਾਰੀ ਹੁੰਦਾ ਆਈਪੀਐਲ ਦੀ ਗੱਲ ਕਰੀਏ ਮੈਚਸ ਦੇ ਉੱਤੇ ਸੱਟਾ ਲੱਗਦਾ ਪਲੇਅਰ ਦੇ ਉੱਤੇ ਸੱਟਾ ਲੱਗਦਾ ਯੂਐਸ ਦੀ ਇਲੈਕਸ਼ਨਸ ਤੇ ਗੱਲ ਕਰੀਏ ਤਾਂ ਇਹ ਵੀ ਸੱਟੇਬਾਜ਼ਾਂ ਦੀਆਂ ਨਜ਼ਰਾਂ ਤੋਂ ਦੂਰ ਨਹੀਂ ਹੈ ਸਰ ਇਸ ਵਕਤ ਮਿਸਟਰ ਬਾਈਡਨ ਤੇ ਮਿਸਟਰ ਟਰੰਪ ਕਾਫੀ ਸਖਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਪਰ ਜਿਹੜੇ ਸੱਟੇਬਾਜ਼ ਨੇ ਉਹਨਾਂ ਦੀ ਪਹਿਲੀ ਪਸੰਦ ਅਜੇ ਵੀ ਮਿਸਟਰ ਟਰੰਪ ਨੇ ਮੈਂ ਸੱਟੇ ਵਾਲਾ ਤੇ ਉਹ ਹੈਰਾਨ ਤਰਨ ਦੇਖੋ ਮੈਂ ਜਿਹੜਾ ਕ੍ਰਿਕਟ ਵਾਲਾ ਪੜ੍ਹਦਾ ਸੀਗਾ ਉਹਦੇ ਚ ਉਹ ਵੀ ਕਿੰਨਵੇਂ ਓਵਰ ਦੀ ਕਿੰਨਵੀਂ ਬਾਲ ਦਿੱਤੇ ਕਿੰਨੇ ਰਨ ਹੋਣਗੇ ਬਿਲਕੁਲ ਔਰ ਉਹਨੇ ਆਉਂਦੇ ਆ ਫੜੇ ਆਏ ਗਏ ਨਾ ਉਹ ਬੋਲਰ ਫੜੇ ਗਏ ਵੀ ਹਾਂ ਉਹ ਪਹਿਲਾਂ ਕੋਈ ਇਸ਼ਾਰਾ ਕਰਦਾ ਸੀਗਾ ਵੀ ਆਹ ਬਾਲ ਹੁਣ ਮੈਂ ਕਰਨ ਜਾ ਰਿਹਾ ਤੇ ਹੁਣ ਇਹ ਤੇ ਛੱਕਾ ਵੱਜੇਗਾ ਇਹ ਤੇ ਵੀ ਸੱਟਾ ਟਰੰਪ ਸਾਹਿਬ ਦੇ ਉੱਤੇ ਲੱਗ ਰਿਹਾ ਜੀ ਦੇਖੋ ਅਜੇ ਵੀ ਇਟ ਮੀਨਸ ਜਿਹੜੇ ਸੱਟੇ ਬਾਜ਼ਾਰ ਦੇ ਵਿੱਚ ਜਿਹੜਾ ਇਟਸ ਅੰਡਰਗਰਾਉਂਡ ਇਟਸ ਇਲੀਗਲ ਜੋ ਹੋ ਰਿਹਾ ਯੂਐਸ ਦੇ ਵਿੱਚ ਇਹ ਅਲਾਉਡ ਨਹੀਂ ਹੈਗਾ ਜੋ ਵੀ ਹੋ ਰਿਹਾ ਬਾਹਰ ਯੂਐਸ ਤੋਂ ਜਿਹੜੀਆਂ ਬਾਹਰਲੀਆਂ ਵੈਬਸਾਈਟਸ ਨੇ ਤਰਨ ਉੱਥੇ ਪੈਸਾ ਲੱਗ ਰਿਹਾ ਹਜੇ ਵੀ ਟਰੰਪ ਦੇ ਉੱਤੇ ਪੈਸਾ ਲੱਗ ਰਿਹਾ ਔਰ ਹਰੇਕ ਨੂੰ ਇਹ ਆਸ ਹੈਗੀ ਆ ਕਿ ਟਰੰਪ ਹੋਈ ਜਿੱਤੇਗਾ ਹਾਲਾਂਕਿ ਇਸ ਵੇਲੇ ਜਿੰਨੇ ਵੀ ਪੋਲਸ ਆ ਰਹੀਆਂ ਨੇ ਹਰੇਕ ਪੋਲ ਦੇ ਵਿੱਚ ਟਰੰਪ ਸਾਹਿਬ ਪਿੱਛੇ ਨੇ ਪਰ ਸਭ ਨੂੰ ਇਹ ਆਸ ਹੈਗੀ ਆ ਵੀ ਕੋਈ ਐਸਾ ਪਲਟਾ ਆਏਗਾ ਹੀ ਆਏਗਾ ਕਿ ਜੋ ਬਾਈਡਨ ਸਾਹਿਬ ਕਿਉਂਕਿ ਆਪਾਂ ਅੱਗੇ ਵੀ ਗੱਲ ਕਰਦੇ ਜੋ ਬਾਈਡਨ ਸਾਹਿਬ ਦੇ ਨਾਲ ਜਿਹੜੀ ਕਮਲਾ ਹੈਰਿਸ ਹੈ ਨਾ ਇੱਕ ਬਹੁਤ ਵੱਡਾ ਉਹਨਾਂ ਨੂੰ ਐਡਵਾਂਟੇਜ ਵੀ ਆ ਇਹਦਾ ਘਾਟਾ ਵੀ ਬਹੁਤ ਵੱਡਾ ਕਿ ਔਰਤ ਨਾਲ ਉਹਨੂੰ ਹੈਗੀ ਆ ਐਂਡ ਔਰਤ ਬਲੈਕ ਹੈ ਇਸ ਗੱਲ ਦਾ ਪਤਾ ਨਹੀਂ ਕਿਹੜੇ ਪਾਸੇ ਨੂੰ ਜਾਣੀ ਆ ਅਖੀਰ ਬਾਕੀ ਜਿਹੜੀਆਂ ਪਪੂਲਰ ਵੋਟ ਹੋਣਾ ਤੇ ਦੂਸਰੀ ਵੋਟ ਹੋਣਾ ਬੋਥ ਆਰ ਡਿਫਰੈਂਟ ਥਿੰਗਸ ਹੂ ਨੋਜ਼ ਅਰੇ ਤਾਂ ਦਿਨ ਪਏ ਆ ਕੁਝ ਬਿਲਕੁਲ ਜੀ ਇੱਕ ਪਾਸੇ ਤਾਂ ਯੂਐਸ ਇਲੈਕਸ਼ਨਸ ਨੇ ਜਿੱਤੇ ਪੂਰੀ ਦੁਨੀਆ ਦੀ ਨਜ਼ਰ ਲੱਗੀ ਹੋਈ ਆ ਪਰ ਇਸ ਨਜ਼ਰਾਂ ਕਰਕੇ ਇੱਕ ਹੋਰ ਦੇਸ਼ ਦੀਆਂ ਇਲੈਕਸ਼ਨਸ ਨੇ ਜਿਹੜੀਆਂ ਕਿ ਸ਼ਾਇਦ ਥੋੜੀਆਂ ਜਿਹੀਆਂ ਦਬੀਆਂ ਰਹਿ ਗਈਆਂ ਨਿਊਜ਼ੀਲੈਂਡ ਦੀ ਗੱਲ ਕਰੀਏ ਸਰ ਨਿਊਜ਼ੀਲੈਂਡ ਦੇ ਵਿੱਚ ਵੀ ਅਕਤੂਬਰ ਮਹੀਨੇ ਵਿੱਚ ਆਪਾਂ ਗੱਲ ਕਰ ਰਹੇ ਸੀ ਇਲੈਕਸ਼ਨਸ ਹੋਣ ਜਾ ਰਹੀਆਂ ਨੇ ਅਜਿਹੇ ਵਿੱਚ ਜੇ ਅਸੀਂ ਗੱਲ ਕਰੀਏ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਮੁੜ ਤੋਂ ਦੁਬਾਰਾ ਸੱਤਾ ਵਿੱਚ ਆ ਸਕਦੇ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਪੈਂਡੈਮਿਕ ਨੂੰ ਸੰਭਾਲਿਆ ਜੈਸਿੰਡਾ ਆਰਡਨ ਸਿਰਫ 2 ਹਫ਼ਤੇ ਵਾਸਤੇ ਡਿਲੇ ਕਰ ਸਕਦੇ ਸੀਗੇ ਜੀ ਇਲੈਕਸ਼ਨ ਨੂੰ ਅਕੋਰਡਿੰਗ ਟੂ देयर ਲਾਅ ਉਹਦੇ ਕਰਕੇ ਉਹਨਾਂ ਨੇ ਡਿਲੇ ਹੋ ਗਈ ਹੁਣ ਅਕਤੂਬਰ ਦੇ ਵਿੱਚ ਇਹਦਾ ਰਿਜ਼ਲਟ ਇਹਦੀ ਇਲੈਕਸ਼ਨ ਵੋਟਾਂ ਪੈਣੀਆਂ ਨੇ ਜੀ ਉੱਥੇ ਕਈ ਪਾਰਟੀਆਂ ਨੇ ਇਸ ਵੇਲੇ ਜਿਹੜੀ ਪਾਰਟੀ ਹੈਗਾ ਨਾ ਉੱਥੇ ਨੈਸ਼ਨਲ ਪਾਰਟੀ ਮੈਂ ਸਿਰਫ ਇਹ ਗੱਲ ਦੱਸ ਰਿਹਾ ਕਿ ਗੂਗਲ ਤੇ ਸਰਚ ਕਿਹਦੇ ਬਾਰੇ ਹੋ ਰਹੀ ਹੈ ਗੂਗਲ ਤੇ ਸਰਚ ਸਭ ਤੋਂ ਜ਼ਿਆਦਾ ਨੈਸ਼ਨਲ ਪਾਰਟੀ ਬਾਰੇ ਹੋ ਰਹੀ ਹੈ
ਅਬਾਊਟ 32%, 19% ਹੈਗੀ ਜਿਹੜੀ ਲੇਬਰ ਪਾਰਟੀ ਦੀ। ਲੇਬਰ ਪਾਰਟੀ ਦੀ ਲੀਡਰ ਹੈਗੀ ਹੈ ਜੀ ਜਸਿੰਡਾ ਆਰਡਨ, ਜਿਹੜੀ ਕਿ ਪ੍ਰਾਈਮ ਮਿਨਿਸਟਰ ਹੈਗੀ ਆ। ਪਰ ਜਦੋਂ ਲੋਕਾਂ ਦੇ ਵਿੱਚ ਪੋਪੂਲੈਰਿਟੀ ਦੇਖੀ ਜਾਂਦੀ ਹੈ ਤਾਂ ਪੋਪੂਲੈਰਿਟੀ ਜਿਹੜੀ ਲੇਬਰ ਪਾਰਟੀ ਦੀ ਅਜੇ ਵੀ 52% ਹੈਗੀ ਆ। ਔਰ ਅਨਲੈਸ ਜਸਿੰਡਾ ਆਰਡਨ ਕੋਈ ਗਲਤੀ ਕਰ ਜਾਂਦੀ ਹੈ ਜਾਂ ਕੋਵਿਡ ਦਾ ਹੋਰ ਕੋਈ ਪ੍ਰਕੋਪ ਵੱਡਾ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਉਹਨਾਂ ਦਾ ਹੋ ਸਕਦਾ ਫਰਕ ਪੈ ਜਾਵੇ। ਅਦਰਵਾਈਜ਼ ਲੱਗਦਾ ਹੈ ਕਿ ਜਸਿੰਡਾ ਆਰਡਨ ਹੋਈ ਅਗਲੀ ਪ੍ਰਾਈਮ ਮਿਨਿਸਟਰ ਹੋਏਗੀ ਜੀ। ਇੱਕ ਹੋਰ ਗੱਲ ਕਰਨ, ਉੱਥੋਂ ਦਾ ਜਿਹੜਾ ਸਿਸਟਮ ਹੈ ਨਾ, 120 ਉੱਥੋਂ ਦੇ ਮੈਂਬਰ ਪਾਰਲੀਮੈਂਟਸ ਨੇ, ਉਹ ਉਦੋਂ ਵੱਧ ਵੀ ਸਕਦੇ ਨੇ। ਉਹ ਵੱਧ ਕਿਵੇਂ ਸਕਦੇ ਨੇ? 70 ਮੇਰੇ ਖਿਆਲ ਤਾਂ ਇਲੈਕਟਡ ਮੈਂਬਰਸ ਨੇ। ਜਿਹੜੇ ਬਾਕੀ ਦੇ ਮੈਂਬਰ ਹੈਗੇ ਨੇ ਉਹ ਪੋਪੂਲੈਰਿਟੀ ਜਿਹੜੀ ਵੋਟ ਹੈਗੀ ਆ ਉਹਦੇ ਮੁਤਾਬਕ, ਪਰਸੈਂਟੇਜ ਦੇ ਮੁਤਾਬਕ ਉਹਨੇ ਹੋਰ ਮੈਂਬਰ ਪਾਰਲੀਮੈਂਟਸ ਐਡ ਕਰ ਦਿੱਤੇ ਜਾਂਦੇ ਨੇ। ਸੋ ਜ਼ਰੂਰੀ ਨਹੀਂ ਹੈ ਵੀ 120 ਹੋਈ ਹੋਣ, 120 ਤੋਂ ਵੱਧ ਵੀ ਹੋ ਜਾਂਦੇ ਨੇ। ਇਟਸ ਇੰਟਰਸਟਿੰਗ, ਉਹਨਾਂ ਦਾ ਜਿਹੜਾ ਮਰਗੋਬਾ ਹੈਗਾ ਬੜਾ ਵਧੀਆ ਸਿਸਟਮ, ਬੜਾ ਵਧੀਆ ਬਣਾਇਆ ਹੈ। ਪੋਪੂਲੈਰਿਟੀ ਵੋਟ ਵੀ ਆਉਂਦੀ ਹੈ ਉਹਦੇ 'ਚ, ਤੇ ਕਿਉਂਕਿ ਜਿਹੜੀ ਪੋਪੂਲੈਰਿਟੀ ਵੋਟ ਹੈ ਉਹਦੇ ਨਾਲ ਕਈ ਪਾਰਟੀਆਂ ਐਸੀਆਂ ਨੇ ਵੋਟ ਤਾਂ ਬਹੁਤ ਲੈ ਜਾਂਦੀਆਂ, ਮੈਂਬਰ ਪਾਰਲੀਮੈਂਟ ਉਹਨਾਂ ਨਾਲ ਬਣਦਾ ਨਹੀਂ ਹੈ, ਪਰ ਉਹਦੇ ਨਾਲ ਇਹ ਰਿਪਰੈਜ਼ੈਂਟੇਸ਼ਨ ਮਿਲਦੀ ਹੈ। ਪਰ ਹਜੇ ਜਿਹੜੀ ਹਾਲਾਤ ਲੱਗਦੀ ਹੈ, ਬਾਕੀ ਨਿਊਜ਼ੀਲੈਂਡ ਤੋਂ ਕੋਈ ਆਪਾਂ ਨੂੰ ਦੱਸ ਸਕਦਾ ਵੀ ਉੱਥੇ ਲੋਕਲ ਹਾਲਾਤ ਕੀ ਹੈ, ਲੱਗਦਾ ਹੈ ਕਿ ਜਸਿੰਡਾ ਆਰਡਨ ਦੇ ਉੱਥੇ ਬਣਨ ਦੇ ਦੁਬਾਰੇ ਚਾਂਸਸ ਬਣਦੇ ਜਾ ਰਹੇ ਨੇ। ਬਿਲਕੁਲ। ਗੱਲ ਕਰੀਏ ਚਾਈਨਾ ਦੀ ਸਰ, ਚਾਈਨਾ ਦਾ ਇਸ ਵਕਤ ਕਾਫੀ ਮੁਲਕਾਂ ਨਾਲ ਪੰਗਾ ਪੈ ਰਿਹਾ। ਇੱਕ ਪਾਸੇ ਭਾਰਤ ਦੇ ਨਾਲ ਅੱਖਾਂ ਦਿਖਾ ਰਿਹਾ, ਦੂਜੇ ਪਾਸੇ ਕਦੇ ਆਸਟ੍ਰੇਲੀਆ ਦੇ ਪੱਤਰਕਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਕਦੇ ਕੈਨੇਡਾ ਦੇ ਨਾਗਰਿਕਾਂ ਨੂੰ ਬੰਦੀ ਬਣਾ ਲਿਆ ਜਾਂਦਾ, ਤੇ ਕਦੇ ਅਮਰੀਕਾ ਦੇ ਨਾਲ ਕਾਫੀ ਤੂੰ ਮੈਂ ਚੱਲ ਰਹੀ ਹੈ। ਹੁਣ ਜੋ ਨਵਾਂ ਇਸ ਵਕਤ ਚਾਈਨਾ ਦੇ ਉੱਤੇ ਪਲਟਵਾਰ ਕੀਤਾ ਉਹ ਯੂਐਸ ਨੇ ਕੀਤਾ ਆ। 1000 ਦੇ ਕਰੀਬ ਜਿਹੜੇ ਚਾਈਨਾ ਦੇ ਸਟੂਡੈਂਟਸ ਨੇ ਉਹਨਾਂ ਦਾ ਵੀਜ਼ਾ ਰਿਫਿਊਜ਼ ਕਰ ਦਿੱਤਾ ਗਿਆ। ਚਾਈਨਾ ਨੇ ਹੁਣ ਸਾਰੇ ਫਰੰਟ ਖੋਲੇ ਹੋਏ ਆ, ਇੰਡੀਆ ਵਾਲਾ ਫਰੰਟ ਵੀ ਖੁੱਲਾ, ਯੂਐਸ ਵਾਲਾ ਵੀ ਖੁੱਲਾ, ਜਿੱਥੇ ਤਾਈਵਾਨ ਵਾਲਾ ਤਾਂ ਪਹਿਲਾਂ ਤਾਂ ਚੱਲੀ ਜਾਂਦਾ, ਕੁਛ ਨਾ ਕੁਛ ਹੋ ਹੀ ਤੁਰਿਆ ਜਾਂਦਾ। 1000 ਸਟੂਡੈਂਟਸ ਨੂੰ ਰਿਫਿਊਜ਼ ਕਰ ਦਿੱਤਾ ਗਿਆ ਵੀਜ਼ੇ ਆਲਰੇਡੀ ਦਿੱਤੇ ਹੋਏ ਸੀਗੇ, ਉਹ ਰਿਫਿਊਜ਼ ਕਰ ਦਿੱਤੇ ਗਏ ਨੇ। ਕਿਉਂ? ਕਹਿੰਦੇ ਜੀ ਅਸੀਂ, ਸਾਡੀ ਸਿਕਿਉਰਿਟੀ ਨੂੰ ਖਤਰਾ ਹੈਗਾ। ਉਹ ਕਈ ਉਹਨਾਂ ਚ ਸਟੂਡੈਂਟਸ ਐਸੇ ਨੇ ਜਿਹੜੇ ਕਿ ਉੱਥੋਂ ਦੀ ਮਿਲਟਰੀ ਸਰਵਿਸ ਵਾਸਤੇ ਕੰਮ ਕਰਦੇ ਨੇ। ਉਹਦਾ ਚਾਈਨਾ ਨੇ ਕੋਈ ਰੀਜ਼ਨ ਦਿੱਤਾ। ਰੀਜ਼ਨ ਇਹ ਹੈ ਕਿ ਉੱਥੋਂ ਦੀ ਜਿਹੜੀ ਇੰਸਟੀਟਿਊਸ਼ਨਸ ਨੇ, ਐਜੂਕੇਸ਼ਨ ਇੰਸਟੀਟਿਊਸ਼ਨਸ, ਬਹੁਤਿਆਂ ਦਾ ਨਾਮ ਮਿਲਟਰੀ ਅਕੈਡਮੀ ਦੇ ਨਾਲ ਲੱਗਦਾ, ਜਿਵੇਂ ਆਪਣੇ NDA ਵਗੈਰਾ ਹੈਗੀਆਂ ਨੇ, ਮਿਲਟਰੀ ਸਕੂਲਸ ਹੈਗੇ ਨੇ, ਸੈਨਿਕ ਸਕੂਲ ਹੈਗੇ ਨੇ। ਪਰ ਉਹ ਚ ਪੜ੍ਹਾਈ ਤਾਂ ਦੂਜੀ ਕੀਤੀ ਜਾਂਦੀ ਹੈ ਨਾਲ। ਪਰ ਅਮਰੀਕਾ ਨੇ ਇਹ ਬੜਾ ਵਧੀਆ ਬਹਾਨਾ ਲੈ ਰਿਹਾ ਵੀ ਜਿਹਦੇ ਨਾਲ ਆਰਮੀ ਲੱਗਦਾ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦਾ ਵੀਜ਼ਾ ਖਤਮ ਕਰਤਾ। ਵੈਸੇ 3,70,000 ਚਾਈਨੀਜ਼ ਸਟੂਡੈਂਟ ਪਿਛਲੇ ਸਾਲ ਰਜਿਸਟਰ ਹੋਇਆ ਹੈ। ਸਭ ਤੋਂ ਵੱਧ ਸਟੂਡੈਂਟ ਜੇ ਕਿਤੇ US ਦੇ ਵਿੱਚ ਪੜ੍ਹਨ ਆਉਂਦਾ ਤਾਂ ਚਾਈਨਾ ਤੋਂ ਆਉਂਦਾ, ਇੰਡੀਆ ਤੋਂ ਬਾਅਦ ਆਉਂਦਾ ਜੀ। ਇੰਨੇ ਬੱਚੇ ਉੱਥੇ ਪੜ੍ਹਨ ਆਉਂਦੇ ਨੇ, ਬੜਾ ਵੱਡਾ ਇਕਨੋਮੀ 'ਚ ਹਿੱਸਾ ਵੀ ਪੈਂਦਾ ਨਹੀਂ। ਪਰ ਟਰੰਪ ਸਾਹਿਬ ਦਾ ਉਹਨਾਂ ਨਾਲ ਪੰਗਾ ਪਿਆ ਹੋਇਆ, ਅਸੀਂ ਜੀ ਉਹਨਾਂ ਨੂੰ ਬੈਨ ਕਰਤਾ ਚਾਈਨਾ ਦੇ ਨਾਲ। ਅਸੀਂ ਹੋਰ ਜਿਹੜੇ 1000 ਸਟੂਡੈਂਟ ਨੂੰ ਮਿਲਿਆ ਹੋਇਆ ਸੀਗਾ, ਦੈਟਸ ਕੈਂਸਲ ਨਾਓ। ਬਿਲਕੁਲ ਸਰ, ਆਸਟ੍ਰੇਲੀਆ ਦੀ ਗੱਲ ਕਰੀਏ, ਇਸ ਵਕਤ ਆਸਟ੍ਰੇਲੀਆ ਦੇ ਵਿੱਚ ਅਸੀਂ ਗੱਲ ਕਰੀਏ ਖਾਸ ਤੌਰ ਤੇ ਵਿਕਟੋਰੀਆ ਵਾਲੀ ਸਾਈਡ, ਕਰੋਨਾ ਵਾਇਰਸ ਦੇ ਕਾਫੀ ਮਾਮਲੇ ਜਿਹੜੇ ਆ ਵੱਧ ਗਏ ਸੀ, ਜਿਸ ਤੋਂ ਬਾਅਦ ਕਰਫਿਊ ਤੱਕ ਦੇ ਹਾਲਾਤ ਪੈਦਾ ਹੋ ਗਏ ਸੀ। ਇਹਨੂੰ ਕਹਿ ਲਈਏ ਸੈਕੰਡ ਵੇਵ ਕਹਿ ਲਈਏ ਜਾਂ ਕੀ ਕਹਿ ਲਈਏ, ਪਰ ਲਗਾਤਾਰ ਇੱਕਦਮ ਖਤਮ ਹੋਣ ਤੋਂ ਬਾਅਦ ਫਿਰ ਉਛਾਲ ਆਇਆ ਉੱਥੇ ਕਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ। ਇਸ ਵਕਤ ਕੀ ਤਾਜ਼ਾ ਹਾਲਾਤ ਨੇ ਕਿ ਉੱਥੇ ਮਾਮਲੇ ਘਟ ਰਹੇ ਨੇ ਜਾਂ ਫਿਰ ਤੋਂ ਵਧਣੇ ਸ਼ੁਰੂ ਹੋ ਗਏ? ਵਿਕਟੋਰੀਆ ਦੇ ਪ੍ਰੀਮੀਅਰ ਨੇ ਡੈਨੀਅਲ ਐਂਡਰਿਊਸ, ਉਹਨਾਂ ਨੇ ਸਿੱਧਾ ਹੀ ਕਿਹਾ ਜੀ ਮੈਲਬੌਰਨ ਦੇ ਵਿੱਚ ਕਰਫਿਊ ਹੈ। ਜਿਹੜੇ ਉਹਨਾਂ ਦੇ ਵਿਰੋਧੀ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਇਹਨਾਂ ਨੇ ਪੁਲਿਸ ਵਾਲਿਆਂ ਨੂੰ ਨਹੀਂ ਪੁੱਛਿਆ ਵੀ ਕੀ ਕਰਨਾ ਸੀਗਾ, ਪੁਲਿਸ ਦੀ ਸਲਾਹ ਵੀ ਨਹੀਂ ਲਈ। ਉਹ ਕਹਿੰਦੇ ਨਹੀਂ ਮੈਂ ਸਲਾਹ ਕਿਸੇ ਦੀ ਲੈਣੀ ਨਹੀਂ, ਮੈਨੂੰ ਲੱਗਦਾ ਜੇ ਹਾਲਾਤ ਆਪਦੇ ਕੰਟਰੋਲ ਚੋਂ ਬਾਹਰ ਹੈਗੇ ਆ ਤਾਂ ਅਸੀਂ ਉਹਨੂੰ ਕੰਟਰੋਲ ਐਵੇਂ ਹੀ ਕਰ ਸਕਦੇ ਹਾਂ, ਮੈਂ ਤਾਂ ਇਹ ਕਰੂੰਗਾ। ਔਰ ਉਹਦਾ ਫਰਕ ਵੀ ਹੈ, ਜਦੋਂ ਤੁਸੀਂ ਕਰਫਿਊ ਲਾ ਦਿੰਦੇ ਹੋ ਮੂਵਮੈਂਟ ਘਟ ਜਾਂਦੀ ਹੈਗੀ ਆ, ਉਹਦੇ ਨਾਲ ਜਿਹੜੇ ਕੇਸਿਸ ਆ ਅੱਗੇ ਨਾਲੋਂ ਘਟਣ ਲੱਗ ਪਏ ਹੈਗੇ ਨੇ। ਪਰ ਜਿਹੜੇ ਨੰਬਰ ਤੇ ਆਉਣਾ ਚਾਹੀਦਾ ਹੈਗਾ ਹਜੇ ਉਹ ਹੈ ਨਹੀਂਗਾ। ਤੇ ਐਂਡਰੂ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਅਗਲੇ ਹਫ਼ਤੇ ਦੇ ਵਿੱਚ, ਸੋ ਹਫ਼ਤੇ ਵਾਲੇ ਕਰਫਿਊ ਹੋਏਗਾ ਜੀ ਤੁਹਾਡੇ, ਜੇ ਅਗਲੇ ਹਫ਼ਤੇ ਦੇ ਵਿੱਚ ਜੇ ਉਹ ਨੰਬਰਸ ਥੱਲੇ ਜਾਂਦੇ ਆ ਤਾਂ ਮੈਂ ਸੋਚਾਂਗਾ ਕਿ ਸ਼ਾਇਦ ਇਹਦੇ ਵਿੱਚ ਕੋਈ ਢਿੱਲ ਕੀਤੀ ਜਾਵੇ। ਅਦਰਵਾਈਜ਼ ਵੈਸੇ ਤਾਂ ਨਾ ਉਹ ਕਰਫਿਊ ਦੇ ਦੌਰਾਨ ਨਾ ਜਿਹੜੇ ਲੋਕ ਸਿਰਫ ਕੰਮ ਤੇ ਜਿਹਨੇ ਜਾਣਾ ਉਹ ਜਾ ਸਕਦੇ ਆ, ਖਾਸ ਜਿਹੜੀ ਜ਼ਰੂਰੀ ਕੰਮ ਵਾਲੇ ਆ ਉਹੀ ਜਾ ਸਕਦੇ, ਬਾਕੀ ਸਾਰਿਆਂ ਨੂੰ ਕਿਸੇ ਨੂੰ ਅਲਾਉਡ ਨਹੀਂ ਹੈ ਜੀ। ਸੋ ਮੇਰਾ ਤਾਂ ਖਿਆਲ ਹੈ ਅਜਿਹਾ ਜਿਹੜਾ ਸਟੈਪ ਹੈਗਾ ਚੰਗੀ ਗੱਲ ਹੈਗੀ ਹੈ। ਇਟਸ ਈਜ਼ੀ ਟੂ ਕੰਟਰੋਲ ਦਾ COVID-19 ਦੈਨ ਐਵੇਂ ਆਪ ਮੁਹਾਰੇ ਤੁਰੇ ਫਿਰਨਾ। ਆਪਣੇ ਇਹ ਗੱਲ ਹੋਈ ਹੈ ਜਦੋਂ ਆਪ ਮੁਹਾਰੇ ਤੁਰਨ ਫਿਰ ਲੱਗ ਗਏ। ਸਾਡੇ ਪੀਲ ਦੇ ਵਿੱਚ ਦੇਖ ਲਓ ਵਿਆਹ ਵੀ ਹੋਣ ਲੱਗ ਪਿਆ, ਇੰਨਾ ਕੁਛ ਹੋਣ ਲੱਗ ਗਿਆ, ਸਾਡੇ ਕੇਸਿਸ ਵਧਣ ਲੱਗ ਪਏ ਸੀ। ਥੋੜਾ ਸਮਝ ਜਾਓ, ਪਤਾ ਨਹੀਂ ਹੈ। ਕੁਬੈਕ ਦੇ ਵਿੱਚ ਜੀ ਪ੍ਰੀਮੀਅਰ ਸਾਹਿਬ ਨੇ ਕਹਿਤਾ ਵੀ ਜੁਰਮਾਨਾ ਹੋਇਆ ਕਰੂਗਾ ਜਿਹਦੇ ਮਾਸਕ ਨਹੀਂ ਲੱਗਿਆ ਕਰਨਗੇ ਜਿੱਥੇ ਮੈਂਡੇਟਰੀ ਹੈ। ਤੇ ਇਹ ਗੱਲ ਸ਼ਾਇਦ ਇੱਥੇ ਵੀ ਆ ਜਾਵੇ, ਸ਼ਾਇਦ ਇੱਥੇ ਸਖਤੀ ਵੀ ਨਾ ਹੋ ਜਾਵੇ। ਬਿਲਕੁਲ ਜੀ ਸਰ, ਆਪਾਂ ਕੈਨੇਡਾ ਤੇ ਵੀ ਆਵਾਂਗੇ। ਆਸਟ੍ਰੇਲੀਆ ਦੇ ਵਿੱਚ ਮੈਂ ਥੋੜੀ ਜਿਹੀ ਇੱਕ ਖਬਰ ਹੋਰ ਡਿਸਕਸ ਕਰਨਾ ਚਾਹੂੰਗੀ ਕਿ ਇਸ ਵਕਤ ਸੁਣਨ ਦੇ ਵਿੱਚ ਆਇਆ ਕਿ ਪਿਛਲੇ 22 ਸਾਲਾਂ ਦੇ ਮੁਕਾਬਲੇ ਆਸਟ੍ਰੇਲੀਆ ਦੀ GDP ਇੰਨੀ ਥੱਲੇ ਕਦੇ ਨਹੀਂ ਗਈ ਜਿੰਨੀ ਹੁਣ ਗਈ ਹੈ। ਪੈਂਡੈਮਿਕ ਨੇ ਇੱਕਦਮ ਇੱਕ ਤਰ੍ਹਾਂ ਨਾਲ GDP ਸਾਰੇ ਦੇਸ਼ਾਂ ਦੇ ਉੱਤੇ ਅਸਰ ਪਿਆ, ਪਰ ਆਸਟ੍ਰੇਲੀਆ ਦੀ ਪਿਛਲੇ 22 ਸਾਲਾਂ ਦੇ ਮੁਕਾਬਲੇ ਹੁਣ ਤੱਕ ਸਭ ਤੋਂ ਹੇਠਾਂ ਡਿੱਗੀ
ਹੈਗੀ ਹੈ। ਤੇ ਉੱਥੇ ਦੂਜੇ ਪਾਸੇ ਸੁਣਨ ਦੇ ਵਿੱਚ ਆ ਰਿਹਾ ਕਿ ਨੈਸ਼ਨਲ ਆਸਟ੍ਰੇਲੀਅਨ ਬੈਂਕ ਜਿਹੜਾ ਇੱਕ ਨਵਾਂ ਕ੍ਰੈਡਿਟ ਕਾਰਡ ਜਿਹੜਾ ਆ ਆਪਣੇ ਕਸਟਮਰਸ ਨੂੰ ਦੇ ਰਿਹਾ, ਜਿਹਦੇ ਉੱਤੇ ਕਿਸੇ ਤਰੀਕੇ ਦਾ ਕੋਈ ਇੰਟਰਸਟ ਨਹੀਂ ਪਏਗਾ। ਮੈਨੂੰ ਇਹ ਕ੍ਰੈਡਿਟ ਕਾਰਡ ਚੰਗਾ ਲੱਗਿਆ ਤਾਂ ਉਹ ਇਸ ਕਰਕੇ ਹੈ ਕਿ ਕੋਈ ਇੰਟਰਸਟ ਨਹੀਂ, ਲੇਟ ਕੋਈ ਫੀਸ ਨਹੀਂ ਹੈਗੀ, ਕੋਈ ਕੁਛ ਨਹੀਂ ਹੈ। ਤੁਸੀਂ ਪੈਸੇ ਵਰਤਣੇ ਉਹ 'ਚ ਇੱਕ ਉਹਦੀ ਸ਼ਰਤ ਹੈ। ਸ਼ਰਤ ਇਹ ਹੈ ਕਿ $1000 ਹੈਗਾ ਤਾਂ ਤੁਹਾਨੂੰ $10 ਦੇਣੇ ਪੈਣਗੇ ਮਹੀਨੇ ਦੇ। ਜੇ $2000 ਹੈਗਾ ਤਾਂ $15 ਦੇਣੇ ਪੈਣਗੇ। ਜੇ $3000 ਹੈਗਾ ਤਾਂ $20, ਸਮਥਿੰਗ ਲਾਈਕ ਦੈਟ ਹੈਗਾ। ਤੁਹਾਨੂੰ ਉਹਦੇ ਤੇ ਤੁਹਾਨੂੰ ਫੀਸ ਦੇਣੀ ਪਿਆ ਕਰੇਗੀ। ਪਰ ਇੱਕ ਗੱਲ ਬੜੀ ਚੰਗੀ ਹੈ ਤਰਨ ਇਹਦੇ ਵਿੱਚ, ਜਿਹੜਾ ਬੈਲੈਂਸ ਹੈਗਾ ਤਾਂ ਹੀ ਤੁਹਾਨੂੰ ਦੇਣੇ ਪੈਣਗੇ। ਜੇ ਤੁਸੀਂ ਉਹਨੂੰ ਹਰ ਮਹੀਨੇ ਵਰਤਦੇ ਹੋ, ਮਹੀਨਾ ਮੁੱਕਣ ਤੋਂ ਪਹਿਲਾਂ ਸਾਰਾ ਵਾਪਸ ਕਰ ਦਿੰਦੇ ਹੋ, ਫਿਰ ਤੁਹਾਨੂੰ ਕੁਝ ਵੀ ਨਹੀਂ ਦੇਣਾ ਪਊਗਾ, ਫੀਸ ਵੀ ਨਹੀਂ ਦੇਣੀ ਪਵੇਗੀ। ਜਿਹੜੀ ਮਿਨੀਮਮ ਉਹਨਾਂ ਨੇ ਪੇਮੈਂਟ ਰੱਖੀ $1000 ਦੇ ਵਾਸਤੇ $35 ਦੀ, ਉਹਦੇ ਵਿੱਚੋਂ $10 ਇਹ ਫੀਸ ਵੀ ਹੋਇਆ ਕਰੇਗੀ। ਸੋ ਇਟ ਮੀਨਸ ਜਿਹੜਾ ਕੋਈ ਅਗਲੇ ਨੂੰ ਸੰਭੜ ਕੇ ਕੋਈ ਚੱਲ ਸਕਦਾ, ਉਸ ਨੂੰ ਪੈਸੇ ਨੂੰ ਐਕਸੈਸ ਹੈਗਾ ਕੁਝ ਦਿਨਾਂ ਵਾਸਤੇ, ਤੇ ਜੇ ਉਹ ਵਾਪਸ ਕਰ ਦਿੰਦਾ ਤਾਂ ਉਹਨੂੰ ਕੋਈ ਫੀਸ ਨਹੀਂ, ਕੋਈ ਕੁਛ ਨਹੀਂ। ਇਟਸ ਆਈ ਗੈਸ ਅੱਛਾ ਇਹ ਉਹਦੇ ਇਸੇ ਜਿਹੜੇ ਸਿਸਟਮ ਦੇ ਉੱਤੇ ਕਾਮਨਵੈਲਥ ਜਿਹੜਾ ਬੈਂਕ ਹੈਗਾ ਜੀ ਆਸਟ੍ਰੇਲੀਆ ਵਾਲੇ ਤੁਹਾਡੇ, ਉਹਨੇ ਵੀ ਇੱਕ ਕ੍ਰੈਡਿਟ ਕਾਰਡ ਇਸੇ ਦੇ ਨਾਲ ਦਾ ਕ੍ਰੈਡਿਟ ਜਾਂ ਲੈ ਕੇ ਆ ਰਿਹਾ ਜਾਂ ਬੜੀ ਛੇਤੀ ਇਸ਼ੂ ਕਰ ਰਹੇ ਨੇ। ਸੋ ਦੋਨਾਂ ਦਾ ਮੁਕਾਬਲਾ ਚੱਲ ਰਿਹਾ ਜੀ। ਇੱਕ ਨਵਾਂ ਕ੍ਰੈਡਿਟ ਕਾਰਡ ਤੁਹਾਡੇ ਦੇਸ਼ ਵਿੱਚ ਆ ਰਿਹਾ ਜੀ ਤੁਹਾਡੇ ਵਾਸਤੇ। ਬਿਲਕੁਲ ਸਰ, ਉੱਥੇ ਹੀ ਤੁਸੀਂ ਗੱਲਬਾਤ ਕਰ ਰਹੇ ਸੀ ਕਿਊਬਿਕ ਦੇ ਵਿੱਚ ਮਾਸਕ ਜਿਹੜੇ ਮੈਂਡੇਟਰੀ ਕਰ ਦਿੱਤੇ ਗਏ ਨੇ ਤੇ ਆਉਣ ਵਾਲੇ ਸਮੇਂ ਵਿੱਚ ਫਾਈਨਸ ਹੋਣੇ ਸ਼ੁਰੂ ਹੋ ਚੁੱਕੇ ਨੇ। ਹੁਣ ਗੱਲ ਕਰੀਏ ਆਪਾਂ ਬਰੈਂਪਟਨ ਦੀ, ਤਾਂ ਬਰੈਂਪਟਨ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਕਈ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਮਿਸਟਰ ਫੋਰਡ ਨੇ ਵੀ ਜਿਵੇਂ ਕਿਹਾ ਕਿ GTA ਜਿਹੜਾ ਰੀਜਨ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਇਸ ਵਕਤ ਹੌਟ ਸਪੌਟ ਦੇਖਣ ਨੂੰ ਮਿਲ ਰਿਹਾ ਕਰੋਨਾ ਵਾਇਰਸ ਕਰਕੇ। ਬਰੈਂਪਟਨ ਦੇ ਵਿੱਚ ਗਾਰਬੇਜ ਨੂੰ ਲੈ ਕੇ ਜਿਹੜੀ ਇਸ ਵਕਤ ਕਲੈਕਸ਼ਨ ਹੁੰਦੀ ਆ, ਉਹ ਵੀ ਪੀਰੀਅਡ ਕਹਿੰਦੇ ਜਿਹੜਾ ਆ ਸਸਪੈਂਡ ਕਰ ਦਿੱਤਾ ਗਿਆ। ਹਾਂ, ਇਹ ਹਰ ਇੱਕ ਜਦੋਂ ਨਵਾਂ ਮੌਸਮ ਆਉਂਦਾ ਤਾਂ ਉਦੋਂ ਪਹਿਲਾਂ ਇੱਕ ਵਾਰੀ ਤੁਸੀਂ ਜਿੰਨਾ ਮਰਜ਼ੀ ਗਾਰਬੇਜ ਬਾਹਰ ਰੱਖੋ, ਜਿਹੜੀ ਮਿਊਨਿਸਪੈਲਿਟੀ ਉਹ ਕਲੈਕਟ ਕਰਕੇ ਲੈ ਕੇ ਜਾਂਦੀ ਹੈ। ਇਸ ਵਾਰੀ ਜੀ ਇਹ ਬਰੈਂਪਟਨ ਵਾਲੀ ਖਬਰ ਹੈਗੀ ਹੈ ਜੀ, ਵੱਧ ਸਮਾਨ ਨਹੀਂ ਜਾਵੇਗਾ। ਜਿਹੜੀ ਰੈਗੂਲਰ ਪਿਕਅਪ ਹੈਗੀ ਹੈ COVID-19 ਕਰਕੇ ਉਹੀ ਰਹੇਗੀ। ਜਿਹਦੇ ਕਿਤੇ ਕੋਈ ਵਾਧੂ ਸਮਾਨ ਹੁੰਦਾ ਵੀ ਉਹ ਬਾਹਰ ਕੱਢ ਦਿਆਂਗੇ, ਨਹੀਂ ਜੀ, ਤੁਹਾਨੂੰ ਉਹ ਜੀ ਹੁਣ ਆਪ ਜਾ ਕੇ ਸਿੱਟ ਕੇ ਆਉਣਾ ਪਵੇਗਾ। ਸੋ ਤੁਸੀਂ ਇਸ ਗੱਲ ਦੀ ਉਡੀਕ ਨਾ ਕਰੋ। ਬਰੈਂਪਟਨ ਸਿਟੀ ਵੱਲੋਂ ਆਲਰੇਡੀ ਆਦੇਸ਼ ਆ ਗਏ ਨੇ ਕਿ ਜਿਹਦੇ ਕੋਲੇ ਵਾਧੂ ਸਮਾਨ ਪਿਆ ਉਹਨੂੰ ਤੁਹਾਨੂੰ ਆਪ ਜਾ ਕੇ ਡੰਪ ਕਰਨਾ ਪਵੇਗਾ, ਡੰਪ ਵਾਲੀ ਜਗ੍ਹਾ ਤੇ ਕਰਨਾ ਪਵੇਗਾ, ਦੂਜੀ ਥਾਂ ਤੇ ਜੁਰਮਾਨਾ ਹੋਏਗਾ। ਸੋ ਇਹ ਆਸ ਨਾ ਰੱਖੋ ਵੀ ਤੁਹਾਡੇ ਚੱਕਿਆ ਜਾਏਗਾ ਜੀ। ਘਰੇ ਜਿਹੜੇ ਗਰਾਜ ਭਰੇ ਪਏ ਨੇ ਚੱਕ ਕੇ ਖਾਲੀ ਕਰ ਲਓ, ਚੰਗੇ ਰਹੋਗੇ। ਬਿਲਕੁਲ ਸਰ, ਉਹਦਾ ਸਸਕੈਚੁਅਨ ਦੀ ਇੱਕ ਫੈਮਿਲੀ ਦੀ ਗੱਲ ਕਰੀਏ, 4 ਸਾਲ ਦੇ ਬੱਚੇ ਦਾ ਇਲਾਜ ਕਰਵਾਇਆ ਗਿਆ। ਇੱਕ ਨਾਮੁਰਾਦ ਬਿਮਾਰੀ ਤੋਂ ਕਾਫੀ ਪੀੜਤ ਸੀ ਬੱਚਾ। ਬਿੱਲ ਆਇਆ ਹਸਪੀਟਲ ਦਾ $1 ਮਿਲੀਅਨ। ਹਾਂ ਤਰਨ, ਦੇਖੋ ਕਿਹੜੀ ਗੱਲ ਹੈਗੀ ਆ, ਬੱਚੇ ਨੂੰ ਐਸੀ ਬਿਮਾਰੀ ਸੀ ਕਿ ਉਹਨੂੰ ਬ੍ਰੇਨ ਦੇ ਸੈਲਸ ਡਿਵੈਲਪ ਨਹੀਂ ਸੀ ਹੋ ਰਹੇ, ਔਰ ਉਹਦਾ ਆਪਣੇ ਕੈਨੇਡਾ 'ਚ ਇਲਾਜ ਹੈਗਾ। ਪਰ ਕੈਨੇਡਾ 'ਚ ਉਹਦੇ ਹੁਣ ਪੈਸੇ ਇਹਨਾਂ ਨੇ ਜਾ ਕੇ ਜੀ US ਦੇ ਵਿੱਚ ਕਰਵਾਇਆ, ਮੇਰੇ ਖਿਆਲ ਮਿਨੀਐਪੋਲਿਸ ਦੇ ਵਿੱਚ ਜਾ ਕੇ ਇਹਨਾਂ ਨੇ ਕਰਵਾਇਆ। ਇੱਥੇ ਕਿਉਂ ਨਹੀਂ ਕਰਵਾਇਆ? ਕਿਉਂਕਿ ਉਹਦੀ ਵੇਟਿੰਗ ਟਾਈਮ ਬਹੁਤ ਜ਼ਿਆਦਾ ਸੀ। ਉਹ ਉੱਥੋਂ ਸਸਕੈਚੁਆਨ 'ਚ ਉਹਨਾਂ ਨੂੰ ਟੋਰਾਂਟੋ ਆਉਣਾ ਪੈਣਾ ਸੀਗਾ, ਪਰ ਇੱਥੇ ਅਵੇਲੇਬਿਲਿਟੀ ਹੈ ਨਹੀਂ ਸੀਗੀ, ਸੋ ਡਿਲੇ ਨਹੀਂ ਸੀ ਕਰ ਸਕਦੇ। ਬਟ ਇਟਸ ਕਾਸਟਿੰਗ them $1 million ਓਵਰ देयर। ਸਰਕਾਰ ਤਾਂ ਹੀ ਉੱਥੇ $1 million ਉਹਦੇ 'ਚ ਹਿੱਸਾ ਪਾਏਗੀ ਜੇ ਇੱਥੇ ਉਹਨਾਂ ਨੂੰ ਜਗ੍ਹਾ ਨਾ ਮਿਲਦੀ। ਜੇ ਇੱਥੋਂ ਉਹਨਾਂ ਨੂੰ ਰਿਫਿਊਜ਼ ਕੀਤਾ ਗਿਆ ਹੁੰਦਾ ਫਿਰ ਸਰਕਾਰ ਨੇ ਉਹਨਾਂ ਫਾਈਨੈਂਸ਼ੀਅਲੀ ਮਦਦ ਕਰਨੀ ਸੀ। ਹੁਣ ਸਰਕਾਰ ਨੇ ਮੇਰਾ ਖਿਆਲ ਹੁਣ ਤੱਕ ਮਦਦ ਨਹੀਂ ਹੋ ਰਹੀ। ਸੋ ਉਹਨਾਂ ਨੇ ਕਲੈਕਸ਼ਨ ਕਰਨ ਲੱਗੇ ਹੋਏ ਜੀ। ਉਹਨਾਂ ਦਾ ਪਹਿਲਾ ਟਾਰਗੇਟ $1 ਲੱਖ ਦਾ ਸੀਗਾ। $1 ਲੱਖ ਦੇ ਵਿੱਚ ਹੁਣ ਤੱਕ 87,000 ਉਹਨਾਂ ਕੋਲੇ ਇਕੱਠਾ ਹੋ ਚੁੱਕਿਆ ਹੈਗਾ। ਉਹਨਾਂ ਨੇ ਅਪੀਲ ਵੀ ਕੀਤੀ ਹੈ। ਬੱਚੇ ਨੂੰ ਆਸ ਹੈ ਨਹੀਂ ਸੀਗੀ ਜੀ ਉਹਨਾਂ ਨੂੰ, ਪਰ ਹੁਣ ਬੱਚੇ ਦੀ ਨਵੰਬਰ ਦੇ ਐਂਡ ਤੱਕ ਪਤਾ ਲੱਗੇਗਾ ਕਿ ਐਕਚੁਅਲੀ ਉਹਦੀ ਹਾਲਤ ਕੀ ਹੈਗੀ ਹੈ। ਪਰ ਜਿਹੜੀਆਂ ਪਹਿਲੀਆਂ ਰਿਪੋਰਟਸ ਹੈਗੀਆਂ ਨੇ, ਬੱਚਾ ਇੰਪਰੂਵ ਕਰਨਾ ਹੈ। 4 ਸਾਲ ਦਾ ਬੱਚਾ, ਛੋਟਾ ਬੱਚਾ, ਤੈਨੂੰ ਦੇਖੋ ਤਰ੍ਹਾਂ ਦੀਆਂ ਬਿਮਾਰੀਆਂ ਨੇ। ਅੱਗੇ ਤਾਂ ਪਤਾ ਨਹੀਂ ਸੀ ਲੱਗਦਾ ਹੁੰਦਾ ਬਿਮਾਰੀ ਕੀ ਹੈਗੀ ਹੈ। ਕੋਈ ਨਾ ਕੋਈ ਸਾਧਨ ਬਣ ਜਾਂਦਾ ਹੈ ਉਹਨਾਂ ਦਾ ਬੱਚਾ ਹੋਪਫੁਲੀ ਜੀ ਤੰਦਰੁਸਤ ਹੋ ਜਾਵੇ। ਸਰ, ਜੇ ਤੁਹਾਨੂੰ ਯਾਦ ਹੋਵੇ ਤਾਂ ਲਗਭਗ 2-3 ਹਫ਼ਤੇ ਪਹਿਲਾਂ ਇੱਕ ਐਵੇਂ ਦੇ ਪੰਜਾਬੀ ਬੱਚੇ ਦੀ ਵੀ ਬਿਮਾਰੀ ਦੀ ਗੱਲ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਪੰਜਾਬੀ ਐਕਟਰੈਸ ਨੀਰੂ ਬਾਜਵਾ ਨੇ ਵੀ ਇੱਕ ਐਫਰਟ ਕੀਤਾ ਸੀ। ਉਹਨਾਂ ਨੇ ਲੋਕਾਂ ਨੂੰ ਵੀ ਕਿਹਾ ਸੀ ਕਿ ਵੱਧ ਤੋਂ ਵੱਧ ਸਹਿਯੋਗ ਕਰੋ। $1 ਮਿਲੀਅਨ ਇਕੱਠਾ ਕਰਨ ਦਾ ਉਸ ਵੇਲੇ ਵੀ ਟਾਰਗੇਟ ਸੀਗਾ ਤੇ ਸਾਡੀ ਕਮਿਊਨਿਟੀ ਨੇ ਇੰਨੀ ਜ਼ਿਆਦਾ ਹੈਲਪ ਕੀਤੀ ਕਿ ਲਗਭਗ 2-3 ਹਫ਼ਤਿਆਂ ਦੇ ਵਿੱਚ $1 ਮਿਲੀਅਨ ਇਕੱਠਾ ਹੋ ਗਿਆ ਸੀ। ਸਾਰੇ ਸਟਾਫਸ ਨੇ ਸਪੋਰਟ ਕੀਤਾ, ਜਿਹੜਾ ਜਿੰਨੀ ਹੈਲਪ ਕਰ ਸਕਦਾ ਸੀ ਸਭ ਨੇ ਹੈਲਪ ਕੀਤੀ। ਕਰਨ ਉਹ ਗੱਲ ਹੈਗੀ ਆ। ਵੈਸੇ ਸਾਡੀ ਕਮਿਊਨਿਟੀ ਇਸ ਗੱਲੋਂ ਬਹੁਤ ਅੱਗੇ ਵੱਧ ਕੇ ਕੰਮ ਕਰਦੀ ਹੈ ਤੇ ਜਿਹੜੀਆਂ ਸੈਲੀਬ੍ਰਿਟੀਜ਼ ਦਾ ਆ ਜਾਣਾ ਉਹਦਾ ਬਹੁਤ ਫਰਕ ਪੈ ਜਾਂਦਾ, ਕਿਉਂਕਿ ਉਹਦਾ ਐਕਸਪੋਜ਼ਰ ਜ਼ਿਆਦਾ ਮਿਲ ਜਾਂਦਾ। ਔਰ ਇਹ ਚੰਗੀ ਗੱਲ ਹੈ ਕਿ ਸੈਲੀਬ੍ਰਿਟੀਜ਼ ਜਦੋਂ ਅਜਿਹੇ ਕੰਮ ਦੇ ਵਿੱਚ ਆਪਦੀ ਸ਼ਮੂਲੀਅਤ ਕਰਦੀਆਂ ਨੇ, ਚਾਹੇ ਆਪ ਕੁਝ ਪਾਉਣ ਜਾਂ ਨਾ ਪਾਉਣ, ਉਹਨਾਂ ਦਾ ਜਿਹੜਾ ਯੋਗਦਾਨ ਹੈ ਐਜ਼ ਏ ਪਰਸਨ ਆ ਜਾਂਦਾ ਤਾਂ ਲੋਕੀ ਉਹਨੂੰ ਫੋਲੋ ਕਰਦੇ ਆ। ਔਰ ਇਹ
ਚੰਗੀ ਗੱਲ ਆ। ਕਈ ਸੈਲੀਬ੍ਰਿਟੀਜ਼ ਬਹੁਤ ਵੱਡੀਆਂ ਨੇ, ਆਪਾਂ ਕੋਵਿਡ ਦੇ ਵਿੱਚ ਅੱਗੇ ਵੀ ਗੱਲ ਕੀਤੀ ਸੀ, ਮੈਂ ਕਾਹਨੂੰ ਨਾਂ ਲੈਣਾ, ਬੜਾ ਵੱਡਾ ਐਕਟਰ ਹੈ ਜੀ, ਉਹਨੇ ਕਹਿੰਦਾ ਮੈਂ ਤਾਂ ਦੱਸੇ ਬਿਨਾਂ ਹੀ ਦਾਨ ਦਿੰਨਾ। ਚਲੋ ਠੀਕ ਹੈ, ਪਰ ਤੁਸੀਂ ਇਨਸੈਂਟਿਵ ਜੇ ਦੱਸਦੇ ਹੋ ਕਿ ਅਮਿਤਾਭ ਬੱਚਨ ਨੇ ਫਲਾਣੇ ਥਾਂ ਤੇ ਇੰਨੇ ਪੈਸੇ ਦਿੱਤੇ ਤਾਂ ਹੋਰ ਵੀ ਉਹਨੂੰ ਪੈਸੇ ਦੇਣਗੇ, ਪਰ ਅਮਿਤਾਭ ਬੱਚਨ ਉਹਨਾਂ ਨੇ ਪੈਸੇ ਤਾਂ ਜੀ ਪ੍ਰਾਈਮ ਮਿਨਿਸਟਰ ਕੇਅਰ ਫੰਡ ਦੇ ਵਿੱਚ ਦਿੱਤੇ ਨੇ, ਹੋਰ ਉਹਨਾਂ ਕੋਲ ਦੇਣ ਨੂੰ ਕੋਈ ਥਾਂ ਹੀ ਨਹੀਂਗਾ ਜੀ। ਬਿਲਕੁਲ ਜੀ। ਤੇ ਸਰ ਇੱਕ ਪਾਸੇ ਦੇਖੋ ਇੱਕ 4 ਸਾਲ ਦੇ ਬੱਚੇ ਲਈ ਲੋਕੀ ਸਪੋਰਟ ਕਰ ਰਹੇ ਨੇ, ਪੈਸੇ ਦੇ ਰਹੇ ਨੇ, ਉੱਥੇ ਭਾਰਤ ਦੇ ਇੰਦੌਰ ਦੀ ਗੱਲ ਕਰੀਏ ਤਾਂ ਇੱਕ 10 ਦਿਨ ਦੀ ਬੱਚੀ 10 ਦਿਨ ਦੀ ਬੱਚੀ ਜਿਹਨੂੰ ਕਿ 1,10,000 ਰੁਪਏ ਦੇ ਵਿੱਚ ਵੇਚਣ ਦੀ ਕੋਸ਼ਿਸ਼ ਕੀਤੀ ਗਈ। ਕਿੱਥੇ ਨੂੰ ਜਾ ਰਹੇ ਆ ਅਸੀਂ ਲੋਕ? 10 ਦਿਨਾਂ ਦੀ ਬੱਚੀ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਡੀ ਮਾਨਸਿਕਤਾ ਕਿਹੜੇ ਪਾਸੇ ਨੂੰ ਜਾ ਰਹੀ ਹੈ? ਅਸੀਂ ਕਿੰਨੇ ਗਿਰ ਚੁੱਕੇ ਹਾਂ ਕਿ ਬੱਚੇ ਨੂੰ ਅਸੀਂ ਹਜੇ ਉਹਨੇ ਅੱਖਾਂ ਵੀ ਨਹੀਂ ਖੋਲੀਆਂ ਤੇ ਤੁਸੀਂ ਉਹਨੂੰ ਚੋਰੀ ਕਰਕੇ ਵੇਚਣ ਜਾ ਰਹੇ ਹੋ। ਸਮੇਂ ਤੇ ਪਤਾ ਲੱਗ ਗਿਆ, ਚੰਗੀ ਗੱਲ ਹੋਈ ਹੈ। ਪਰ ਇੱਕ ਗੱਲ ਹੋਰ ਵੀ ਹੈ, ਤੁਸੀਂ ਦੇਖੋ ਐਸੇ ਕਿੰਨੇ ਲੋਕ ਨੇ ਜਿਹੜੇ ਬੱਚਾ ਚਾਹੁੰਦੇ ਆ ਉਸ ਪੱਖ ਤੇ ਜੇ ਸੋਚੀਏ, ਔਰ ਉਹ ਕਿਸੇ ਵੀ ਕੀਮਤ, ਕੋਈ ਵੀ ਕੀਮਤ ਦੇਣ ਨੂੰ ਤਿਆਰ ਆ। ਆਪਣੇ ਕੈਨੇਡੀਅਨਸ ਬਹੁਤ ਬਾਹਰੋਂ ਜਾ ਕੇ ਦੂਸਰੇ ਦੇਸ਼ਾਂ ਚੋਂ, ਰਸ਼ੀਆ ਵਿੱਚੋਂ ਬੜੇ ਆਪਣੇ ਲੋਕਾਂ ਨੇ ਜੋੜਿਆਂ ਨੇ ਅਡਾਪਟ ਕੀਤੇ ਨੇ, ਚਾਈਨਾ ਚੋਂ ਬੜੇ ਅਡਾਪਟ ਕੀਤੇ ਨੇ ਬੱਚੇ, ਔਰ ਜਿਨ੍ਹਾਂ ਕੋਲ ਬੱਚੇ ਹੈ ਨਹੀਂ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਕੀ ਚਾਹੁੰਦੇ, ਨਹੀਂ ਹੋ ਸਕਦਾ ਪਰ ਬੱਚਾ ਚਾਹੁੰਦੇ ਨੇ, ਉਹ ਕੋਈ ਕੀਮਤ ਦੇਣ ਨੂੰ ਤਿਆਰ ਹੁੰਦੇ ਆ। ਪਰ ਕਈ ਵਾਰੀ ਇਹ ਜਿਹੜਾ ਗਲਤ ਢੰਗ ਦੇ ਨਾਲ ਕੰਮ ਹੋਣਾ, ਇਹ ਬਹੁਤ ਮੰਦਭਾਗਾ ਹੈ। ਬਿਲਕੁਲ ਸਰ, ਕਿਹਾ ਜਾ ਰਿਹਾ ਕਿ ਜਿਹੜੇ ਇਹ ਦੋ ਇੱਕ ਵਿਅਕਤੀ ਤੇ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ, ਉੱਥੋਂ ਦੇ ਹਸਪੀਟਲ ਦੇ ਹੈਲਥ ਸਿਸਟਮ ਨਾਲ ਇਹ ਜੁੜੇ ਹੋਏ ਸੀ ਤੇ ਬੱਚੀ ਨੂੰ ਚੋਰੀ ਕਰ ਲਿਆ ਗਿਆ, ਜਿਸ ਤੋਂ ਬਾਅਦ ਇਹਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹੁਣ ਇਹਨੂੰ ਕਿਸੇ ਕਪਲ ਨੂੰ ਦਿੱਤਾ ਜਾ ਰਿਹਾ ਸੀ ਜਾਂ ਕਿਸੇ ਗਿਰੋਹ ਨੂੰ ਇਹ ਬੱਚੀ ਸੌਂਪੀ ਜਾ ਰਹੀ ਸੀ, ਇਹਦੇ ਬਾਰੇ ਵਿੱਚ ਅਜੇ ਖੁਲਾਸਾ ਨਹੀਂ ਹੋ ਪਾਇਆ। ਪਰ ਤੁਸੀਂ ਇਹ ਦੇਖੋ, ਜੇ ਕਿਸੇ ਗਿਰੋਹ ਨੂੰ ਵੇਚੀ ਜਾਂਦੀ ਤਾਂ ਬੱਚੀ ਦਾ ਕੀ ਹਾਲ ਹੋਣਾ ਸੀ। ਬਿਲਕੁਲ ਜੀ, ਤੁਸੀਂ ਉਹ ਬੱਚੇ ਨੂੰ ਪਤਾ ਹੀ ਨਹੀਂ ਸੀ ਮਾਪੇ ਕੌਣ ਹੈ ਕੀ ਨਹੀਂ ਹੈ, ਔਰ ਅਜਿਹੇ ਪਤਾ ਨਹੀਂ ਕਿੰਨੇ ਹਜ਼ਾਰਾਂ ਲੱਖਾਂ ਹੀ ਹੋਣਗੇ ਐਸੇ ਕੇਸ, ਅਜੇ ਤਾਂ ਪਤਾ ਲੱਗ ਗਿਆ। ਬਹੁਤ ਕੁਝ ਹੋ ਰਿਹਾ, ਬੱਚੇ ਆਮ ਬਹੁਤ। ਮੈਂ ਜਦੋਂ ਛੋਟਾ ਹੁੰਦਾ ਸੀ ਨਾ, ਉਦੋਂ ਵੀ ਸੁਣਦੇ ਹੁੰਦੇ ਸੀ ਬੱਚੇ ਚੋਰੀ ਹੋ ਜਾਂਦੇ ਨੇ, ਤੇ ਹੁਣ ਤੱਕ ਇਹ ਤੁਰੇ ਹੀ ਆ ਰਿਹਾ, ਹਜੇ ਤੱਕ ਇਹਨੂੰ ਨੱਥ ਨਹੀਂ ਪਈ ਸਮਾਂ ਕਿ ਉਦੋਂ ਵੱਧ ਰਿਹਾ। ਔਰ ਕਰਦਾ ਕੌਣ ਹੈ? ਜਿਹੜੇ ਹਸਪੀਟਲ 'ਚ ਕੋਈ ਕੰਮ ਕਰਦਾ ਉਹਨਾਂ ਨੂੰ ਐਕਸੈਸ ਹੈ, ਹੋਰ ਕੋਈ ਜਾ ਨਹੀਂ ਸਕਦਾ, ਉਹਨੂੰ ਐਕਸੈਸ ਸੌਖਾ ਹੈਗਾ, ਤੁਰੇ ਫਿਰਦੇ ਆ ਜਦ ਮਰਜ਼ੀ ਉੱਥੋਂ। ਬਹੁਤ ਕਾਨੂੰਨੀ ਗੱਲ ਹੈ ਜੀ। ਬਿਲਕੁਲ ਜੀ। ਸਰ ਗੱਲ ਕਰ ਲਈਏ ਕੈਨੇਡਾ ਤੇ ਥੋੜਾ ਜਿਹਾ ਵਾਪਸ ਆ ਜਾਈਏ। ਸੋਫੀ ਟਰੂਡੋ ਦੀ ਅੱਜਕੱਲ ਇੱਕ ਪਿਕਚਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਉਹਨਾਂ ਨੇ ਗਾਰਬੇਜ ਪੈਕ ਪਾਇਆ ਹੋਇਆ। ਇਹਦਾ ਕੀ ਕਾਰਨ ਹੈ? ਇੱਕ ਨਵਾਂ ਟ੍ਰੈਂਡ ਕੀ ਸ਼ੁਰੂ ਕਰਨ ਜਾ ਰਹੇ ਨੇ? ਤੁਹਾਨੂੰ ਇਹ ਗੱਲ ਦੱਸਦਾ, ਤੁਸੀਂ ਨਵੇਂ ਟ੍ਰੈਂਡ ਦੀ ਗੱਲ ਕੀਤੀ ਆ, ਇਹ ਉਹਦੇ ਜਿਹੜੇ ਸ਼ਬਦਾਂ ਨੇ ਪਾਇਆ ਹੈ, ਲੱਗਦਾ ਟ੍ਰੈਂਡ ਸ਼ੁਰੂ ਹੋ ਜਾਏਗਾ। ਜੇ ਸੋਫੀ ਟਰੂਡੋ ਜੀ ਸਾਡੇ ਪ੍ਰਾਈਮ ਮਿਨਿਸਟਰ ਦੀ ਵਾਈਫ ਹੈ, ਉਹ ਮੀਂਹ ਪੈ ਰਿਹਾ ਸੀਗਾ ਔਰ ਉਹਦੇ ਨਾਲ ਆਪਦੇ ਗਾਰਬੇਜ ਬੈਗ ਲੈ ਕੇ ਗਈ ਹੋਈ ਹੈ। ਤੇ ਇੱਕ ਕੈਸਾ ਕੰਟਰੀ ਹੈ ਸਾਡੇ ਉੱਥੇ ਜਾਏਗਾ ਜੀ। ਜੇ ਕਿਸੇ ਨੇ ਵੀ ਐਸੇ ਨੇ ਅਗਲੇ ਨੇ ਵੀ ਜੇ ਜਾਣਾ ਤਾਂ ਉਹਦੇ ਨਾਲ ਬੜਾ ਵੱਡਾ ਹਮਲਾ ਫੈਲਾ ਜਾਏਗਾ, ਸਾਰਾ ਏਰੀਆ ਬੰਦ ਕਰ ਦਿੱਤਾ ਜਾਵੇਗਾ, ਕਿਉਂਕਿ ਜੀ ਉਹ ਸਾਈਕਲ ਚਲਾ ਰਹੇ ਨੇ। ਸੋਫੀ ਟਰੂਡੋ ਇਹ ਕਹਿੰਦੀ ਰੇਨ ਔਰ ਸ਼ਾਈਨ, ਮੈਂ ਸਾਈਕਲ ਚਲਾਉਣ ਜਾਂਦੀ ਹਾਂ। ਆਟਵਾ ਦੇ ਵਿੱਚ ਜਾਂਦੀ ਹੈ, ਜਿਹੜੇ ਏਰੀਆ 'ਚ ਜਾਂਦੀ ਹੈ ਆਪਦੇ ਨੇੜੇ ਵਿੱਚ ਆਮ ਜਾਂਦੀ ਹੈ। ਨਾਲ ਇਹਦੀ ਬੇਟੀ ਹੈ, ਉਹਨੂੰ ਲੈ ਕੇ ਗਈ ਹੈ ਸਾਈਕਲ ਤੇ, ਮੀਂਹ ਪੈਣ ਲੱਗਿਆ ਹੈ, ਉਹਨੇ ਆਪਣਾ ਗਾਰਬੇਜ ਬੈਗ ਪਾ ਲਿਆ, ਉਹਦੇ ਵਿੱਚ ਬਾਹਾਂ ਕੱਢ ਲਈਆਂ, ਸੱਟ ਕੱਢ ਲਿਆ, ਪਾਇਆ ਹੈ। ਆਈਸਕ੍ਰੀਮ ਵਾਲੀ ਦੁਕਾਨ ਤੇ ਦੋਨੇ ਜਾਣੇ ਗਏ ਨੇ, ਨਾਲ ਉਹਦੀ ਬੇਟੀ ਖੜੀ ਹੈ। ਉੱਥੋਂ ਕਹਿੰਦੀ ਚਾਹੇ ਮੀਂਹ ਵੀ ਪੈਂਦਾ, ਆਈਸਕ੍ਰੀਮ ਤਾਂ ਚੰਗੀ ਫੇਰ ਵੀ ਲੱਗਦੀ ਹੈਗੀ ਆ। ਸੋ ਕੈਸੇ ਲੋਕ ਨੇ ਇਹ, ਕਿੰਨੇ ਖੁੱਲੇ ਲੋਕ ਨੇ। ਇੱਥੋਂ ਕਿੰਨੀ ਆਈ ਨਹੀਂ ਹੈ ਵੀ ਸਾਰ ਇੰਨੀ ਸਿਕਿਉਰਿਟੀ ਆਸੇ ਪਾਸੇ ਤੁਸੀਂ ਫਿਰਦੀ, ਏਰੀਆ ਬੰਦ ਕੀਤਾ, ਆਰਾਮ ਨਾਲ ਜਾ ਰਹੀ ਹੈ। ਵੈਸੇ ਆਪਣੇ ਵੀ ਕਰਨ, ਆਪਣੇ ਆਫਿਸ 'ਚ, ਆਪਣੇ ਸਟੂਡੀਓ 'ਚ ਇੱਥੇ ਮਿਨਿਸਟਰਸ ਆਉਂਦੇ ਨੇ, ਕਦੇ ਉਹ ਨਹੀਂ ਹੁੰਦਾ ਵੀ ਇਲਾਕਾ ਸਾਰਾ ਬੰਦ ਕਰ ਦਿੱਤਾ। ਆਪ ਆਉਂਦੇ ਨੇ। ਇੱਕ ਵਾਰੀ ਮਿਸਟਰ ਬਿਲ ਬਲੇਅਰ ਹੈ, ਉਹ ਆਪ ਡਰਾਈਵ ਕਰਕੇ ਆਏ ਸੀਗੇ। ਹਰਜੀਤ ਸਿੰਘ ਸੱਜਣ ਹੁਣੀ ਬਹੁਤ ਛੋਟੀ ਕਾਰ ਦੇ ਵਿੱਚ ਆਏ ਸੀ, ਔਰ ਉਹਨਾਂ ਨਾਲ 3 ਬੰਦੇ ਸੀਗੇ, ਕੋਈ ਏਰੀਆ ਬੰਦ ਨਹੀਂ ਕੀਤਾ। ਇਸ ਡਿਫੈਂਸ ਮਿਨਿਸਟਰ, ਇਮੇਜਿਨ ਕਰੋ। ਸਾਡਾ ਇੱਥੋਂ ਦੀ ਸੋਚਣੇ ਦਾ ਫਰਕ ਹੈ ਜੀ। ਆਈ ਹੋਪ ਇਹ ਸੋਚਣੀ ਸਾਡੇ ਇੰਡੀਆ ਵਿੱਚ ਵੀ ਆ ਜਾਵੇ। ਸਾਡੇ ਤਾਂ ਨਹੀਂ ਤਾਂ ਬਹੁਤਾ ਪੈਸਾ ਤਾਂ ਸਿਕਿਉਰਿਟੀ ਦੇ ਉੱਤੇ ਹੀ, ਜ਼ੈਡ ਸਿਕਿਉਰਿਟੀ, ਵਾਈ ਸਿਕਿਉਰਿਟੀ, ਪਤਾ ਨਹੀਂ ਕਿਹੜੀ ਸਿਕਿਉਰਿਟੀ ਤੇ ਲਾਇਆ ਹੈ। ਉਹਦਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਲਾਲ ਬੱਤੀ ਦਿੱਤੀ ਆ। ਸਰ ਉਹਨਾਂ ਦੀਆਂ ਹੁਣ ਉਹਨਾਂ ਦੇ ਪਿੱਛੇ ਜਿਹੜੇ ਕਾਲੇ ਧੰਦੇ ਹੁੰਦੇ ਆ, ਉਹਨਾਂ ਦਾ ਕਾਰਨ ਹੁੰਦਾ ਨਾ ਕਿ ਸਿਕਿਉਰਿਟੀ ਮਿਲਦੀ ਹੈ। ਇੱਥੇ ਹਜੇ ਉਹ ਟ੍ਰੈਂਡ ਨਹੀਂ ਪਹੁੰਚਿਆ, ਤਾਂ ਕਰਕੇ ਹਜੇ ਸ਼ਰੇਆਮ ਘੁੰਮਦੇ ਹੋਏ ਦੇਖੇ ਜਾ ਸਕਦੇ। ਪਰਮਾਤਮਾ ਮਿਹਰ ਕਰੇ ਉਹ ਟ੍ਰੈਂਡ ਇੱਥੇ ਨਾ ਹੀ ਆਵੇ। ਜੀ ਬਿਲਕੁਲ ਸਰ। ਇੱਥੇ ਹੁਣ ਇੱਕ ਦਰਸ਼ਕ ਸਾਨੂੰ ਕਮੈਂਟ ਕਰ ਰਹੇ ਨੇ, ਮੈਂ ਥੋੜਾ ਜਿਹਾ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੂੰਗੀ। ਜਸਦੀਪ ਕਾਲੋਂ ਜੀ ਨੇ, ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਰਿਪੋਰਟ ਦਿੱਤੀ ਗਈ ਆ ਮਿਸਟਰ ਗੁਰਜੀਤ ਸਿੰਘ ਭੁੱਲਰ ਵੱਲੋਂ, ਜਿਹੜੀ ਇੱਕ ਖਬਰ ਪਾਈ ਗਈ ਸੀ, ਜਿਹੜੀ ਆਪਾਂ ਸ਼ੇਅਰ ਕੀਤੀ ਆ ਕਿ ਜਿਹੜੇ ਮੁੰਡੇ ਕੁੜੀਆਂ ਛੇੜਦੇ ਹੋਏ ਪਾਏ ਗਏ ਨੇ, ਕਹਿੰਦੇ ਕਿ ਇੱਕ ਫੇਕ ਨਿਊਜ਼ ਆ ਇਹ, ਤੇ ਮੁੰਡੇ ਬੈਕਯਾਰਡ ਦੇ ਵਿੱਚ ਫੁੱਟਬਾਲ ਖੇਡ ਰਹੇ ਸੀ ਤੇ ਉਹਨਾਂ ਦੀ ਜਿਹੜੀ ਬਾਲ
ਬਾਲ ਬਾਹਰ ਗਿਰ ਗਈ ਤਾਂ ਕਰਕੇ ਉਹ ਬਾਲ ਕੰਧ ਟੱਪ ਕੇ ਲੈਣ ਲਈ ਗਏ ਸੀ। ਤੁਹਾਨੂੰ ਦੱਸੀਏ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਇਨਕੁਆਇਰੀ ਬੈਠ ਚੁੱਕੀ ਹੈ। ਇਹ ਖਬਰ ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਪੁਲਿਸ ਨੂੰ ਪਤਾ ਲੱਗ ਹੀ ਜਾਏਗਾ। तो जेकर ਇਹ ਸਿਰਫ ਇੱਕ ਕੇਸ ਨਾ ਹੋ ਰਹਿ ਕੇ ਫੁੱਟਬਾਲ ਲੈਣ ਲਈ ਬਾਹਰ ਗਏ ਹੁੰਦੇ ਤਾਂ ਤੁਹਾਨੂੰ ਦੱਸੀਏ ਕਿ ਪੁਲਿਸ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਾ ਕਰਦੀ, ਪਰ ਇਸ ਵਕਤ ਮਾਮਲਾ ਪੁਲਿਸ ਤੱਕ ਪਹੁੰਚ ਚੁੱਕਾ ਹੈ। ਸੋ ਉਮੀਦ ਕਰਦੇ ਹਾਂ ਜੀ ਸੱਚੀ ਹੈ ਝੂਠੀ ਹੈ ਬਹੁਤ ਜਲਦ ਕੱਲ ਤੱਕ ਉਮੀਦ ਕਰਦੇ ਹਾਂ ਤੁਹਾਡੇ ਤੱਕ ਸਾਹਮਣੇ ਆ ਜਾਏਗੀ। ਸਰ ਕੁਝ ਕਹਿਣਾ ਚਾਹੋਗੇ? ਹਾਂ ਤਰਨ ਦੇਖੋ ਸਾਡੇ ਕੋਲ ਜਿਹੜੇ ਹਿਸਾਬ ਚ ਆਈ ਸੀ, ਪਰ ਇੱਕ ਗੱਲ ਜ਼ਰੂਰ ਹੈਗੀ ਹੈ ਜਿਹਨੇ ਵੀ ਇਹ ਪਾਈ ਹੈ ਉਹਨੇ ਆਪਣਾ ਨਾਮ ਲੈ ਕੇ ਪਾਈ ਹੈ। ਇਟਸ ਜੇ ਫੇਕ ਨਿਊਜ਼ ਵੀ ਹੋਵੇਗੀ ਤਾਂ ਉਹਨਾਂ ਤੇ ਕੋਈ ਨਾ ਕੋਈ ਇਹਦਾ ਐਕਸ਼ਨ ਹੋਏਗਾ ਜੀ। ਮੈਨੂੰ ਨਹੀਂ ਲੱਗਦਾ ਕਿ ਵੀ ਇਹ ਸ਼ਾਇਦ ਫੇਕ ਮੰਨ ਲੈਂਦੇ ਆ, ਬਟ ਆਈ ਡਾਊਟ ਇਟ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਤਰਨਜੀਤ ਜੀ, ਸਤਿ ਸ਼੍ਰੀ ਅਕਾਲ ਮਗਨ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਇਹ ਸਰ ਹਾਂਜੀ ਬਹੁਤ ਅੱਛਾ ਪ੍ਰੋਗਰਾਮ ਹੈ ਸਰ, ਬਹੁਤ ਅੱਛਾ ਅੱਜ ਡਿਸਕਸ ਵੀ ਬੜਾ ਅੱਛਾ ਹੋ ਰਿਹਾ ਹੈ। ਜਿਹੜਾ ਜਸਦੀਪ ਕਾਲੂ ਜੀ ਨੇ ਜਿਹੜੀ ਗੱਲ ਕਹੀ ਹੈ ਕਿ ਫੇਕ ਨਿਊਜ਼ ਹੈ, ਹੋ ਸਕਦਾ ਹੈ ਮੈਮ ਇਹ ਫੇਕ ਨਿਊਜ਼ ਹੋਏ, ਬਟ ਗੱਲ ਇਸ ਤਰ੍ਹਾਂ ਦੀ ਹੈ ਕਿ ਇਹ ਚੀਜ਼ਾਂ ਮੈਂ ਅੱਖਾਂ ਨਾਲ ਦੇਖੀਆਂ ਹੋਈਆਂ ਇਸ ਇੱਥੇ ਏਰੀਆ 'ਚ ਵਾਪਰਦੀਆਂ ਨੇ ਜੀ। ਬਿਲਕੁਲ ਕਿ ਮੁੰਡੇ ਟੀਜ਼ਿੰਗ ਕਰਦੇ ਹੈ, ਕੁੜੀਆਂ ਨਿਕਲਦੀਆਂ ਹੈ ਸਾਰੀਆਂ, ਔਰ ਜਦੋਂ ਕੈਨੇਡੀਅਨਸ ਕੋਲੋਂ ਜਾਂ ਕੋਈ ਹੋਰ ਇੰਟਰਨੈਸ਼ਨਲ ਦੂਸਰੇ ਜਿਹੜੇ ਇੱਥੋਂ ਦੇ ਲੋਕਲ ਨਿਕਲਦੇ ਹੈ ਤੇ ਵੀਅਰਡ ਸਮਾਈਲ ਦੇ ਕੇ ਨਿਕਲਦੇ ਹੈ ਕਿ ਦੇਖੋ ਇਹ ਜਨਰੇਸ਼ਨ ਕੀ ਕਰ ਰਹੀ ਹੈ ਇੱਥੇ ਇਸ ਜਗ੍ਹਾ ਤੇ ਜੀ। ਤੇ ਉਸ ਦੇ ਵਿੱਚ ਸਾਨੂੰ ਆਪ ਨੂੰ ਬੜਾ ਐਮਬੈਰਸਿੰਗ ਲੱਗਦਾ ਹੈ ਕਿ ਇਹ ਦੇਖੋ ਕੀ ਹੋ ਰਿਹਾ ਹੈ ਸਾਡੀ ਕੰਟਰੀ ਦੇ, ਸਾਡੇ ਪੰਜਾਬੀ ਕਮਿਊਨਿਟੀ ਦੇ ਲੋਕ ਜਾਂ ਕਿਸ ਤਰ੍ਹਾਂ ਇਹ ਸਾਨੂੰ ਇਹ ਦਿਖਾ ਰਹੇ ਹੈ ਕਿ ਸਾਨੂੰ ਇੰਨਾ ਐਮਬੈਰਸ ਹੋ ਕੇ ਇਸ ਕੰਟਰੀ 'ਚ ਰਹਿਣਾ ਪੈ ਰਿਹਾ ਜਿੱਥੇ ਆਪਣੇ ਆਪ ਨੂੰ ਇਹ ਡਿਵੈਲਪ ਕਰਨ ਲਈ ਆਉਂਦੇ ਨੇ ਤੇ ਕੀ ਇਹ ਸ਼ੋਅ ਕਰਦੇ ਨੇ ਆਪਣਾ ਆਪ। ਬਿਲਕੁਲ ਮੈਂ ਨਹੀਂ ਕਹਿ ਰਹੀ ਕਿ ਇਹ ਨਿਊਜ਼ ਰਾਈਟ ਹੈ ਜਾਂ ਰੋਂਗ ਹੈ, ਤਾਂ ਬਾਅਦ ਵਿੱਚ ਚਲੋ ਪਤਾ ਚੱਲੇਗਾ। ਮੈਂ ਪਰ ਜਿਸ ਟਾਈਮ ਤੇ ਇਹ ਚੀਜ਼ਾਂ ਸਾਹਮਣੇ ਦੇਖੀ ਜਾਂਦੇ ਫਿਰ ਉਸ ਚੀਜ਼ ਨੂੰ ਅਸੀਂ ਡਿਨਾਈ ਨਹੀਂ ਕਰ ਸਕਦੇ ਮੈਮ। ਬਿਲਕੁਲ ਇਹਨਾਂ ਨੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਵਿੰਕੀ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਗੱਲ ਹੋਈ ਹੈ ਸਰ, ਘਟਨਾਵਾਂ ਵਾਪਰ ਰਹੀਆਂ ਨੇ, ਇਹ ਗੱਲ ਤੋਂ ਅਸੀਂ ਡਿਨਾਈ ਨਹੀਂ ਕਰ ਸਕਦੇ ਹੈਗੇ ਕਿ ਕੈਨੇਡਾ ਵਿੱਚ ਬਿਲਕੁਲ ਵੀ ਨਹੀਂ ਹੋ ਰਿਹਾ। ਬਹੁਤ ਸਾਰੇ ਪੇਰੈਂਟਸ ਵੀ ਜਿਹੜੇ ਆ ਗੱਲਬਾਤ ਕਰਦੇ ਨੇ, ਸਾਨੂੰ ਕਈ ਵਾਰੀ ਕਾਲਰਸ ਨੇ ਵੀ ਕਾਲ ਕਰਕੇ ਇਹ ਗੱਲ ਆਖੀ ਹੈ, ਨਾ ਸਿਰਫ ਬਰੈਂਪਟਨ ਦੇ ਵਿੱਚ ਬਲਕਿ ਸਰੀ BC ਵਾਲੀ ਸਾਈਡ ਵੀ ਇਹ ਘਟਨਾਵਾਂ ਕਾਫੀ ਵਧੀਆਂ ਨੇ। ਇਹ ਹਰ ਥਾਂ ਤੇ ਆ, ਜਿੱਥੇ ਵੀ ਜਾਂਦੇ ਆ ਅਸੀਂ ਦੇਖਦੇ ਆ, ਆਪਣੇ ਅੱਖਾਂ ਨਾਲ ਦੇਖਣ ਵਾਲੀਆਂ ਗੱਲਾਂ ਨੇ। ਇਸੇ ਕਰਕੇ ਜੇ ਇਹ ਲੈਟਸ ਸੇ ਇਹ ਫੇਕ ਨਿਊਜ਼ ਵੀ ਹੈਗੀ ਆ, ਪਰ ਇਹਨੂੰ ਹਵਾ ਕਿਉਂ ਮਿਲ ਰਹੀ ਆ? ਕਿਉਂਕਿ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਹੋਈਆਂ ਨੇ, ਹੋ ਰਹੀਆਂ ਨੇ ਤੇ ਪਰਮਾਤਮਾ ਕਰੇ ਬੰਦ ਹੋ ਜਾਣ। ਆਈ ਡਾਊਟਡ ਤੋਂ ਬੰਦ ਹੋਣ ਦੇ ਚਾਂਸ ਘੱਟ ਹੁੰਦੇ ਹੈਗੇ ਆ। ਪਰ ਜਿਹੜਾ ਜੇ ਇਹਨਾਂ ਕੋਈ ਗਲਤੀ ਕੀਤੀ ਹੈ ਜੀ, ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ, ਕੁਛ ਨਾ ਕੁਛ ਪਤਾ ਲੱਗੇਗਾ ਜੀ। ਜੇ ਆਪਾਂ ਨੂੰ ਪਤਾ ਲੱਗੇਗਾ, ਆਵਾਮ ਕਹਿੰਦੇ ਸਾਨੂੰ ਪਤਾ ਲੱਗਿਆ ਤਾਂ ਜ਼ਰੂਰ ਦੱਸਾਂਗੇ ਜੀ। ਕਿ ਸਾਨੂੰ ਫੋਲੋ ਅਪ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਖਬਰਾਂ ਹਰ ਆਉਂਦੀਆਂ ਹੀ ਨੇ, ਜਾਂਦੇ ਪੁਰਾਣੀ ਖਬਰ ਦੇ ਪਿੱਛੇ ਜਾਣਾ ਬੜਾ ਮੁਸ਼ਕਲ ਹੋ ਜਾਂਦਾ। ਬਿਲਕੁਲ ਜੀ, ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਮੈਮ ਬਰਮਟਨ ਤੋਂ ਬੋਲ ਰਹੇ ਹਾਂ। ਇਹ ਜਿਹੜੀ ਤੁਸੀਂ ਨਿਊਜ਼ ਪਹਿਲਾਂ ਸ਼ੋਅ ਕਰਦੇ ਸੀਗੇ ਕਿ ਸ਼ਰਡਨ ਪਲਾਜ਼ਾ ਦੀ, ਈਵਨ ਕਿ ਇਹ ਮੇਰੀ ਖੁਦ ਅੱਖੀ ਦੇਖੀ ਹੋਈ ਗੱਲ ਆ ਕਿ ਮੁੰਡੇ ਕੁੜੀਆਂ ਨੂੰ ਟੀਜ਼ ਕਰਦੇ ਆ ਜੀ। ਘਟਨਾਵਾਂ ਉਹੀ ਹੈ ਜੀ, ਚਾਹੇ ਸੱਚੀ ਹੈ ਚਾਹੇ ਝੂਠੀ ਹੈ, ਬਟ ਇਹ ਗੱਲ ਹੈ ਕਿ ਰਿਐਲਿਟੀ ਦੇ ਵਿੱਚ ਇਹ ਚੀਜ਼ਾਂ ਵਾਪਰ ਰਹੀਆਂ ਨੇ। ਬਿਲਕੁਲ ਜੀ। ਹਾਂਜੀ ਮੈਮ, ਈਵਨ ਅਸੀਂ ਉਸੇ ਏਰੀਆ ਦੇ ਵਿੱਚ ਰਹਿੰਦੇ ਸੀਗੇ, ਸਾਡੀ ਛੋਟੀ ਬੱਚੀ ਆ, ਅਸੀਂ ਆਪਣੇ ਅੱਖਾਂ ਨਾਲ ਦੇਖਿਆ, ਇਸ ਕਰਕੇ ਅਸੀਂ ਉਹ ਏਰੀਆ ਤੋਂ ਮੂਵ ਕਰ ਚੁੱਕੇ ਹਾਂ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ। ਪਰ ਸਰ ਤੁਹਾਨੂੰ ਨਹੀਂ ਲੱਗਦਾ ਕਿ ਇਸ ਮਾਮਲੇ ਵਿੱਚ ਗੱਲਬਾਤ ਅੱਗੇ ਅਧਿਕਾਰੀਆਂ ਨਾਲ, MPs ਨਾਲ ਕਰਨੀ ਚਾਹੀਦੀ ਸੀ? ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਕੈਨੇਡਾ ਤੋਂ ਬੋਲ ਰਿਹਾ ਜੀ, ਸ਼ਮਸ਼ੇਰ ਸਿੰਘ ਢਾਟਨ ਨੱਤ ਦਾ ਮੰਗਵਾਣੀ ਆ। ਥੈਂਕ ਯੂ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਸਰ, ਕੀ ਕਹਿਣਾ ਚਾਹੋਗੇ? ਇਹ ਜਿਹੜੀ ਨਿਊਜ਼ ਆ ਜੀ ਬਿਲਕੁਲ ਸਹੀ ਹੈ ਜੀ, ਕੋਈ ਬਾਲ ਨਹੀਂ ਡਿੱਗੀ। ਇਹ ਮੈਂ ਸਵੇਰੇ ਰੇਡ FM ਤੇ ਵੀ ਸੁਣਿਆ, ਪਰਸੋਂ ਦੀ ਨਿਊਜ਼ ਆ ਇਹ ਤਾਂ ਚਲੋ ਮਤਲਬ ਉਹ ਆਪਣੇ ਵਿਚਾਰ ਨੇ, ਕਿਸੇ ਨੇ ਤੁਹਾਨੂੰ ਮੈਸੇਜ ਭੇਜਿਆ ਵੀ ਫੇਕ ਆ, ਫੇਕ ਨਹੀਂ ਹੈਗੀ। ਇਹ ਇੱਕ ਮਾਰਟਨ ਡੀਲ ਦੀ ਸਾਡੇ ਲੱਗ ਕੇ ਹੁੰਦਾ 9 ਹੁੰਦੇ ਨੇ ਨਾ ਮੇਲ, ਇਹਨਾਂ ਦੀ ਲੱਗ ਹੁੰਦੀ ਆ। ਮੈਂ ਤਾਂ ਆ ਹੀ ਰਹਿਣਾ, ਇੱਕ ਸੈਟਰਡੇ ਦੀ ਆ, ਇਹ ਸੈਟਰਡੇ ਦੇ ਉੱਪਰ ਬੈਠੇ ਨੇ ਤੇ ਇਹ ਲੜਕੀ ਨੂੰ ਆਵਾਜ਼ ਜਿਹੜਾ ਬੋਲੇ ਨੇ ਨਾ, ਉਹ ਵੀ ਮੇਰਾ ਖਿਆਲ ਮੈਨੂੰ ਕਿਸੇ ਨੇ ਹੁਣੇ ਦੱਸਿਆ ਹੈਗਾ 10 ਮਿੰਟ ਪਹਿਲਾਂ। ਇਹ ਫੇਕ ਨਹੀਂ ਜੀ, ਸਹੀ ਨਿਊਜ਼ ਆ ਜੀ। ਮੇਰੇ ਰੇਡ FM ਨੇ ਵੀ ਦਿੱਤੀ, ਉਹਨੂੰ ਵੀ ਕਿਸੇ ਨੇ ਭੇਜੀ ਸੀਗੀ ਜੀ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਬਹੁਤ ਸ਼ੁਕਰੀਆ ਜੀ। ਤੇ ਮੈਂ ਆਪਣੇ ਦਰਸ਼ਕ ਨੂੰ ਵੀ ਕਹਿਣਾ ਚਾਹਾਂਗੀ ਜਿਨ੍ਹਾਂ ਨੇ ਕਮੈਂਟ ਕਰਕੇ ਸਾਨੂੰ ਕਿਹਾ ਸੀ, ਜਸਦੀਪ ਕਾਲੋਂ ਜੀ ਨੇ, ਕਿ ਇਹ ਫੇਕ ਨਿਊਜ਼ ਆ। ਪਲੀਜ਼ ਤੁਸੀਂ ਜੇ ਚਾਹੋ ਤਾਂ ਕਾਲ ਕਰਕੇ ਆਪਣਾ ਪੱਖ ਰੱਖ ਸਕਦੇ ਹੋ, ਜੇਕਰ ਤੁਸੀਂ ਉਸ ਵਕਤ ਉੱਥੇ ਮੌਜੂਦ ਸੀ ਜਾਂ ਤੁਸੀਂ ਆਪਣੇ ਅੱਖੀਂ ਇਹ ਇਨਸੀਡੈਂਟ ਵੇਖਿਆ ਆ। ਸੋ ਕਿਰਪਾ ਕਰਕੇ ਤੁਸੀਂ ਜੇ ਚਾਹੋ ਤਾਂ ਤੁਸੀਂ ਲਾਈਵ ਪ੍ਰੋਗਰਾਮ ਵਿੱਚ ਕਾਲ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਸਰ ਕੁਝ ਕਹਿਣਾ ਚਾਹੋਗੇ? ਹਾਂ ਤਰਨ ਦੇਖੋ, ਇਹ ਆਪਾਂ ਪਹਿਲੇ ਵੀ ਉਹੀ ਗੱਲ ਕੀਤੀ ਸੀਗੀ,
ਹੋਈ ਆ ਜਾਂ ਨਹੀਂ ਹੋਈ, ਪਰ ਇਹੋ ਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਨੇ ਜੀ। ਔਰ ਸਾਨੂੰ ਕੇਅਰਫੁਲ ਰਹਿਣਾ ਚਾਹੀਦਾ। ਔਰ ਜਿਹੜੇ ਕੋਈ ਸੋਚਦੇ ਆ ਅਜਿਹੀ ਘਟਨਾ ਕਰਨ ਵਾਸਤੇ, ਇੱਥੇ ਭਾਈ ਤੁਸੀਂ ਫੜੇ ਜਾਣਾ, ਹਰੇਕ ਦੀ ਜੇਬ 'ਚ ਕੈਮਰਾ ਤੁਹਾਨੂੰ। ਔਰ ਜਿਹੜੇ ਆਪਣੇ ਕਾਲਰ ਨੇ ਕਿਹਾ ਸੀਗਾ ਕਿ ਉਹ ਏਰੀਆ ਚੇਂਜ ਕਰ ਲਿਆ, ਇਮੈਜਿਨ ਕਰੋ ਤੁਹਾਡੇ ਕਰਕੇ ਅਜਿਹੀਆਂ ਗੱਲਾਂ ਹੋ ਰਹੀਆਂ ਕਿ ਲੋਕ ਉਹਨੂੰ ਏਰੀਆ ਨੂੰ ਛੱਡ ਰਹੇ ਨੇ। ਪਲੀਜ਼ ਖਰਾਬ ਨਾ ਕਰੋ, ਬਹੁਤ ਵਧੀਆ ਕੰਟਰੀ ਹੈ, ਇਹਨੂੰ ਬਣਾ ਕੇ ਰੱਖੋ, ਚੰਗਾ ਕੰਟਰੀ ਹੈ, ਇਹਦੇ ਤਰੱਕੀ 'ਚ ਹਿੱਸਾ ਪਾਓ, ਨਾ ਕਿ ਇਹਨੂੰ ਪਿੱਛੇ ਨੂੰ ਲੈ ਕੇ ਜਾਓ। ਬਿਲਕੁਲ। ਤੇ ਸਾਰੇ ਸਰ ਜਿਵੇਂ ਕਾਲਰ ਨੇ ਸਾਨੂੰ ਗੱਲ ਆਖੇ ਕਿਹਾ ਕਿ ਉਹਨਾਂ ਨੇ ਇੱਕ ਏਰੀਆ ਛੱਡ ਦਿੱਤਾ, ਉਹਨਾਂ ਨੂੰ ਵੀ ਇਹੀ ਗੁਜ਼ਾਰਿਸ਼ ਕਰਾਂਗੇ ਕੱਲ ਨੂੰ ਕਿਸੇ ਦੇ ਵੀ ਕੋਲੇ ਐਵੇਂ ਦੀ ਘਟਨਾ ਵਾਪਰ ਜਾਏ, ਕਮ ਸੇ ਕਮ ਅਥਾਰਟੀਜ਼ ਨੂੰ ਇਸ ਤੋਂ ਰਾਬਤਾ ਇਹਦੇ ਨਾਲ ਜ਼ਰੂਰ ਕੰਮ ਕਰੋ, ਇਸ ਦੇ ਬਾਰੇ ਵਿੱਚ, ਇਸ ਗੱਲ ਦੇ ਬਾਰੇ ਵਿੱਚ, ਕਿਉਂਕਿ ਕਿੰਨੀਆਂ ਥਾਵਾਂ ਚੇਂਜ ਕਰ ਸਕਦੇ ਹਾਂ ਅੱਜ ਇੱਥੇ ਨਹੀਂ ਤਾਂ ਕੱਲ ਨੂੰ ਕਿਸੇ ਹੋਰ ਥਾਂ ਤੇ ਅਜਿਹੀ ਘਟਨਾ ਵਾਪਰ ਸਕਦੀ ਆ। ਸੋ ਕੋਸ਼ਿਸ਼ ਕਰੀਏ ਕਿ ਇਸ ਘਟਨਾ ਨੂੰ, ਜਿਵੇਂ ਕਹਿੰਦੇ ਹੁੰਦੇ ਆ ਕਿ ਵੀ ਘਟਨਾ ਨੂੰ ਜੇ ਅਸੀਂ ਜੜ ਤੋਂ ਹੀ ਅਸੀਂ ਪੱਟ ਦਈਏ ਤਾਂ ਉਹ ਚੀਜ਼ ਖਤਮ ਹੋ ਜਾਏਗੀ। ਸੋ ਜ਼ਰੂਰੀ ਹੈ ਕਿ ਸਥਾਨ ਚੇਂਜ ਕਰਨ ਨਾਲੋਂ ਜੇ ਘਟਨਾ ਦੇ ਬਾਰੇ ਚ ਅਸੀਂ ਪੁਲਿਸ ਨਾਲ ਗੱਲਬਾਤ ਕਰੀਏ ਉਹ ਜ਼ਿਆਦਾ ਬੈਟਰ ਰਹੇਗਾ। ਅਗਲੀ ਖਬਰ ਵੱਲ ਸਰ ਅਸੀਂ ਵਧਦੇ ਹਾਂ। ਬਿਲ ਮੋਰਨਿਓ ਐਕਸ ਫਾਈਨੈਂਸ ਮਿਨਿਸਟਰ ਕੈਨੇਡਾ ਦੇ, ਉਹਨਾਂ ਨੂੰ ਫਾਈਨ ਹੋ ਗਿਆ। ਉਹਨਾਂ ਨੂੰ ਕਿਹਾ ਜਾ ਰਿਹਾ ਕਿ ਫੈਡਰਲ ਇਲੈਕਸ਼ਨ ਐਕਟ ਦੀ ਉਹਨਾਂ ਨੇ ਉਲੰਘਣਾ ਕੀਤੀ ਹੈ। ਕੀ ਕਹੋਗੇ? ਜਾਣਕਾਰੀ ਲਵਾਂਗੇ ਜੀ, ਦਰਸ਼ਕ ਹੋ ਚੁੱਕੇ ਨੇ। ਹੈਲੋ ਹਾਂਜੀ ਸਰ, ਦੱਸੋ ਕੌਣ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਬੇਟਾ, ਮੈਂ ਰਜਿੰਦਰ ਸਿੰਘ ਜਵਾਹਰ ਮਿੰਟਰ ਤੋਂ। ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ। ਜੀ। ਹਾਂਜੀ, ਤੇ ਦੇਖੋ, ਜੇ ਕਿਸੇ ਨੇ ਕਿਹਾ ਕਿ ਉਹਨਾਂ ਦੀ ਬਾਲ ਗਿਰੀ ਸੀ ਤੇ ਉਹਨੂੰ ਉਹਦੇ ਵਾਸਤੇ ਉੱਤੇ ਚੜੇ ਸੀ, ਆਈ 100% ਐਗਰੀ, ਉਹ ਹੋਇਆ ਹੋਣਾ। ਲੇਕਿਨ ਕੁੜੀਆਂ ਛੇੜਨਾ ਤੇ ਸਾਡੇ ਮੁੰਡਿਆਂ ਦੀ, ਪੰਜਾਬੀਆਂ ਦੀ ਆਦਤ ਹੈ। ਕੁੜੀਆਂ ਵੀ ਉਹਨਾਂ ਨੇ ਜ਼ਰੂਰ ਛੇੜੀਆਂ ਹੋਣਗੀਆਂ, ਬਾਲ ਵੀ ਜ਼ਰੂਰ ਗਿਰੀ ਹੋਏਗੀ। ਮੈਂ ਨਹੀਂ ਮੰਨਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ। ਜਸਦੀਪ ਕਾਲੋਂ ਜੀ, ਤੁਸੀਂ ਕਹਿ ਰਹੇ ਹੋ ਕਿ ਮੀਡੀਆ ਵਾਲੇ ਸਿਰਫ ਇੱਕ ਹੀ ਪੱਖ ਰੱਖ ਰਹੇ ਨੇ, ਤੁਹਾਨੂੰ ਅਸੀਂ ਬਾਰ-ਬਾਰ ਮੌਕਾ ਦੇ ਰਹੇ ਹਾਂ ਕਿਉਂਕਿ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ। ਤੁਹਾਨੂੰ ਬਾਰ-ਬਾਰ ਮੌਕਾ ਦਿੱਤਾ ਜਾ ਰਿਹਾ ਕਿ ਆਪਣਾ ਪੱਖ ਰੱਖੋ। ਲਾਈਨਸ ਓਪਨ ਨੇ, ਯੂ ਆਰ ਮੋਸਟ ਵੈਲਕਮ। ਚੰਗੀ ਗੱਲ। ਹਾਂ, ਦਰਸ਼ਕ ਇੱਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਪੁੱਤ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਇੱਧਰ ਬੀਚੀ ਚ ਬੋਲਦੇ ਪੁੱਤ। ਇਹ ਬਹੁਤ ਮਾੜੀ ਗੱਲ ਆ ਜਿਹੜੀ ਇਹ ਕਸੂਰ ਸਾਰਾ ਗਵਰਨਮੈਂਟ ਦਾ ਆ। ਕਹਿੰਦੇ ਹੁੰਦੇ ਅੱਗੇ ਨਾ ਏਦਾਂ ਇੰਨੀ ਸੱਦੇ ਉਸਕੇ ਬਾਹਰਲੀਆਂ ਕੰਟਰੀਆਂ ਦੇ ਨਾ ਇੰਨਾ ਗੰਦ ਪਿਆ ਸੀਗਾ। ਇਹ ਜਿਹੜੇ ਮਾਂ ਪਿਓ ਤੋਂ ਬਗੈਰ ਨਿਆਣੇ ਆਉਂਦੇ ਕਹਿੰਦੇ ਏਦਾਂ ਦਾ ਪਿਆ, ਕੋਈ ਕਹਿਣ ਦੀ ਗੱਲ ਹੀ ਨਹੀਂ ਹੈਗੀ ਹੁਣ ਤਾਂ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਨੇ ਪ੍ਰੋਗਰਾਮ ਵਿੱਚ, ਤੁਸੀਂ ਕਾਲ ਕੀਤੀ ਹੈ, ਸ਼ੁਕਰੀਆ। ਨੇ ਉਹ ਕਿਉਂ ਹੈ ਤਰਨ, ਕਿਉਂਕਿ ਦੇਖੋ ਇੱਥੇ ਬਹੁਤ ਦੇਰ ਦੇ ਲੋਕ ਬਿਨਾਂ ਪੇਰੈਂਟਸ ਤੋਂ ਆਉਂਦੇ ਰਹੇ ਨੇ, ਆ ਰਹੇ ਨੇ, ਆਉਣਗੇ ਵੀ। ਇਹ ਕਿਤੇ ਕਿਤਾਈ ਐਸੀਆਂ ਗੱਲਾਂ ਹੁੰਦੀਆਂ ਨੇ, ਔਰ ਇਹ ਸਾਰੇ ਇਹ ਜੇ ਨਹੀਂ ਹੈਗੇ ਆ, ਥੋੜੇ ਹੈਗੇ, ਥੋੜਿਆਂ ਕਰਕੇ ਬਾਕੀ ਦੇ ਵੀ ਬਦਨਾਮ ਹੁੰਦੇ। ਮੈਂ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਆ ਵੀ ਜਿਹੜੇ ਅਜਿਹਾ ਕੰਮ ਕਰਦੇ ਆ, ਜਿਹੜੇ ਤੁਸੀਂ ਚੰਗੇ ਹੋ, ਉਹਨਾਂ ਨੂੰ ਪਲੀਜ਼ ਕਿਹਾ ਕਰੋ ਇਹ ਕੰਮ ਨਾ ਕਰੋ। ਉਹਨਾਂ ਨੂੰ ਨਿੰਦਣਾ ਬਣਦਾ ਕਿ ਤੁਸੀਂ ਕਿਉਂ ਬਈ ਅਸੀਂ ਸਾਰੇ ਚੰਗੇ ਬਣੇ ਹੋਏ, ਸਾਨੂੰ ਕਿਉਂ ਬਦਨਾਮ ਕਰਦੇ, ਤੁਹਾਡੇ ਪਿੱਛੇ ਅਸੀਂ ਸਾਰੇ ਬਦਨਾਮ ਹੋ ਰਹੇ ਹਾਂ। ਆਪਣੀ ਐਕਚੁਅਲੀ ਸਾਰੀ ਕਮਿਊਨਿਟੀ ਬਦਨਾਮ ਹੋ ਰਹੀ ਜਦੋਂ ਅਜਿਹੀਆਂ ਗੱਲਾਂ ਹੁੰਦੀਆਂ ਨੇ, ਚਾਹੇ ਕੋਈ ਪਹਿਲਾਂ ਆਇਆ, ਚਾਹੇ ਬਾਅਦ ਚ ਆਇਆ, ਚਾਹੇ ਕੋਈ ਇੱਥੇ ਪੈਦਾ ਹੋਇਆ, ਬਿਲੋਂਗਸ ਟੂ ਇੰਡੀਅਨ ਕਮਿਊਨਿਟੀ। ਇਹ ਸਾਰਿਆਂ ਦੀ ਬਦਨਾਮੀ ਹੈ ਔਰ ਕੋਸ਼ਿਸ਼ ਕਰੋ ਅਜਿਹਾ ਕੁਝ ਨਾ ਕੀਤਾ ਜਾਵੇ। ਜੀ ਬਿਲਕੁਲ। ਤੇ ਸਰ ਬਿਲ ਮੋਰਨਿਓ ਦੀ ਖਬਰ ਦੀ ਅਸੀਂ ਗੱਲ ਕਰ ਰਹੇ ਸੀ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ। ਮੈਂ ਤੁਹਾਡਾ ਹੁਣੇ ਲਾਈਵ ਦੇਖਿਆ ਸੀਗਾ ਜੀ। ਤੇ ਮੈਂ ਇੱਕ ਮੁੰਡਿਆਂ ਦਾ ਤੁਸੀਂ ਪਾਇਆ ਹੋਇਆ ਨਾ ਬਈ ਕੰਧ ਤੇ ਬੈਠੇ ਕੁੜੀਆਂ ਖੇਡਦੇ ਜੀ ਜੀ। ਹਾਂਜੀ ਹਾਂਜੀ। ਮੈਂ ਨਾ ਜਿੱਦਾਂ ਮੇਰੇ ਜਦੋਂ ਫਰੈਂਡ ਸਰਕਲ ਚੋਂ ਹੀ ਆ ਮੁੰਡੇ, ਤੇ ਮੈਂ ਪਹਿਲੇ ਜਿੱਦਾਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਮੈਂ ਉਹਨਾਂ ਦੀ ਕੋਈ ਸਾਈਡ ਨਹੀਂ ਲੈਣਾ ਚਾਹੁੰਦਾ। ਦੈਟਸ ਗੁੱਡ। ਹਾਂਜੀ ਬਿਲਕੁਲ ਜੀ। ਬਟ ਉਹ ਬੰਦਿਆਂ ਨੂੰ ਜਿੱਦਾਂ ਆਪਾਂ ਨੇੜਿਓਂ ਜਾਣਦੇ ਆ, ਉਹ ਇਦਾਂ ਦੇ ਬੰਦੇ ਹੈ ਨਹੀਂ ਗੇ। ਤੇ ਜਿਹਨੇ ਬੰਦੇ ਨੇ ਪੋਸਟ ਪਾਈ ਆ ਹਨਾ, ਉਹਨਾਂ ਨੇ ਇੱਕ ਉਹਨਾਂ ਦਾ ਪੇਜ ਆ ਪੰਜਾਬੀ ਇਨ ਕੈਲਗਰੀ, ਤੇ ਉਹਨਾਂ ਦੇ ਪੇਜ ਦੇ ਉੱਤੇ ਅਸੀਂ ਜਦੋਂ ਕਮੈਂਟ ਕੀਤੇ ਵੀ ਸਾਨੂੰ ਪ੍ਰੂਫ ਦਿਓ ਜੀ, ਵੀ ਤੁਸੀਂ ਜਿੱਦਾਂ ਇਨਸਲਟ ਕਰਦੇ ਆ ਇੱਕ ਹਿਸਾਬ ਦੀ ਮੁੰਡਿਆਂ ਦੀ ਜੀ, ਹਾਂਜੀ, ਤੇ ਉਹ ਸਾਰੇ ਬਹੁਤ ਹਾਰਡ ਵਰਕਰ ਆ ਮੁੰਡੇ। ਤੁਸੀਂ ਜੇ ਕਿਤੇ ਪਰਸਨਲੀ ਨਾ ਕਿਸੇ ਉਹਨਾਂ ਦੇ ਤੁਹਾਨੂੰ ਕੋਈ ਜਾਣ ਪਛਾਣ ਚੋਂ ਵੀ ਬੰਦਾ ਨਿਕਲਿਆ ਹੋਵੇ, ਕਿਸੇ ਇੱਕ ਬੰਦੇ ਮਾੜੇ ਵੀ ਕੋਈ ਬੰਦਾ ਉਹਨਾਂ ਬਾਰੇ ਚੰਗਾ ਮਾੜਾ ਕਹਿ ਜਵੇ ਤੇ ਤੁਸੀਂ ਤਾਂ ਕਹਿ ਦਿਓ। ਬਿਲਕੁਲ। ਦੇਖੋ ਸਰ, ਅਸੀਂ ਉਹੀ ਕੋਸ਼ਿਸ਼ ਕਰ ਰਹੇ ਹਾਂ, ਸਭ ਨੂੰ ਬਿਲਕੁਲ ਅਸੀਂ ਮੌਕਾ ਦੇ ਰਹੇ ਹਾਂ ਸਭ ਨੂੰ ਕਿ ਆਪਣੇ ਵਿਚਾਰ ਰੱਖੋ। ਜੇਕਰ ਇਹ ਗਲਤ ਗੱਲ ਫੇਕ ਹੈ, ਇਹਦੇ ਬਾਰੇ ਵੀ ਹਮਦਰਦ ਮੀਡੀਆ ਸਵਾਲ ਚੁੱਕ ਰਿਹਾ ਵਾ ਕਿ ਜੇ ਫੇਕ ਹੈ ਤਾਂ ਇਸ ਫੋਕੀ ਟੀਆਰਪੀ ਲਈ ਕਿਉਂ ਮਾਮਲਾ ਚੁੱਕਿਆ ਜਾ ਰਿਹਾ। ਤੁਸੀਂ ਜਿਵੇਂ ਗੱਲ ਕੀਤੀ, ਤੁਸੀਂ ਮੁੰਡਿਆਂ ਨੂੰ ਜਾਣਦੇ ਹੋ ਕਿ ਇਹ ਵਾਕਈ ਘਟਨਾ ਜਿਹੜੀ ਸੀ ਫੁੱਟਬਾਲ ਨਾਲ ਰੈਲੇਵੈਂਟ ਸੀ ਜਾਂ ਇਹ ਵਾਕਈ ਕੋਈ ਇਹੋ ਜਿਹਾ ਇਨਸੀਡੈਂਟ ਹੋਇਆ? ਹਾਂਜੀ, ਮੈਂ ਪਰਸਨਲੀ ਇਹਨੂੰ ਉਸੇ ਪੇਜ ਤੇ ਮੈਂ ਕਮੈਂਟ ਕੀਤਾ, ਠੀਕ ਹੈ ਜੀ, ਉਸੇ ਪੋਸਟ ਰਿਲੇਟਡ ਬਈ ਜੇ ਵੀ ਆਪਾਂ ਕੋਈ ਰੋਬੋਟ ਨਹੀਂ ਹੈਗੇ, ਜੇ ਆਪਾਂ ਇੰਡੀਆ ਤੋਂ ਇੱਥੇ ਆ ਕੇ ਜੇ ਤੁਸੀਂ ਕਹੋ ਨਾ ਵੀ ਆਪਾਂ ਰੋਬੋਟ ਬਣ ਜਾਈਏ ਜੀ, ਹਨਾ, ਹਰੇਕ ਬੰਦੇ ਪਰਸਨਲ ਲਾਈਫ ਆ, ਯੰਗ ਏਜ ਆ, ਉਹ ਕੋਈ 20 ਸਾਲ ਦਾ, ਕੋਈ 22 ਸਾਲ ਦਾ, ਕੋਈ 19 ਦਾ ਘਰ ਫ੍ਰੀ ਸੀ, ਬੈਕਯਾਰਡ ਦੇ ਵਿੱਚ ਆਪਣਾ ਫੁੱਟਬਾਲ ਖੇਡਣ ਲੱਗ ਪਏ, ਠੀਕ ਹੈ ਹਨਾ। ਇਹਨਾਂ ਨੂੰ ਉਹ ਚੰਗੇ ਲੱਗਦੇ ਆ ਫਿਰ ਇਸ ਹਿਸਾਬ ਨਾਲ ਵੀ ਜਿਹੜੇ ਸ਼ਰਾਬ ਪੀਂਦੇ ਆ, ਭੰਗ ਪੀਂਦੇ ਆ ਰੋਜ਼
Thank ਉਹ you. ਬੈਟਰ ਹੈ ਉਹਨਾਂ ਤੋਂ। ਥੈਂਕ ਯੂ ਜੀ, ਸੋ ਨਾਈਸ। ਬੱਚੇ ਖੇਡ ਨਹੀਂ ਸਕਦੇ ਆਪਾਂ। ਜੀ ਬਿਲਕੁਲ ਜੀ, ਤੁਸੀਂ ਸ਼ੁਕਰੀਆ, That's ਤੁਸੀਂ ਜਿਹੜੀ ਇਹ ਗੱਲ ਆਪਣੀ ਰੱਖੀ ਹੈ, ਪੇਸ਼ ਕੀਤੀ ਹੈ, ਬਟ ਕਿਹਾ ਜਾ ਰਿਹਾ ਕਿ ਇਹਦਾ ਮਾਮਲਾ ਪੁਲਿਸ ਤੱਕ ਚਲੇ ਗਿਆ। ਇਹਦੀ ਵੀ ਅਸੀਂ ਸੱਚਾਈ ਜਾਣਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਧੰਨਵਾਦ, ਤੁਸੀਂ ਕਾਲ ਕੀਤੀ ਹੈ। ਕਹੋ ਜੀ ਪ੍ਰੂਫ ਹੈਗੇ ਆ, ਪ੍ਰੂਫ ਦਿਖਾ ਦੇਣ, ਗੱਲ ਉੱਥੇ ਹੀ ਖਤਮ ਹੋ ਜਾਣੀ ਜੀ। ਹੈ। ਦਿਖਾਉਂਦੇ ਕਿਉਂ ਨਹੀਂ ਜੇ ਹੈਗੇ ਆ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਦੇ ਲਈ। ਪਰ ਜੀ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਕੈਲਗਰੀ ਤੋਂ ਬੋਲ ਰਹੇ ਹਾਂ। ਸਵਾਗਤ ਹੈ ਪ੍ਰੋਗਰਾਮ ਸਰ, ਕਿੱਥੋਂ ਬੋਲ ਰਹੇ ਹੋ? ਕੈਲਗਰੀ ਤੋਂ, ਸੌਰੀ ਜੀ ਸਰ। ਕੈਲਗਰੀ ਟਾਊਨ ਤੋਂ ਬੋਲ ਰਹੇ ਹਾਂ। ਹਾਂਜੀ। ਤੁਸੀਂ ਇਸ਼ੂ ਵਿਖਾ ਰਹੇ ਜੀ ਆਪਣੇ ਲਾਈਵ ਦੌਰਾਨ। ਅਸੀਂ ਆਪਣਾ ਪੱਖ ਰੱਖਣਾ ਚਾਹੁੰਦੇ ਹਾਂ। ਬਿਲਕੁਲ ਸਰ ਜੀ, ਜ਼ਰੂਰ, ਬਿਲਕੁਲ ਹਾਂ, ਸਰ, ਦੱਸੋ ਜ਼ਰੂਰ, ਜੀ ਕੀ ਹਾਂਜੀ। ਕਹਿਣਾ ਚਾਹੁੰਦੇ ਹੋ? ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਜੇ ਕਿਸੇ ਕੋਲ ਵੀਡੀਓ ਫੁਟੇਜ ਹੈਗਾ ਹੈ, ਬਸ ਫੋਟੋਆਂ ਦੇ ਆਧਾਰ ਤੇ ਇਹ ਸਟੂਡੈਂਟਾਂ ਦੀ ਤੇ ਇੱਥੋਂ ਦੇ ਲੋਕਾਂ ਦੀ ਬਦਨਾਮੀ ਕਰੀ ਆਉਂਦੇ ਆ। ਜੇ ਤੇ ਕਿਸੇ ਕੋਲ ਵੀਡੀਓ ਫੁਟੇਜ ਹੈਗਾ ਹੈ ਉਹ ਲੈ ਆਵੇ, ਨਹੀਂ ਤੇ ਅਸੀਂ ਆਪਣਾ ਫੁਟੇਜ ਹੈਗੇ ਆ ਉਹ ਸਿਟੀ ਆਫ ਕੈਲਗਰੀ ਤੋਂ ਲੈਣਾ ਪੈਣਾ। ਬਟ ਉਹ ਪਰਮਿਸ਼ਨ ਨਹੀਂ ਦੇਣਗੇ ਕਿਉਂਕਿ ਸਾਡੇ ਆ ਬੈਕ ਯਾਰਡ ਇੱਥੇ ਅਸੀਂ ਖੇਡਦੇ ਹਾਂ ਰੋਜ਼ ਫੁੱਟਬਾਲ, ਜਾਂ ਅਸੀਂ ਇੱਥੇ ਕਬੱਡੀ ਵੀ ਖੇਡਦੇ ਹੈਗੇ ਜੀ ਹਾਂ। ਉਹ ਸਾਡਾ ਬੈਕ ਯਾਰਡ ਆ। ਬੈਕ ਯਾਰਡ ਦੇ ਸਾਡੇ ਪਿੱਛੇ ਲੱਗਦਾ ਸਟੇਸ਼ਨ, ਮੇਨ ਸਟੇਸ਼ਨ ਸਿਟੀ ਦਾ ਜੀ। ਸੋ ਅਸੀਂ ਉੱਥੇ ਖੇਡਦੇ, ਸਾਡੀ ਬਾਲ ਚੱਲੀ ਸੀ ਬਾਹਰ, ਉਹ ਮੁੰਡੇ ਲੈਣ ਗਏ ਸੀ ਬਾਲ ਨੂੰ, ਬਾਲ ਲੱਭ ਨਹੀਂ ਸੀ ਰਹੀ, ਉਹ ਮੁੰਡੇ ਬਹਿ ਗਏ ਬਸ ਆਈ ਥਿੰਕ ਮੇ ਵੀ 3 ਤੋਂ 4 ਮਿੰਟ ਬੈਠੇ ਹੋਣਗੇ। ਤੇ ਹਾਂਜੀ, ਇਸ ਤੋਂ ਬਾਅਦ ਬਸ ਸਾਨੂੰ ਨਹੀਂ ਇੰਨਾ ਪਤਾ ਕਿ ਕਿਸੇ ਨੇ ਕੀ ਕਿਹਾ। ਬਸ ਉੱਥੇ ਇੱਕ ਲੜਕੀ ਹੈਗੀਆਂ, 2 ਕਾਰ ਚਾਹੀਦੀਆਂ ਸੀ ਤੇ ਉੱਥੇ ਉਹਨਾਂ ਸਟਾਪ ਕੀਤਾ ਹੋਇਆ ਸੀ। ਬਸ ਉਹ ਨਾ ਸਨੈਪ ਬਣਾਉਣ ਲੱਗ ਪਈਆਂ ਮੁੰਡੇ ਦੀਆਂ ਤੇ ਇਹ ਬਾਂਦਰ ਕੀ ਕਰ ਰਹੇ ਨੇ। ਬਸ ਉਹਨਾਂ ਦੀ ਸ਼ਬਦਾਵਲੀ ਇਹ ਸੀ। ਜੀ ਠੀਕ ਹੈ ਜੀ। ਜੀ ਬਿਲਕੁਲ ਸਰ, ਜਿਵੇਂ ਤੁਸੀਂ ਗੱਲ ਜੀ ਤੁਸੀਂ ਜਿਵੇਂ ਗੱਲ ਕੀਤੀ ਹੈ ਜੀ ਜੀ ਬਾਅਦ ਚ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਓ, ਮੈਂ ਮੈਨੂੰ ਆਪਣਾ ਜੀ ਜੀ ਬਿਲਕੁਲ ਜਿਹੜੇ ਮੁੰਡੇ ਬੈਠੇ ਸੀ ਉਹਨਾਂ ਦੀ ਸਨੈਪ ਬਣਾ ਰਹੇ ਸੀ। ਬਸ ਮੁੰਡੇ ਨੇ ਇਹੋ ਆਖਿਆ ਕਿ ਹੇ ਵਾਹਿਗੁਰੂ, ਸਾਡੇ ਕੈਨੇਡਾ ਚ ਇਹੋ ਦਿਨ ਦੇਖਣੇ ਰਹਿ ਗਏ ਸੀ। ਠੀਕ ਹੈ ਜੀ, ਥੈਂਕ ਯੂ ਜੀ। ਇਹਦੇ ਚ ਕੀ ਗਲਤੀ ਆ ਕਿ ਬਈ ਸਾਡੀ ਕੋਈ ਸਨੈਪ ਬਣਾ ਰਿਹਾ, ਸਾਡੀ ਕੋਈ ਪਰਸਨਲੀ, ਅਸੀਂ ਆਪਣੇ ਘਰ ਦੀ ਬੈਕ ਯਾਰਡ ਤੇ ਬੈਠੇ ਆ, ਅਸੀਂ ਫੈਂਸ ਤੇ ਬੈਠੇ ਹੋਏ ਆ। ਮੈਂ ਤੁਹਾਨੂੰ ਜੀ ਬਸ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਪੂਰੇ ਮਾਮਲੇ ਦੀ, ਜਿਵੇਂ ਗੱਲ ਕਰ ਰਹੀ ਹੈ ਕਿ ਸ਼ਾਇਦ ਇਹ ਮਾਮਲਾ ਅੱਗੇ ਤੱਕ ਪਹੁੰਚ ਚੁੱਕਿਆ ਵਾ, ਕਾਫੀ ਅੱਗੇ ਹੱਦ ਤੱਕ ਵੱਧ ਚੁੱਕਿਆ। ਇਹਦੇ ਬਾਰੇ ਵਿੱਚ ਜਿਵੇਂ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਜਾਂ ਕੁਝ ਹੁੰਦਾ, ਤੁਸੀਂ ਇਹਦੀ ਫੁਟੇਜ ਵਗੈਰਾ ਜਾਰੀ ਕਰ ਸਕਦੇ ਹੋ? ਸਾਡੇ ਤੇ ਆਪਦੇ ਫੁਟੇਜ ਹੈਗੀ ਨਹੀਂ ਆ, ਪਿੱਛੋਂ ਦੇ ਬੈਕ ਯਾਰਡ ਦੀ ਤੇ ਹੁੰਦੀ ਨਹੀਂ ਆ, ਕਿਉਂਕਿ ਉੱਥੇ ਸਿਗਨਲ ਹੈਗੇ ਸਾਡੇ ਬਿਲਕੁਲ ਕਰੀਬ ਆ, ਜਿੱਥੋਂ ਵੀ ਮੁੰਡਾ ਟੱਪ ਕੇ ਸਿਗਨਲ ਫੁੱਟਬਾਲ ਚੱਕਣ ਦੇ ਤਾਂ ਹੋ ਸਕਦੇ ਆ ਨਾ ਬਾਜੀ ਸ਼ਾਟਸ। ਹਾਂਜੀ ਜੀ ਬਿਲਕੁਲ ਜੀ। ਦੂਜੀ ਗੱਲ, ਜੇ ਤੁਸੀਂ ਕਿਸੇ ਕੁੜੀ ਨੂੰ ਵੀ ਹਰਾਸ ਕੀਤਾ, ਉੱਥੇ ਗਿਆ ਹੈ, ਉਹ ਕੁੜੀ ਨੂੰ ਲੈ ਆਓ ਸਾਹਮਣੇ, ਫਿਰ ਇਹ ਮੁੱਦੇ ਤੇ ਤੁਸੀਂ ਗਾਂ ਇਹਨਾਂ ਮੁੱਦਾ ਉਛਾਲੋ ਬਿਨਾਂ ਦੂਜੇ ਪੱਖ ਤੋਂ ਜਾਣਦੇ ਹੋਏ ਕਿ ਇਹਨੇ ਮੁੱਦੇ ਨੂੰ ਇਹਨਾਂ ਤਾਂ ਚੱਕ ਦੇਣਾ। ਮੇਰੇ ਹਿਸਾਬ ਨਾਲ ਕੋਈ ਬਾਹਰੀ ਆਪਣੀ ਮੈਂਟੈਲਿਟੀ ਨੂੰ ਸ਼ੋਅ ਨਹੀਂ ਆਪਾਂ ਕਰਦੇ ਕਿ ਆਪਾਂ ਪੰਜਾਬੀ ਨੂੰ ਲੱਤਾਂ ਵੱਢੀ ਜਾਂਦੇ ਆ। ਦੂਜੇ ਨੰਬਰ ਤੇ ਜੇ ਆਪਾਂ ਗੋਰਿਆਂ 'ਚ ਰਹਿੰਦੇ ਹੋਈਏ, ਕਹਿੰਦੇ ਗੋਰੇ ਇਹ ਚੀਜ਼ ਨੂੰ ਕਈ ਵਾਰੀ ਚਿੱਲ ਮੰਨਦੇ ਆ, ਯਾਰ ਚਿੱਲ ਕਰ ਰਹੇ ਆ ਕਿਉਂਕਿ ਇੰਜੋਇਮੈਂਟ ਕਰਦੇ ਇੱਥੇ ਸਾਰੇ, ਕਿਉਂਕਿ ਸਮਰ ਚੱਲ ਰਹੀ ਆ, ਹੁਣ ਬਸ ਬਰਫ਼ ਪੈਣ ਵਾਲੀ ਰਹੀ ਆ। ਜੀ ਸਰ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਸ ਵਕਤ ਪੰਜਾਬੀ ਦੀਆਂ ਜੜ੍ਹਾਂ ਵੱਢਣ ਲੱਗੇ ਹੋਏ ਆ, ਤੁਸੀਂ ਕੀ ਇਸ ਗੱਲ ਨੂੰ ਡਿਨਾਈ ਕਰ ਸਕਦੇ ਹੋ ਕਿ ਐਵੇਂ ਦੀਆਂ ਘਟਨਾਵਾਂ ਕੈਨੇਡਾ ਵਿੱਚ ਨਹੀਂ ਹੋ ਰਹੀਆਂ? ਹੁੰਦੀਆਂ ਨੇ, ਮੈਂ ਕਿਹੜਾ ਦੋਹਰਾਈ ਕਰਦਾ ਹਾਂ, ਹੁੰਦੀਆਂ ਨੇ, ਬੇਸ਼ੱਕ ਹੁੰਦੀਆਂ ਨੇ, ਪਰ ਤੁਸੀਂ ਇਹ ਦੇਖਿਆ ਕਿ ਵੀ ਜਿੱਥੇ ਕਮਿਊਨਿਟੀ ਰਹਿੰਦੀ ਹੋਵੇ, ਤੁਸੀਂ ਆਪਦੀ ਕਮਿਊਨਿਟੀ ਨੂੰ ਬਦਨਾਮ ਕਰਨ ਲਈ ਇੰਨੇ ਵੱਡੇ ਉੱਚੇ ਪੱਧਰ ਤੇ ਇੰਨੀ ਵੱਡੀ ਖਬਰ ਫੈਲਾ ਦੇਣੀ, ਦੂਜੇ ਪੱਖ ਨੂੰ ਬਿਨਾਂ ਜਾਣ ਤੋਂ ਬਗੈਰ। ਹਮਦਰਦ ਟੀਵੀ ਨੇ ਤਾਂ ਜੀ ਪ੍ਰੋਪਰ ਮੌਕਾ ਦਿੱਤਾ ਹੈ ਜੀ, ਅਸੀਂ ਬੋਲ ਰਹੇ ਹਾਂ ਟੀਵੀ ਦੇ ਉੱਤੇ, ਤਾਂ ਹੀ ਗੱਲ ਅੱਗੇ ਵਧ ਰਹੀ ਹੈ। ਅਸੀਂ ਇਹ ਨਹੀਂ ਕੀਤਾ, ਤੁਹਾਨੂੰ ਕੱਟਿਆ ਨਹੀਂ ਹੈ, ਤੁਹਾਨੂੰ ਖੁੱਲਾ ਟਾਈਮ ਦਿੱਤਾ। ਇੱਕ ਬਸ ਪੱਖ ਨੂੰ ਤੁਸੀਂ ਬਸ 2 ਫੋਟੋਆਂ ਖਿੱਚੀਆਂ ਨੇ ਉਸ ਇਨਸਾਨ ਨੇ, 2 ਫੋਟੋਆਂ ਤੋਂ ਬਗੈਰ ਉਹਦੇ ਕੋਲ ਨਾ ਕੋਈ ਵੀਡੀਓ, ਨਾ ਫੁਟੇਜ ਆ, ਨਾ ਕੋਈ ਉਹਨੇ ਰਿਕਾਰਡਿੰਗ ਕਰੀ ਹੋਈ ਆ। ਦੇਖੋ ਮਿਸਟਰ ਸਿੰਘ, ਇਹ ਇੱਕ ਵੀਡੀਓ ਵਾਇਰਲ ਹੋਈ ਜਿਹਦੀ ਅਸੀਂ ਫੋਟੋਜ਼ ਵਾਇਰਲ ਹੋਈਆਂ, ਅਸੀਂ ਇਹਦੇ ਬਾਰੇ ਗੱਲ ਚੁੱਕੀ, ਉਹ ਇੱਕ ਵੀਡੀਓ ਪਤਾ ਨਹੀਂ ਕਿੱਥੇ ਤੱਕ ਪਹੁੰਚੀ ਹੋਣੀ ਆ। ਹਮਦਰਦ ਮੀਡੀਆ ਦੇ ਜ਼ਰੀਏ ਹੁਣ ਤੁਹਾਨੂੰ ਮਾਧਿਅਮ ਮਿਲ ਰਿਹਾ ਬੋਲਣ ਦਾ, ਅਸੀਂ ਤੁਹਾਨੂੰ ਪੂਰਾ ਖੁੱਲਾ ਟਾਈਮ ਦਿੱਤਾ ਸੀ, ਉਹਨੇ ਤੁਹਾਨੂੰ ਕੱਟਿਆ ਨਹੀਂ। ਹੁਣ ਤੱਕ ਤੁਹਾਨੂੰ ਮੇਰੇ ਕੋਲ 2 ਮਿੰਟ ਤੋਂ ਉੱਪਰ 3 ਮਿੰਟ ਹੋ ਗਏ ਨੇ, ਅਸੀਂ ਤੁਹਾਨੂੰ ਖੁੱਲਾ ਟਾਈਮ ਦਿੱਤਾ, ਤੁਸੀਂ ਆਪਦਾ ਪੱਖ ਰੱਖ ਸਕਦੇ ਹੋ। ਅਸੀਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਵੀ ਜਿਹਨੇ ਕੋਈ ਆਪਦੀ ਗੱਲ ਕਰਨੀ ਚਾਹੁੰਦੇ ਆ, ਪਲੀਜ਼ ਕਾਲ ਅਸ ਐਂਡ ਵਿਲ ਗਿਵ ਯੂ ਟਾਈਮ। ਜੀ ਬਿਲਕੁਲ।
ਮੈਂ ਦੂਜੇ ਨੰਬਰ ਤੇ ਇਹ ਗੱਲ ਕਰਨਾ ਚਾਹੁੰਦਾ ਕਿਉਂਕਿ ਸਮਰ ਆਲਮੋਸਟ ਇੱਥੇ 2-3 ਮਹੀਨੇ ਹੁੰਦੀ ਹੈ, ਤੋਂ ਜ਼ਿਆਦਾ ਹੁੰਦੀ ਨਹੀਂ ਆ ਹਨਾ। ਬਾਅਦ ਚ ਤਾਂ ਆਪਣੀ ਵਿੰਟਰ ਹੁੰਦੀ ਆ, ਕਿਉਂਕਿ ਹੁਣ ਜਿਹੜੇ ਆਪਣੇ ਪੁਰਾਣੇ ਪੰਜਾਬੀ ਆਏ ਹੋਏ ਨੇ, ਜੇ ਅਸੀਂ ਵੀਡੀਓ ਬਣਾਉਣ ਤੇ ਆ ਗਏ, ਜੇ ਅਸੀਂ ਫੋਟੋਆਂ ਖਿੱਚਣ ਤੇ ਆ ਗਏ, ਪਤਾ ਨਹੀਂ ਕਿੱਥੋਂ ਅਸੀਂ ਤੁਹਾਨੂੰ ਫੋਟੋਆਂ ਭੇਜ ਦਿੰਦੇ ਆ। ਇਹਨਾਂ ਦੀਆਂ ਜਿਹੜੇ ਮੇਨ ਯਾਦ ਹੁੰਦੇ ਆ ਸਾਹਮਣੇ ਗਰਾਜ ਹੁੰਦੇ ਆ, ਉਸ ਚ ਇਹ ਬਾਰਬੀਕਿਊ ਕਰਦੇ ਆ, ਨਾਲੇ ਕੁੜੀਆਂ ਨੂੰ ਤੱਕਦੇ ਆ। ਜੇ ਅਸੀਂ ਉੱਥੇ ਬਸ ਫੋਟੋਆਂ ਪਾਉਣੀਆਂ, ਸਾਡਾ ਵੀ ਨਾ ਕੁਝ ਅਸੀਂ ਤਾਂ ਉਹਦੇ ਬਾਰੇ ਵੀ ਗੱਲ ਕਰ ਰਹੇ ਹਾਂ। ਦੇਖੋ ਨਹੀਂ, ਅਸੀਂ ਸਾਰੇ ਦੇ ਬਾਰੇ ਗੱਲ ਅਸੀਂ ਉਹਨਾਂ ਬਾਰੇ ਵੀ ਗੱਲ ਕਰ ਰਹੇ ਹਾਂ ਜਿਹੜੇ ਗਰਾਜ ਦੇ ਵਿੱਚ ਬਾਰਬੀ ਕਰਦੇ ਆ। ਅਸੀਂ ਪਰ ਸਾਡੀ ਇੰਨੀ ਕੁ ਸਿਆਣਪ ਸਾਡੇ ਪੇਰੈਂਟਸ ਨੇ ਸਿਖਾਇਆ ਹੋਇਆ ਹੈ ਕਿ ਕਿੱਦਾਂ ਰਹਿਣਾ, ਕਿ ਕਿੱਥੇ ਰਹਿਣਾ ਹੈ। ਇੱਕ ਮੈਂ ਤੁਹਾਨੂੰ ਇੱਕ ਨੌਲੇਜ ਦਿੱਤੀ ਹੋਈ ਉਹਨਾਂ ਨੇ। ਇੱਕ ਹੁਣ ਮੇਰੀ ਮਾੜੀ ਜੀ ਗੱਲ ਸੁਣੋਗੇ, ਤੁਸੀਂ ਇਹ ਕਿਉਂ ਕਰਦੇ ਹੋ ਕਿ ਤੁਸੀਂ ਹਾਂ ਵੀ ਤੁਸੀਂ ਤੇ ਅਸੀਂ ਕਿਉਂ ਆ, ਆਪਾਂ ਸਾਰੇ ਆਪਾਂ ਕਿਉਂ ਨਹੀਂ ਹੈ, ਇਹ ਤੁਸੀਂ ਕਿਉਂ ਕਹਿੰਦੇ ਵੀ ਅਸੀਂ ਜੇ ਇੱਥੇ ਵਾਲਿਆਂ ਦੀ ਖਿੱਚ ਕੇ ਤੁਸੀਂ ਪਹਿਲਾਂ ਹੀ ਵੰਡ ਕਿਉਂ ਪਾਉਂਦੇ ਹੋ? ਤੁਸੀਂ ਜਿਹੜੇ ਆਏ ਹੋ ਇੱਥੇ ਰਲਣ ਵਾਸਤੇ ਆਏ ਹੋ, ਇੱਥੋਂ ਦੀ ਵੀਰ ਜੀ ਉਦੋਂ ਹੀ ਪਾਰਟੀ ਨੇ ਜਦੋਂ ਲਿਖਤਾ ਇਹ ਗੰਦ ਪਤਾ ਨਹੀਂ ਕਿੱਥੋਂ ਉੱਠ ਕੇ ਆਏ ਹੋਏ ਨੇ। ਸ਼ਬਦਾਵਲੀ ਵੇਖੋ ਉਹਨਾਂ ਦੀ, ਦੇਖੋ ਜੀ ਆਪਾਂ ਕਿਸੇ ਦੇ ਲਈ ਆਪਣੀ ਸ਼ਬਦਾਵਲੀ ਆਪਾਂ ਮਾੜੀ ਨਹੀਂ ਕਰਨੀ, ਸੋ ਬੈਟਰ ਇਹੀ ਹੈ। ਦੇਖੋ ਹਰ ਕੋਈ ਇੱਥੇ ਆਪਣੇ ਸੁਪਨੇ ਲੈ ਕੇ ਆਇਆ, ਕਮ ਸੇ ਕਮ ਅਸੀਂ ਆਪਣੀ ਸ਼ਬਦਾਵਲੀ ਬਹੁਤ ਨਿਮਰ ਰੱਖੀਏ ਤਾਂ ਕਿ ਸਾਹਮਣੇ ਵਾਲੇ ਨੂੰ ਵੀ ਕਮ ਸੇ ਕਮ ਅਫਸੋਸ ਹੋਵੇ ਵੀ ਉਹਨਾਂ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕੀਤਾ। ਮੈਂ ਤੁਹਾਨੂੰ ਵਿਦ ਪ੍ਰੂਫ ਤੁਹਾਨੂੰ ਸਕਰੀਨਸ਼ਾਟ ਸੈਂਡ ਕਰ ਸਕਦਾ ਵਾਂ ਜਿੱਥੇ ਸਾਨੂੰ ਇੰਨੇ ਭੇੜੇ ਮੰਦੇ ਬੋਲੇ ਗਏ ਆ ਸਾਰੇ ਵੀਰਾਂ ਵੱਲੋਂ। ਬਿਲਕੁਲ ਦੇਖੋ ਜੀ ਸਾਡਾ ਪ੍ਰੋਗਰਾਮ ਆਲਮੋਸਟ ਖਤਮ ਹੋਣ ਦਾ ਸਮਾਂ ਹੋ ਗਿਆ। ਤੁਸੀਂ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸਾਡੇ ਨਾਲ ਸੇਮ ਨੰਬਰ ਤੇ ਗੱਲ ਕਰ ਸਕਦੇ ਹੋ ਸਰ। ਜਿਹੜੀ ਇਨਫੋਰਮੇਸ਼ਨ ਭੇਜਣੀ ਹੈ ਪਲੀਜ਼, ਜਿਹੜੀ ਵੀ ਇਨਫੋਰਮੇਸ਼ਨ ਤੁਸੀਂ ਭੇਜਣਾ ਚਾਹੁੰਦੇ ਹੋ ਉਸ ਤੋਂ ਬਾਅਦ ਤੁਸੀਂ ਭੇਜ ਸਕਦੇ ਹੋ। ਅਸੀਂ ਮੋਸਟ ਵੈਲਕਮ ਹਮਦਰਦ ਮੀਡੀਆ ਇਸ ਮੁੱਦੇ ਨੂੰ। ਦੈਟ ਬੀ ਗ੍ਰੇਟ, ਥੈਂਕ ਯੂ ਜੀ। ਥੈਂਕ ਯੂ। ਜੇ ਤੁਸੀਂ ਫੁੱਟਬਾਲ ਚੱਕਦੇ ਦੀ ਵੀਡੀਓ ਦੇਖਣੀ ਆ ਤਾਂ ਘਰ ਦੇ ਆਪੋਜ਼ਿਟ ਸਾਈਡ ਜਿੱਥੇ ਬਾਲ ਗਈ ਸੀ ਉਹ ਟ੍ਰੇਨ ਸਟੇਸ਼ਨ ਹੀ ਆ, ਉੱਥੇ ਕੈਮਰੇ ਲੱਗੇ ਹੋਏ ਆ। ਦੋ ਮੁੰਡੇ ਗਏ ਸੀ, ਬਾਲਾਂ ਦੋ ਗਈਆਂ ਸੀ, ਦੋ ਬਾਲਾਂ ਚੱਕ ਕੇ ਆਏ ਆ, ਉੱਥੇ ਕੈਮਰੇ ਦੇ ਵਿੱਚ ਆਏ ਆ। ਟ੍ਰੇਨ ਸਟੇਸ਼ਨ ਆ ਗਵਰਨਮੈਂਟ ਦਾ, ਅਸੀਂ ਪੁਲਿਸ ਨੂੰ ਬੁਲਾ ਕੇ ਕੰਪਲੇਂਟ ਵੀ ਕੀਤੀ ਆ, ਸਪੈਸ਼ਲ ਉਹਨਾਂ ਨੂੰ ਕਿਹਾ ਵੀ ਆ ਬਈ ਤੁਸੀਂ ਜਾ ਕੇ ਕੈਮਰੇ ਆਪ ਚੈੱਕ ਕਰੋ ਤੇ ਤੁਸੀਂ ਦੇਖੋ ਵੀ ਬਾਲ ਲੈਣ ਆਏ ਸੀ ਜਾਂ ਨਹੀਂ ਆਏ ਸੀ ਮੁੰਡੇ। ਦੈਟਸ ਗ੍ਰੇਟ, ਥੈਂਕ ਯੂ ਜੀ, ਸੋ ਨਾਈਸ ਆਫ ਯੂ। ਬਿਲਕੁਲ ਮੈਂ ਉਹੀ ਚਾਹਾਂਗੀ ਕਿ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਤੁਸੀਂ ਸੰਪਰਕ ਸਾਧ ਸਕਦੇ ਹੋ। ਕੋਈ ਗੱਲ ਤੁਸੀਂ ਕੋਈ ਪ੍ਰੂਫਸ ਰੱਖਣਾ ਚਾਹੁੰਦੇ ਹੋ, ਅਸੀਂ ਇਸ ਮੈਟਰ ਨੂੰ ਵੀ ਸਾਹਮਣੇ ਜ਼ਰੂਰ ਰੱਖਾਂਗੇ। ਸ਼ੁਕਰੀਆ ਬਹੁਤ ਤੁਸੀਂ ਕਾਲ ਕੀਤੀ ਪ੍ਰੋਗਰਾਮ ਦੇ। ਹਾਂਜੀ ਧੰਨਵਾਦ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਸਮਾਂ ਦੇਣ ਲਈ ਬਹੁਤ ਧੰਨਵਾਦ। ਨੋ ਪ੍ਰੋਬਲਮ। ਦੇਖੋ ਜੀ ਇਹ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਹੈ, ਇਹ ਅਸੀਂ ਸਾਡਾ ਖੁੱਲਾ ਪਲੇਟਫਾਰਮ ਹੈ ਜੀ। ਅਸੀਂ ਉਹ ਨਹੀਂ ਹੈ ਵੀ ਅਸੀਂ ਇੱਕ ਪਾਸੇ ਨੂੰ ਲੈ ਕੇ ਤੁਰਨਾ। ਐਜ਼ ਲੌਂਗ ਐਜ਼ ਸ਼ਬਦਾਵਲੀ ਠੀਕ ਹੈ, ਅਸੀਂ ਤੁਹਾਨੂੰ ਖੁੱਲਾ ਸਮਾਂ ਦੇਵਾਂਗੇ ਜੀ। ਤੁਹਾਨੂੰ ਮੇਰੇ ਖਿਆਲ ਬਾਕੀਆਂ ਨੂੰ ਇੰਨਾ ਟਾਈਮ ਨਹੀਂ ਦਿੱਤਾ ਕਿ ਜਿੰਨਾ ਅਸੀਂ ਤੁਹਾਨੂੰ ਮੇਰੇ ਕੋਲ 5 ਮਿੰਟ ਤੋਂ ਵੀ ਉੱਪਰ ਸ਼ਾਇਦ ਹੋ ਗਿਆ ਹੋਵੇਗਾ, ਇੰਨਾ ਸਮਾਂ ਦਿੱਤਾ ਜੀ ਤੁਹਾਨੂੰ। ਤੁਸੀਂ ਆਪਦਾ ਪੱਖ ਪੇਸ਼ ਕੀਤਾ, ਥੈਂਕ ਯੂ, ਸੋ ਨਾਈਸ ਆਫ ਯੂ। ਬਾਕੀ ਜਿਹੜੇ ਹਿਸਾਬ 'ਚ ਇਹ ਕੇਸ 'ਚ ਪੁਲਿਸ ਕੋਲੇ ਹੈਗਾ ਉਹਦਾ ਪਤਾ ਲੱਗ ਹੀ ਜਾਵੇਗਾ ਜੀ ਕੀ ਹੋ ਰਿਹਾ। ਬਿਲਕੁਲ ਸਰ ਇਹ ਜ਼ਰੂਰ ਹੈ ਕਿ ਇਹ ਨਿਊਜ਼ ਫੇਕ ਹੈ ਜਾਂ ਇਹ ਨਿਊਜ਼ ਟਰੂ ਹੈ, ਇੱਕ ਪਾਸੇ ਰੱਖ ਕੇ ਇਹ ਜਿਹੇ ਮਾਮਲੇ ਵਾਪਰ ਰਹੇ ਨੇ। ਸੋ ਅਜਿਹੀਆਂ ਘਟਨਾਵਾਂ ਚਾਹੇ ਉਹ ਐਵੇਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਵੀ ਨੇ ਤਾਂ ਇਹ ਚੀਜ਼ਾਂ ਅਕਸਰ ਜ਼ਿਹਨ ਦੇ ਵਿੱਚ ਆਉਣਗੀਆਂ ਕਿ ਵਾਕਈ ਸੱਚ ਹੋ ਸਕਦੀ ਹੈ, ਇਹ ਵਾਕਈ ਸੱਚ ਹੈ। ਸੋ ਅੱਜ ਅਸੀਂ ਕੋਸ਼ਿਸ਼, ਜਿਵੇਂ ਸਾਡੇ ਦਰਸ਼ਕਾਂ ਨੇ ਸਾਨੂੰ ਕਾਲ ਕੀਤੀ, ਉਹਨਾਂ ਨੇ ਆਪਣਾ ਪੱਖ ਰੱਖਿਆ ਤੇ ਜਿਨ੍ਹਾਂ ਦੇ ਨਾਲ ਇੰਸੀਡੈਂਟ ਵਾਪਰਿਆ ਉਹਨਾਂ ਨੇ ਵੀ ਆਪਦੀ ਸਫਾਈ ਦਿੱਤੀ ਆ। ਵਰਲਡ ਵਾਈਡ ਇਹ ਵੀਡੀਓਜ਼ ਇਹ ਫੋਟੋਜ਼ ਘੁੰਮ ਰਹੀਆਂ ਸੀ, ਜਿਸ ਤੋਂ ਬਾਅਦ ਕਿ ਉਹਨਾਂ ਮੁੰਡਿਆਂ ਦਾ ਵੀ ਅਕਸ ਖਰਾਬ ਹੋਇਆ ਆ, ਜਿਨ੍ਹਾਂ ਦੇ ਜਿਹੜੇ ਜਾਣ ਪਛਾਣ ਵਾਲੇ ਹੋਣੇ ਉਹਨਾਂ ਦਾ ਵੀ ਅਕਸ ਖਰਾਬ ਹੋਇਆ ਕਿ ਤੁਸੀਂ ਇਹ ਚੀਜ਼ਾਂ ਕਰਦੇ ਹੋਏ ਪਾਏ ਗਏ ਹੋ। ਸੋ ਇੱਕ ਤਰ੍ਹਾਂ ਨਾਲ ਤੁਸੀਂ ਆਪਣੀ ਕਲੈਰੀਫਿਕੇਸ਼ਨ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਦੁਨੀਆ 'ਚ ਵਾਸਤੇ ਜਿਹੜੇ ਇਸ ਵਕਤ ਹਮਦਰਦ ਦੇ ਦਰਸ਼ਕ ਨੇ ਉਹਨਾਂ ਨੇ ਕਲੈਰੀਫਿਕੇਸ਼ਨ ਵੀ ਸੁਣੀ ਹੈ ਕਿ ਇੱਕ ਫੇਕ ਨਿਊਜ਼ ਨੂੰ ਉਡਾਇਆ ਗਿਆ ਤੇ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਹ 'ਚ ਕਿੰਨੀ ਕੁ ਸੱਚਾਈ ਹੈ ਜਾਂ ਕਿੰਨੀ ਕੁ ਨਹੀਂ, ਆਉਣ ਵਾਲੇ ਦਿਨਾਂ 'ਚ ਤਾਂ ਸਾਹਮਣੇ ਆਈ ਜਾਣੀ ਹੈ। ਸੋ ਸਰ ਲਗਭਗ ਆਪਣਾ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਾਣ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਕੋਲ ਜਿਹੜੀ ਖਬਰ ਆਉਂਦੀ ਹੈ ਜੀ ਅਸੀਂ ਉਹਨੂੰ ਉਸੇ ਹਿਸਾਬ ਦੇ ਵਿੱਚ ਪੇਸ਼ ਕਰਦੇ ਹਾਂ ਜੀ। ਅਸੀਂ ਤਾਂ ਹੀ ਤੁਹਾਡੇ ਵਿਊਜ਼ ਚਾਹੁੰਦੇ ਹਾਂ। ਸਾਡਾ ਪ੍ਰੋਗਰਾਮ ਦਾ ਨਾਮ ਵੀ ਨਿਊਜ਼ ਐਂਡ ਵਿਊਜ਼ ਹੈ। ਅਸੀਂ ਆਪਦੇ ਵਿਊਜ਼ ਵੀ ਦਿੰਦੇ ਹਾਂ, ਅਸੀਂ ਤੁਹਾਡੇ ਵਿਊਜ਼ ਵੀ ਚਾਹੁੰਦੇ ਹਾਂ ਔਰ ਤੁਹਾਨੂੰ ਖੁੱਲਾ ਪਲੇਟਫਾਰਮ ਹੈ, ਅਸੀਂ ਤੁਹਾਨੂੰ ਖੁੱਲਾ ਸਮਾਂ ਦਿੰਦੇ ਹਾਂ ਜੀ। ਚਲੋ ਕਿਸੇ ਨੇ ਵੀ ਕਿਸੇ ਵੀ ਖਬਰ ਦੇ ਉੱਤੇ ਕੋਈ ਵੀ ਵਿਚਾਰ ਦੇਣੇ ਹੁੰਦੇ ਆ, ਇਟਸ ਓਪਨ ਫੋਰਮ। ਤਾਂ ਜੀ ਅਸੀਂ ਇਹ ਨਹੀਂ ਹੈ ਵੀ ਅਸੀਂ ਤੇ ਤੁਸੀਂ ਨਹੀਂ ਆ, ਆਪਾਂ ਸਾਰੇ ਇੱਕ ਆ। ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਉਸ ਦੇ ਵਿੱਚ ਆਪਾਂ ਸਾਰੇ ਡਿਸਕਸ਼ਨ ਕਰਦੇ ਹਾਂ। ਵੀ ਅਗਰੀ ਟੂ ਡਿਸਐਗਰੀ। ਮੈਂ ਕੱਲ ਵੀ ਇਹ ਗੱਲ ਕੀਤੀ ਸੀਗੀ, ਜ਼ਰੂਰੀ ਨਹੀਂ ਹੈ ਕਿ ਸਾਰਿਆਂ ਨੂੰ ਨਾਲ ਸਹਿਮਤ ਹੋਣਾ ਪਏਗਾ, ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਸਾਡੇ ਨਾਲ ਸਹਿਮਤ ਹੋਣਾ ਪਵੇ, ਇਹ ਵੀ ਜ਼ਰੂਰੀ ਨਹੀਂ ਹੈ ਕਿ ਸਾਨੂੰ ਤੁਹਾਡੇ ਨਾਲ ਸਹਿਮਤ ਹੋਣਾ ਪਵੇ। ਹਾਂ ਆਪਾਂ ਡਿਸਕਸ਼ਨ, ਹੈਲਥੀ ਡਿਸਕਸ਼ਨ ਕਰ ਸਕਦੇ ਹਾਂ। ਜਿਹੜੀ ਇਹ ਗੱਲ ਹੋਈ ਹੈ ਇਹ ਹੋ ਸਕਦਾ ਫੇਕ ਹੋਵੇ, ਇਹ ਹੋ ਸਕਦਾ ਨਾ ਫੇਕ ਹੋਵੇ, ਪਰ ਜਿਹੜੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ, ਆਮ ਹੁੰਦੀਆਂ ਨੇ, ਸਾਡੇ ਬ੍ਰੈਂਪਟਨ 'ਚ ਵੀ ਹੁੰਦੀਆਂ ਨੇ, ਆਪਾਂ ਹੋਰ ਕਿਸੇ ਥਾਂ ਤੇ ਵੀ ਹੁੰਦੀਆਂ ਔਰ ਆਪਾਂ ਦੇਖੀਆਂ ਨੇ। ਇਸੇ ਕਰਕੇ ਅਜਿਹੀ ਖਬਰ ਤੋਂ ਛੇਤੀ ਫੜਦੀ ਹੈ। ਸੋ ਕਿਉਂ ਨਾ ਇਹ ਕੋਸ਼ਿਸ਼ ਕੀਤੀ ਜਾਵੇ ਜੋ ਕੁਛ ਇਹ ਜਿਹੜੇ ਕਾਰਨਾਂ ਕਰਕੇ ਇਹ
ਅੱਗੇ ਖਬਰ ਵਧੀ ਹੈ, ਅਸੀਂ ਉਹ ਕਾਰਨਾਂ ਨੂੰ ਦੇਖੀਏ, ਅਸੀਂ ਉਹ ਕਾਰਨਾਂ ਨੂੰ ਹਟਣ ਦੀ ਕੋਸ਼ਿਸ਼ ਕਰੀਏ, ਅਸੀਂ ਆਪਦੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਅਸੀਂ ਕਿਉਂ ਇਹ ਨਹੀਂ ਕਹਿੰਦੇ ਜਿਹੜੀ ਹੁਣ ਇੱਥੋਂ ਦੀ ਸੁਸਾਇਟੀ ਐਸੀ ਬਣ ਚੁੱਕੀ ਹੈ, ਆਮ ਕਹਿ ਰਹੇ ਸਟੂਡੈਂਟਸ ਬਾਰੇ ਕਰਕੇ ਵੀ ਸਟੂਡੈਂਟਸ ਕਿਉਂ ਕਰਦੇ, ਸਟੂਡੈਂਟਸ ਕਿਉਂ ਕਰਦੇ, ਇਹ ਲਾਈਨ ਕਿਉਂ ਹੋਈ, ਇਹ ਡਰਾ ਕਿਉਂ ਕੀਤੀ ਗਈ? ਇਹ ਹਾਲਾਂਕਿ ਪਹਿਲਾਂ ਇਹ ਗੱਲਾਂ ਨਹੀਂ ਸੀਗੀਆਂ। ਇੱਥੋਂ ਦੀ ਸੁਸਾਇਟੀ ਹੁਣ ਵੀ ਕੋਸ਼ਿਸ਼ ਕਰਦੀ ਹੈ, ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿੰਨੀ ਵੀ ਕਿਸੇ ਦੀ ਵੀ ਕੀਤੀ ਜਾ ਸਕੇ। ਤੁਸੀਂ ਵੀ ਆਏ ਹੋ ਇੱਥੋਂ ਦੀ ਸੁਸਾਇਟੀ ਵਾਸਤੇ, ਆਏ ਹੋ, ਸਾਰਿਆਂ ਵਾਂਗੂ ਆਏ ਹੋ, ਬਾਕੀ ਵੀ ਐਵੇਂ ਆਏ ਨੇ, ਸਾਰੇ ਇੱਥੋਂ ਦੇ ਸੁਸਾਇਟੀ ਦੇ ਵਿੱਚ ਆ ਕੇ ਰਲ ਮਿਲ ਕੇ ਆਪਾਂ ਸਾਰੇ ਇੱਕ ਹੋ ਕੇ ਇਸ ਕੰਟਰੀ ਨੂੰ ਹੋਰ ਅੱਗੇ ਲੈ ਕੇ। ਇਹ ਬੜਾ ਸੋਹਣਾ ਕੰਟਰੀ ਆ, ਬੜਾ ਵਧੀਆ ਕੰਟਰੀ ਆ। ਇਟਸ ਦ ਬੈਸਟ ਪਲੇਸ ਟੂ ਰੇਜ਼ ਯੂਰ ਕਿਡਸ। ਐਕਚੁਅਲੀ ਤੁਸੀਂ ਆਏ ਹੋ, ਸਾਰੇ ਇਮੀਗ੍ਰੈਂਟਸ ਨੇ ਆ ਕੇ ਇਸ ਕੰਟਰੀ ਦੇ ਵਾਸਤੇ ਕੰਟਰੀਬਿਊਟ ਕੀਤਾ, ਅੱਗੇ ਲੈ ਕੇ ਗਏ ਆ ਦੁਨੀਆ ਦੇ ਵਿੱਚ ਐਸ ਵੀ ਵਨ ਆਫ ਦ ਬੈਸਟ ਪਲੇਸਿਸ ਟੂ ਲਿਵ। ਇਹਨੂੰ ਆਪਾਂ ਇਹਨੂੰ ਉਹਨਾਂ ਚੰਗਾ ਹੀ ਰੱਖੀਏ, ਇਹਨੂੰ ਦੂਜੇ ਪਾਸੇ ਨੂੰ ਨਾ ਲੈ ਕੇ ਜਾਈਏ। ਬਿਲਕੁਲ। ਤੇ ਇੱਕ ਕੁਝ ਸੋਸ਼ਲ ਮੀਡੀਆ ਦੇ ਪੇजेस ਨੂੰ ਵੀ ਇਹ ਗੁਜ਼ਾਰਿਸ਼ ਜ਼ਰੂਰ ਕਰਾਂਗੇ ਕਿ ਬਿਨਾਂ ਮਾਮਲੇ ਦੀ ਸੱਚਾਈ ਜਾਣੇ ਆਪਾਂ ਅੱਗੇ ਸਿਰਫ ਇੱਕ ਫੋਕੀ ਟੀਆਰਪੀ ਲਈ ਐਵੇਂ ਦੇ ਹੱਥਕੰਡੇ ਨਾ ਅਪਣਾਈਏ। ਪੂਰਾ ਮੀਡੀਆ ਇਸ ਮਾਮਲੇ ਨੂੰ ਲੈ ਕੇ ਫਿਰ ਪੂਰਾ ਮੀਡੀਆ ਬਦਨਾਮ ਹੁੰਦਾ ਆ। ਸੋ ਅੱਜ ਹਾਲਾਂਕਿ ਇਹ ਗੱਲ ਕਲੀਅਰ ਹੋਈ ਜਾਂ ਨਹੀਂ ਹੋਈ, ਇੱਕ ਡਿਫਰੈਂਟ ਸਟੋਰੀ ਆ। ਆਉਣ ਵਾਲੇ ਸਮੇਂ ਵਿੱਚ ਵੀ ਇਹ ਘਟਨਾਵਾਂ ਰੁਕਣੀਆਂ ਨਹੀਂ ਹੈਗੀਆਂ। ਸੋ ਸਭ ਨੂੰ ਗੁਜ਼ਾਰਿਸ਼ ਜ਼ਰੂਰ ਹੈ ਕਿ ਬਾਈ ਚਾਂਸ ਅਜਿਹੀ ਘਟਨਾ ਵਾਪਰਦੀ ਹੈ ਤਾਂ ਇਹਦੇ ਬਾਰੇ ਵਿੱਚ ਆਵਾਜ਼ ਜ਼ਰੂਰ ਚੁੱਕਿਓ। ਤੇ ਜਿਵੇਂ ਦਰਸ਼ਕ ਨੇ ਸਾਨੂੰ ਕਾਲ ਕਰਕੇ ਦੱਸਿਆ ਕਿ ਉਹਨਾਂ ਨੇ ਘਟਨਾ ਦੇ ਬਾਰੇ ਚ ਗੱਲਕਾਰੀ ਕੀਤੀ ਆ, ਹਮਦਰਦ ਮੀਡੀਆ ਗਰੁੱਪ ਹਮੇਸ਼ਾ ਇਸ ਗੱਲ ਨੂੰ ਪ੍ਰਮੋਟ ਕਰਦਾ ਹੈ ਕਿ ਜੇਕਰ ਕੋਈ ਇੱਕ ਗੱਲ ਗਲਤ ਹੋ ਰਹੀ ਆ ਤੁਸੀਂ ਉਸ ਦੇ ਬਾਰੇ ਵਿੱਚ ਸਾਨੂੰ ਜਾਣਕਾਰੀ ਦਿਵੋ। ਸੋ ਅਸੀਂ ਉਸ ਚੀਜ਼ ਨੂੰ ਆਪਣੇ ਚੈਨਲ ਦੇ ਉੱਤੇ ਟੈਲੀਕਾਸਟ ਜ਼ਰੂਰ ਕਰਾਂਗੇ। ਸਰ, ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸਮਾਂ ਬਹੁਤ ਉੱਪਰ ਹੋ ਚੁੱਕਿਆ, ਪਰ ਜਿਸ ਚੀਜ਼ ਦੇ ਬਾਰੇ ਆਪਾਂ ਜਾਣਕਾਰੀ ਦੇਣੀ ਹੈ ਕਿ ਇਹਦੀ ਹੈ ਉਹ ਇਹ ਐਕਟਰ ਨੇ ਜੀ, ਇਹਨਾਂ ਦਾ 1952 ਜਨਮ ਹੋਇਆ ਸੀਗਾ ਜੀ। ਇਹ ਪੈਰਲਲ ਸਿਨੇਮੇ ਦੀ ਐਕਟਰ ਹੈਗੀ ਆ ਜੀ। ਇਹਨਾਂ ਦਾ ਜਨਮ ਹੋਇਆ ਸੀਗਾ ਜੀ ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ। ਸਭ ਤੋਂ ਪਹਿਲਾਂ ਇਹਨਾਂ ਨੇ ਸ਼ਿਆਮ ਬੈਨੇਗਲ ਦੀ ਫਿਲਮ ਆਈ ਸੀਗੀ 1978 ਦੇ ਵਿੱਚ, ਉਹਦੇ ਵਿੱਚ ਇਹਨਾਂ ਨੇ ਰੋਲ ਕੀਤਾ ਸੀਗਾ। ਉਸ ਤੋਂ 2 ਸਾਲ ਬਾਅਦ ਫਿਰ ਇੱਕ ਹੋਰ ਫਿਲਮ ਚ ਆਏ ਸੀਗੇ ਜੀ। ਤੇ ਔਰ ਇਹਨਾਂ ਦੇ ਬਿਲਕੁਲ ਉਸ ਪੈਰਲਲ ਸਿਨੇਮੇ ਦੇ ਵਿੱਚ ਸਮਟਾ ਪਾਟਲ ਵੀ ਸੀ, ਸ਼ਬਾਨਾ ਆਜ਼ਮੀ ਵੀ ਸੀ। ਫਿਰ ਮੈਂ ਤੁਹਾਨੂੰ ਦੱਸਦਾ ਇਹ ਦੋਨੇ ਹੈ ਨਹੀਂ ਗੀਆਂ, ਇਹ ਵੀ ਸੀਗੇ। ਉਹਦੇ ਨਾਲ ਇਹਨਾਂ ਕੰਮ, ਇਹਨਾਂ ਦਾ ਇੱਕ ਐਕਟਰ ਹੈ, ਉਹਦੇ ਨਾਲ ਬਹੁਤੀਆਂ ਫਿਲਮਾਂ 'ਚ ਕੰਮ ਕੀਤਾ ਹੈਗਾ। ਅਖੀਰ ਦੀ ਫਿਲਮ ਸੀ ਉਹਦੇ ਨਾਲ ਜਿਹੜੀ ਕੀਤੀ ਹੈ ਮੇਰੇ ਖਿਆਲ 2013 ਦੇ ਵਿੱਚ ਕੀਤੀ ਸੀ। ਔਰ 2013 ਦੇ ਵਿੱਚ ਜਿਹੜੇ ਐਕਟਰ ਨੇ ਇਹਨਾਂ ਬਹੁਤੀਆਂ ਫਿਲਮਾਂ ਕੀਤੀਆਂ, ਉਹਦੀ ਡੈਥ ਹੋ ਗਈ ਸੀਗੀ। ਇਹ ਹੋਰ ਮੈਂ ਤੁਹਾਨੂੰ ਕੀ ਦੱਸਾਂ। ਉਸ ਤੋਂ ਬਾਅਦ ਸੋਸ਼ਲ ਡਰਾਮੇ ਦੇ ਵਿੱਚ ਵੀ ਆਏ ਨੇ ਜੀ ਇਹ। ਉਸ ਤੋਂ ਮਗਰੋਂ ਇਹ ਜਿਹੜੇ ਟੀਵੀ ਸੀਰੀਅਲਸ ਹੈਗੇ ਨੇ ਉਹਦੇ ਵਿੱਚ ਵੀ ਆਏ ਨੇ। ਇਹਨਾਂ ਨੇ ਹਿੰਦੀ ਤੋਂ ਬਿਨਾਂ ਹੋਰ ਜ਼ੁਬਾਨਾਂ ਦੇ ਵਿੱਚ ਵੀ ਕੰਮ ਕੀਤਾ। ਇੱਕ ਫਿਲਮ ਦੇ 2 ਜ਼ੁਬਾਨਾਂ 'ਚ ਇਹਨਾਂ ਨੇ ਕੰਮ ਕੀਤਾ ਔਰ ਦੋਨਾਂ ਫਿਲਮਾਂ ਨੂੰ ਅਵਾਰਡ ਮਿਲੇ ਸੀਗੇ। ਉਹਨਾਂ ਚੋਂ ਇੱਕ ਸਾਊਥ ਦੀ ਹੈਗੀ ਆ ਜੀ ਫਿਲਮ ਤੇ ਇੱਕ ਨਾਰਥ ਦੀ ਹੈਗੀ ਆ ਜੀ ਫਿਲਮ। ਤੁਹਾਨੂੰ ਹੁਣ ਕੁਝ ਮਾੜਾ ਮੋਟਾ ਪਤਾ ਲੱਗਣਾ ਚਾਹੀਦਾ ਮੇਰੇ ਖਿਆਲ। ਕੰਨੜ ਫਿਲਮ ਸੀ, ਅਜੇ ਤੱਕ ਤੇ ਕੋਈ ਇਹਦਾ ਰਿਪਲਾਈ ਨਹੀਂ ਆਇਆ। ਨਹੀਂ ਆ ਜੀ, ਇੱਕ ਕੰਨੜ ਦੇ ਵਿੱਚ ਸੀਗੀ, ਦੂਜੀ ਪੰਜਾਬੀ ਦੇ ਵਿੱਚ ਸੀਗੀ ਜੀ। ਉਹਦੇ ਵਿੱਚ ਇਹਨਾਂ ਨੇ ਕੰਮ ਕੀਤਾ, ਦੋਨਾਂ ਦੇ ਵਿੱਚ ਇਹਨਾਂ ਨੂੰ ਅਵਾਰਡ ਮਿਲੇ ਸੀਗੇ ਜੀ। ਥੀਏਟਰ ਦੇ ਵਿੱਚ ਇਹਨਾਂ ਨੇ ਬਹੁਤ ਕੰਮ ਕੀਤਾ ਜੀ। ਇੱਕ ਹੋਰ ਬਾਅਦ ਡਰਾਮਾ ਆਇਆ ਸੀਗਾ, ਸੀਰੀਅਲ ਆਇਆ ਸੀ, ਉਹਦੇ ਵਿੱਚ ਇਹਨਾਂ ਨੇ ਅਮ੍ਰਿਤਾ ਪ੍ਰੀਤਮ ਦਾ ਰੋਲ ਅਦਾ ਕੀਤਾ ਸੀਗਾ ਜੀ। ਆਇਆ ਕੁਛ ਨਹੀਂ ਸਰ, ਕੋਈ ਜਿਨ੍ਹਾਂ ਦੇ ਨਾਲ ਇਹਨਾਂ ਨੇ ਬਹੁਤੀਆਂ ਫਿਲਮਾਂ ਕੀਤੀਆਂ ਨੇ ਜੀ। ਚਲੋ ਫਾਰੂਕ ਸ਼ੇਖ ਹੈ ਜੀ, ਉਹਦੇ ਨਾਲ ਇਹਨਾਂ ਨੇ ਬਹੁਤੀਆਂ ਫਿਲਮਾਂ ਕੀਤੀਆਂ ਨੇ ਜੀ। ਨਹੀਂ ਜੀ, ਪਹਿਲੀ ਜਿਹੜੀ ਫਿਲਮ ਸੀਗੀ ਸਰ ਤੁਸੀਂ ਡੇਟ ਆਫ ਬਰਥ ਥੋੜਾ ਦੱਸ ਦਿਓ ਤਾਂ ਸ਼ਾਇਦ ਇੱਥੇ ਮੈਸੇਜ ਆਉਣੇ ਸ਼ੁਰੂ ਹੋ ਜਾਣ। ਇੱਕ ਦਰਸ਼ਕ ਆ ਗਿਆ ਜੀ, ਜੁੜ ਗਏ ਨੇ। ਹੈਲੋ ਹਾਂਜੀ, ਮੈਂ ਪਿੰਕੀ ਬੋਲ ਰਹੀ ਜੀ। ਵਿੰਕੀ ਜੀ ਦੱਸੋ ਕੀ ਕਹਿਣਾ ਚਾਹੋਗੇ? ਹਾਂਜੀ, ਹੋ ਸਕਦਾ ਮੈਂ ਅੱਜ ਗਲਤ ਹੋ ਸਕਦੀ ਹਾਂ, ਪਰ ਮੈਨੂੰ ਥੋੜਾ ਜਿਹਾ ਆਈਡੀਆ ਜੋ ਆ ਰਿਹਾ ਦੀਪਤੀ ਨਵਲ ਜੀ ਆ ਰਹੇ ਨੇ। ਬਾਕੀ ਕੀ ਆਨਸਰ ਦਿੱਤਾ ਜੀ ਤੁਸੀਂ? ਦੀਪਤੀ ਨਵਲ ਕਿਹਾ ਜੀ। ਦੀਪਤੀ ਨਵਲ ਜੀ, ਬਿਲਕੁਲ। ਥੈਂਕ ਯੂ ਜੀ। ਸਕਰੀਨ ਤੇ ਆਨਸਰ ਸੁਣ ਸਕਦੇ ਹੋ ਹਾਂ ਜੀ। ਸੋਨਾਈ ਸਫਸ਼ੂ ਇਹਨਾਂ ਦੀ ਜਿਹੜੀ ਮੜੀ ਦਾ ਦੀਵਾ ਸੀਗਾ ਫਿਲਮ, ਉਹਦੇ ਵਿੱਚ ਇਹਨਾਂ ਨੇ ਕੰਮ ਕੀਤਾ ਜੀ। ਤੇ ਦੇਖ ਲਓ ਭਾਈ, ਹੋਰ ਬੰਗਾਲੀ ਫਿਲਮਾਂ 'ਚ ਵੀ ਕੰਮ ਕਰਨਾ ਸੀਗਾ, ਪਰ ਉਹ ਅਖੀਰ ਸਰ ਰੁਪਿੰਦਰ ਬਾਜਵਾ ਜੀ ਕਹਿ ਰਹੇ ਨੇ ਪ੍ਰੀਤੀ ਸਪਰੂ। ਹਾਂਜੀ, ਪਹਿਲੀ ਫਿਲਮ ਸੀਗੀ ਜਨੂਨ, ਇਹਨਾਂ ਦੀ ਜਨੂਨ ਚ ਆਈ ਸੀ। ਦੇਖ ਲਓ ਹੁਣ ਬਾਜਵਾ ਸਾਹਿਬ, ਦੇਖ ਲਓ ਜੇ ਕਰੈਕਟ ਕਰਨਾ ਤਾਂ ਇਹਨਾਂ ਦੇ ਹਸਬੰਡ ਦਾ ਪ੍ਰਕਾਸ਼ ਝਾ ਸੀਗਾ ਜੀ। ਇਹਨਾਂ ਦੀ ਇੱਕੋ ਇੱਕ ਬੇਟੀ ਹੈ, ਉਹ ਇਹਨਾਂ ਨੇ ਅਡਾਪਟ ਕੀਤੀ ਸੀ US ਦੇ ਵਿੱਚ। ਇਹ ਅਮਰੀਕਨ ਨੇ ਜੀ। ਇਹਨਾਂ ਦੇ ਫਾਦਰ ਸਾਹਿਬ ਇੱਥੇ ਇੰਡੀਅਨ ਗਵਰਨਮੈਂਟ ਨੂੰ ਨੋਮੀਨੇਟ ਕੰਮ ਕਰਨ ਵਾਸਤੇ ਆਏ ਸੀਗੇ ਤੇ ਇਹਨਾਂ ਨੇ ਨਿਊਯਾਰਕ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਵੀ ਆ ਜੀ। ਤੁਸੀਂ ਆਨਸਰ ਦੱਸ ਸਕਦੇ ਹੋ? ਸਾਡੀ ਟੈਕਨੀਕਲ ਟੀਮ ਉਦੋਂ ਜ਼ਿਆਦਾ ਕਰ ਹੀ ਰਹੀ, ਉਹਨਾਂ ਨੇ ਆਪਣੀ ਪਿਕਚਰ ਡਿਸਪਲੇ ਕਰ ਦਿੱਤੀ ਹੈ। ਅੱਛਾ, ਦੀਪਤੀ ਨਵਲ, ਠੀਕ ਹੈ ਜੀ। ਵਿੰਕੀ ਜੀ, ਥੈਂਕ ਯੂ ਵੈਰੀ ਮਚ, ਤੁਸੀਂ ਪਾਰਟਿਸਿਪੇਟ ਕੀਤਾ। ਬਾਜਵਾ ਸਾਹਿਬ ਅੱਜ ਫਿਰ ਗਲਤ ਹੋ ਗਏ। ਦੀਪਤੀ ਨਵਲ ਜੀ, ਇਹਨਾਂ ਨੇ ਬਹੁਤ ਫਿਲਮਾਂ 'ਚ ਕੰਮ ਕੀਤਾ, ਪੈਰਲ ਸਿਨੇਮੇ 'ਚ ਕੰਮ ਕੀਤਾ ਜੀ।
क्यों जिंदगी की राह में मजबूर हो गए, खमनी इतने करीब थे कि दूर हो गए। ये फिल्माया गया गाना जी, बड़ी सोहनी नज़म हैगी है कि तो सुन के देखो, ब्यूटीफुल नज़म। अज इन्हें काफ़ी जी थोड़ा उपर चलेगा। थैंक यू ਜਿਹੜੇ फोन कॉल्स आईਆਂ ने जी, थैंक यू वेरी मच। ਅਸੀਂ ਤੁਹਾਡੀ ਪਾਰਟਿਸਿਪੇਸ਼ਨ ਚਾਹੁੰਦੇ ਹਾਂ। ਸੋ ਨਾਈਸ ਆਫ ਯੂ ਐਵਰੀਬਾਡੀ, ਜਿਹਨੇ ਵੀ ਫੋਨ ਕੀਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਇੰਨਾ ਹੀ ਕਾਫੀ, ਕੱਲ ਨੂੰ ਫਿਰ ਮਿਲਾਂਗੇ। सत श्री अकाल। बिल्कुल जी, तो उम्मीद करते हैं कि जिस मामले ਨੂੰ ਲੈ ਕੇ ਇਸ ਵਕਤ ਇੰਨਾ ਗਰਮਾ ਗਰਮੀ ਹੋ ਰਹੀ ਹੈ ਉਹ ਮਾਮਲਾ ਛੇਤੀ ਹੀ ਸੁਲਝ ਜਾਵੇ ਤੇ ਕੈਨੇਡਾ ਸੋਹਣੀ ਕੰਟਰੀ ਆ, ਇੱਥੇ ਆਪਣਾ ਫਿਊਚਰ ਬਣਾਉਣ ਲਈ ਆਏ ਤੇ ਆਪਣਾ ਫਿਊਚਰ ਵਧੀਆ ਬਣਾਈਏ। ਇਸ ਦੇ ਨਾਲ ਹੀ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸਾਰੀ ਟੈਕਨੀਕਲ ਟੀਮ, ਮਿਸਟਰ ਹਰਸ਼ ਤੇ ਮਿਸਟਰ ਮਨਦੀਪ ਪੁਨੀਆ, ਥੈਂਕ ਯੂ ਸੋ ਮਚ। ਤੁਸੀਂ ਥੋੜੀ ਛੇਤੀ ਜਲਦੀ ਪਿਕਚਰ ਚੈੱਕ ਕਰ ਦਿੱਤੀ, ਬਟ ਥੈਂਕ ਯੂ ਸੋ ਮਚ। ਉਹਨਾਂ ਨੂੰ ਕਹਾ, ਉਹਨਾਂ ਨੇ ਮੇਰੇ ਖਾ ਡਿਨਰ ਕਰਨਾ ਜੀ, ਉਹਨਾਂ ਨੂੰ ਕਹਾ ਇਸ ਗੱਲ ਦੀ ਕਿ 10 ਮਿੰਟ ਉੱਪਰ ਹੋ ਗਏ ਆ। ਐਨੀ ਆ ਕੋਈ ਗੱਲ ਨਹੀਂ, ਕੱਲ ਨੂੰ ਤੁਹਾਨੂੰ ਫਿਰ ਛੇਤੀ ਸੌਖਾ ਕਰਾਂਗੇ। ਬਿਲਕੁਲ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਪ੍ਰੋਗਰਾਮ ਦੇਖਣ ਲਈ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।